ਵਰਣ ਅਵਰਣ ਕਾਮ ਨਹੀਂ ਸ਼ਾਮ। ਵਰਣ ਅਵਰਣ ਦੀ ਇੱਥੇ ਕੋਈ ਗੱਲ ਨਹੀਂ ਹੈ। ਉਸ ਅਵਸਥਾ ਦੇ ਵਿੱਚ ਮਾਇਆ ਦੀ ਕੋਈ ਗੱਲ ਨਹੀਂ ਹੈ। ਬਾਹਰਲਾ ਸਰੀਰ ਵਰਣ, ਜਿੱਥੇ ਵਰਣ ਉੱਥੇ ਭੇਖ ਹੈ, ਜਿੱਥੇ ਭੇਖ ਹੈ ਉੱਥੇ ਸਰੀਰ ਹੈ। ਵਰਣ ਔਰ ਅਵਰਣ ਉੱਥੇ ਕੋਈ ਮਤਲਬ ਨਹੀਂ ਕਿ ਜੋਤ ਹੈ। ਜਿੱਥੇ ਜਿੱਥੇ ਸਰੀਰ ਹੈ ਉੱਥੇ ਵਰਣ ਇਹਨਾਂ ਨੇ ਬਣਾ ਲਏ। ਜਿੱਥੇ ਜੋਤ ਹੈ ਨਹੀਂ ਉੱਥੇ ਵਰਣ ਅਵਰਣ ਦਾ ਕੀ ਮਤਲਬ? ਜਿੱਥੇ ਚੰਦ ਸੂਰਜ ਨਹੀਂ ਉਹਦੇ ਵਰਣ ਅਵਰਣ ਦਾ ਕੀ ਮਤਲਬ? ਜੋਤ ਹੈ ਉੱਥੇ ਜਾਤ ਨਹੀਂ, ਸਰੀਰ ਨਹੀਂ ਹੁੰਦਾ। ਵਰਣ ਜਾਤ ਨਾਲੇ ਬਣਨਾ। ਹਾਂ, ਸ਼ਾਮ ਨਹੀਂ ਸ਼ਾਮ। ਨਾ ਕਾਮ ਹੈ, ਨਾ ਤਾਂ ਉੱਥੇ ਗਰਮੀ ਹੈ, ਧੁੱਪ ਹੈ, ਨਾ ਉੱਥੇ ਛਾਂ। ਕਿਉਂਕਿ ਧੁੱਪ ਗਿਆਨ ਹੈ, ਗਿਆਨ ਦੀ ਰੋਸ਼ਨੀ ਹੁੰਦੀ ਹੈ, ਪਰ ਉੱਥੇ ਧੁੱਪ ਛਾਂ ਨਹੀਂ ਹੁੰਦੀ। ਗਿਆਨ ਦੀ ਧੁੱਪ ਹੋਵੇ, ਜੇ ਰੋਸ਼ਨੀ ਹੋਵੇ ਤਾਂ ਅੱਖ ਨੂੰ ਦਿਖੇ। ਜਿਹੜੀ ਅੱਖ ਨੂੰ ਦਿਖਦੀ ਹੈ ਸੂਰਜ ਦੀ ਰੋਸ਼ਨੀ, ਉਹਨੂੰ ਅਸੀਂ ਧੁੱਪ ਕਹਿੰਦੇ ਹਾਂ। ਜੇ ਧੁੱਪ ਹੈ ਤੇ ਛਾਂ ਵੀ ਹੈ ਕਿਸੇ ਚੀਜ਼ ਦੀ। ਕਾਮ ਕਹਿੰਦੇ ਨੇ ਵੈਸੇ ਗਰਮੀ ਨੂੰ, ਧੁੱਪ ਨੂੰ ਨਹੀਂ ਕਹਿੰਦੇ। ਗਰਮੀ ਕਾਮ ਗਰਮੀ ਹੁੰਦੀ। ਜੇ ਧੁੱਪ ਨਾਲ ਗਰਮੀ ਵੀ ਹੈ, ਤੇ ਛਾਵਾਂ ਦਾ ਠੰਡ ਹੈ। ਕਾਮ ਨਹੀਂ ਸ਼ਾਮ। ਅਵਰ ਨਾ ਪਾਈਏ ਗੁਰ ਕੀ ਸ਼ਾਮ। ਗਿਆਨ ਦੀ ਕਿਰਪਾ ਦੇ ਬਿਨਾਂ ਇਸ ਗੱਲ ਦੀ ਪ੍ਰਾਪਤੀ, ਇਸ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸ਼ਾਮ ਹੁੰਦਾ ਹੈ ਕਿਸੇ ਦੀ ਸ਼ਰਨ ਆਉਣ ਦੀ ਗੱਲ। ਜੇ ਗੁਰਬਾਣੀ ਦੀ ਸ਼ਰਨ ਨਾ ਆਈ, ਗੁਰਬਾਣੀ ਨੂੰ ਨਾ ਮੰਨੀਏ ਵਿਸਵੇ, ਫਿਰ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ। ਅਵਰ ਨਾ ਪਾਈਏ, ਹੋਰ ਕਿਸੇ ਚੀਜ਼ ਨੂੰ ਨਹੀਂ ਪਾਇਆ ਜਾ ਸਕਦਾ। ਸਿਰਫ ਗੁਰਬਾਣੀ ਦਾ ਜਿਹੜਾ ਗਿਆਨ ਹੈ ਉਹਨੂੰ ਮੰਨਣ ਨਾਲ ਹੀ ਇਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਹੋਰ ਕੋਈ ਤਰੀਕਾ ਹੀ ਨਹੀਂ ਹੈ। ਤਰੀਕੇ ਬਹੁਤ ਕੱਢੇ ਨੇ ਲੋਕਾਂ ਨੇ। ਕੋਈ ਸਮਾਧੀ ਲਾਉਂਦਾ, ਕੋਈ ਮਾਲਾ ਫੇਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਸਾਰੀ ਗੱਲ ਖਤਮ ਕਰਤੀ ਹੈ ਕਹਿ ਗਿਆਨ ਤੇ ਬਿਨਾਂ ਮਨ ਜਿੱਤੇ ਨਹੀਂ ਜਾਂਦਾ। ਤਾਂ ਮਨ ਜਿੱਤਣ ਦੀ ਸਾਰੀ ਗੱਲ ਹੈ, ਮਨ ਟਿਕਾਉਣ ਦੀ ਗੱਲ ਹੈ। ਹੋਰ ਗੱਲ ਕੀ ਹੈ? ਮਨ ਟਿਕਿਆ ਹੋਇਆ ਮਨ ਤ੍ਰਿਕੁਟੀ 'ਚ ਨਹੀਂ ਹੁੰਦਾ। ਤ੍ਰਿਕੁਟੀ 'ਚ ਮਨ ਟਿਕਦਾ ਨਹੀਂ। ਜਿਹੜੇ ਲੋਕ ਮਨ ਨੂੰ ਤ੍ਰਿਕੁਟੀ ਟਿਕਾਉਂਦੇ ਨੇ ਉਹ ਪਾਗਲ ਨੇ। ਤ੍ਰਿਕੁਟੀ ਮਾਇਆ ਹੈ, ਸਰੀਰ ਮਾਇਆ ਹੈ। ਜਿੰਨਾ ਚਿਰ ਸਰੀਰ ਨਾਲ ਮਨ ਜੁੜਿਆ ਕਦੇ ਨਹੀਂ ਟਿਕਦਾ। ਮਾਇਆ ਡੋਲਣੀ ਹੈ। ਜਦ ਮਾਇਆ ਹੀ ਸਾਰੀ ਸ੍ਰਿਸ਼ਟੀ ਉਹ ਘੁੰਮਦੀ ਹੈ, ਸਰੀਰ ਸੜੇ, ਮਨ ਕਿਵੇਂ ਟਿਕ ਜੂਗਾ? ਮਨ ਟਿਕਦਾ ਚਿੱਤ ਨਾਲ ਜੁੜ ਕੇ। ਚਿੱਤ ਤ੍ਰਿਕੁਟੀ 'ਚ ਨਹੀਂ ਹੁੰਦਾ, ਚਿੱਤ ਹੁੰਦਾ ਹਿਰਦੇ 'ਚ। ਚਿੱਤ ਦਾ ਸੰਬੰਧ ਦਿਲ ਨਾਲ ਹੈ। ਤਾਂ ਹੀ ਕਿ ਬੰਦੇ ਖੋਜ ਦਿਲ ਹਰ ਰੋਜ਼। ਤ੍ਰਿਕੁਟੀ ਨਾਲ ਉਹਦਾ ਕੀ ਸੰਬੰਧ ਹੈ? ਤ੍ਰਿਕੁਟੀ ਨਾਲ ਸੰਬੰਧ ਲੋਕ ਉਹ ਬੰਦੇ ਨੇ ਜਿਹਨਾਂ ਨੂੰ ਤ੍ਰਿਕੁਟੀ ਦੇ ਗਾਹਾਂ ਦਾ ਪਤਾ ਹੀ ਨਹੀਂ ਹੈ। ਤ੍ਰਿਕੁਟੀ ਦੇ ਗਾਹਾਂ ਹੋਰ ਕੁਛ ਹੈ। ਤ੍ਰਿਕੁਟੀ ਦੇ ਵਿੱਚ ਤਾਂ ਜਾਗ ਕੇ ਆਉਂਦਾ ਹੈ, ਸੁਪਨੇ 'ਚ ਆਉਂਦਾ ਹੈ। ਤ੍ਰਿਕੁਟੀ ਜਾਗਦਾ ਸੁਪਨਾ ਦੇਖਦਾ ਹੈ ਬਸ। ਤ੍ਰਿਕੁਟੀ ਛੁੱਟ ਗਈ, ਸੁਪਨਾ ਖਤਮ ਹੋ ਗਿਆ। ਦੋ ਤਰੀਕੇ ਨੇ ਤ੍ਰਿਕੁਟੀ ਦੇ ਛੁੱਟਣ ਦੇ। ਜਾਂ ਤਾਂ ਮਰ ਕੇ ਛੱਡਦਾ ਸੰਸਾਰੀ ਜਿਹੜਾ ਮਰਨਾ ਜਿਹਨੂੰ ਕਹਿੰਦੇ ਨੇ। ਜੇ ਜਿਉਂਦਾ ਛੱਡਦਾ ਤਾਂ ਗੁਰਮੁਖ ਛੱਡਦਾ। ਜੇ ਜਿਉਂਦਾ ਛੱਡਦਾ ਤਾਂ ਗੁਰਮੁਖ ਛੱਡਦਾ। ਤ੍ਰਿਕੁਟੀ ਮਰ ਕੇ ਸਾਰੇ ਛੱਡਦੇ ਨੇ। ਇਸੇ ਕਰਕੇ ਕਿਹਾ ਵੀ ਜਿਹੜਾ ਸਰੀਰ ਹੈ ਨਾ, ਮਾਇਆ ਹੈ, ਇਹ ਛੁੱਟਣੀਆਂ ਛੁੱਟੀਆਂ। ਇਹ ਤਨ ਜਾਏਗੋ। ਤ੍ਰਿਕੁਟੀ ਦਾ ਛੁੱਟਣਾ ਤਨ ਦਾ ਜਾਣਾ। ਕਬੀਰ ਇਹ ਤਨ ਜਾਏਗੋ ਕਬਲੇ ਮਾਰਗ ਲਾਏ। ਜੇ ਸਾਡੇ ਨਾਲ ਆਓਗੇ ਤ੍ਰਿਕੁਟੀ ਅਸੀਂ ਜਿਉਂਦੇ ਹੀ ਛਡਾ ਦੇਣੀ ਹੈ। ਅਸੀਂ ਜਿਉਂਦੇ ਦਾ ਸਰੀਰ ਛਡਾਉਣਾ। ਜੇ ਦੂਏ ਪਾਸੇ ਜਾਓਗੇ ਉਹ ਮਰ ਕੇ ਛੁੱਟਣਾ, ਉਹਨਾਂ ਨੇ ਨਹੀਂ ਛਡਾਉਣਾ ਜਿਉਂਦੇ। ਪਰ ਸਾਡੇ ਜਿਉਂਦਾ ਛਡਾਇਆ ਹੋਇਆ ਸਰੀਰ ਐਸੀ ਮਰਨੀ ਜੇ ਵੇਲੇ ਬਹੁਤ ਨਾ ਬਣਨਾ ਹੋਵੇ, ਉਹਨਾਂ ਦੇ ਜੰਮਣ ਮਰਨਾ ਰਹੂਗਾ ਉਵੇਂ ਜਿਉਂਦਾ ਤੇ ਹੋਏ। ਉਹਨਾਂ ਦੇ ਜੰਮਣ ਮਰਨਾ ਰਹੂਗਾ ਕਿ ਉਹ ਕਿਹੜਾ ਧਰਮ ਹੈ? ਤਾਂ ਫਰੌਡ ਹੈ ਧਰਮ ਦੇ ਨਾਂ ਤੇ। ਉਹ ਫਰੌਡ ਹੈ ਧਰਮ ਦੇ ਨਾਂ ਤੇ। ਧਰਮ ਨਹੀਂ ਹੈਗਾ। ਮੁਕਤੀ ਦੀਆਂ ਗੱਲਾਂ ਵੀ ਨਹੀਂ ਕਰਦੇ ਉਹ ਤਾਂ। ਮੁਕਤੀ ਇੱਕ ਵਾਰ ਦੋ ਵਾਰ ਕਹਿੰਦੇ ਹੀ ਨੇ। ਮੁਕਤੀ ਕਿਵੇਂ ਮਿਲਦੀ ਹੈ? ਮੁਕਤੀ ਦੀ ਗੱਲ ਉਹਨਾਂ ਨੇ ਵਰਕਾ ਪਾੜਿਆ ਹੈ। ਆਪੇ ਬਣ ਜੂਗੀ ਮੁਕਤੀ, ਬਸ ਤੁਸੀਂ ਚਲੇ ਚਲੋ। ਫਿਰ ਇਹ ਵਾਲਾ ਕਬੀਰ ਨੂੰ ਕਹਿੰਦੇ ਆਪੇ ਹੋ ਜੂ ਸਭ ਕੁਛ।
ਸਾਰੀ ਉਮਰ ਖਰਾਬ ਕਰਤੀ ਉਹਦੀ। ਉਹ ਕਹਿੰਦਾ ਨਹੀਂ ਸਗਲ ਜਾਨ ਪਿੱਛੇ ਪੂਰੀ ਗਵਾਇਆ, ਤਾਂ ਹੀ ਕਹਿੰਦਾ ਸਾਰੀ ਉਮਰ ਖਰਾਬ ਕਰਤੀ ਉਹਦੀ ਲਾਰਿਆਂ 'ਚ। ਇੱਦਾਂ ਦੀ ਗੱਲ ਹੈ। ਧਰਮ ਫਰੌਡ ਨੇ ਸਾਰੇ ਧਰਮ। ਸੰਤ ਵੀ ਸਾਰੇ ਫਰੌਡੀ ਨੇ, ਮਾਲਾ ਵਾਲੇ ਸਾਰੇ ਫਰੌਡੀ ਨੇ। ਦੇਖੋ ਕਬੀਰ ਨੇ ਮਾਲਾ ਛੱਡੀ ਹੈ, ਗੁਰਬਾਣੀ 'ਚ ਲਿਖਿਆ ਹੋਇਆ ਹੈ। ਉਹ ਸ਼ਬਦ ਦੇ ਅਰਥ ਬਦਲ ਲਏ ਬਦਮਾਸ਼ਾਂ ਨੇ, ਕਿ ਮਾਲਾ ਨਹੀਂ ਸੀ ਨੇ ਛੱਡਣੀ, ਲੋਕਾਂ ਨੂੰ ਹੋਰ ਫਸਾਉਣਾ ਸੀ, ਫਸਾਉਣਾ ਸੀ। ਜਵਾਬ ਨਹੀਂ ਦਿੰਦੇ, ਚੁੱਪ ਕਰ ਜਾਂਦੇ ਨੇ। ਝੂਠਾ ਆਦਮੀ ਜਵਾਬ ਨਹੀਂ ਦਿੰਦਾ ਹੁੰਦਾ, ਚੁੱਪ ਕਰ ਜਾਂਦਾ ਹੁੰਦਾ। ਹਾਂਜੀ। ਟਾਰੀ ਨਾ ਟਰੇ ਆਵੇ ਨਾ ਜਾਏ, ਸੁਨ ਸਹਿਜ ਮੈਂ ਰਹਿਓ ਸਮਾਏ। ਟਾਰੀ ਨਾ ਟਰੇ, ਜੈਸੇ ਸੁੱਤ ਟਿਕ ਜਾਂਦੀ ਹੈ ਫਿਰ ਨਹੀਂ। ਜਿਵੇਂ ਜੋਗ ਹੈ, ਜਦ ਜੋਗ ਲੱਗ ਜਾਂਦੀ ਹੈ ਉਥੋਂ ਫਿਰ ਛੁੱਟਦੀ ਹੈ, ਉਤੋਂ ਫਿਰ ਨਹੀਂ ਛੁੱਟਦੀ ਹੈ। ਫਿਰ ਬੜੀ ਤੋੜ ਕੇ ਬਹੁਤ ਜ਼ੋਰ ਨਾਲ ਤੋੜਨੀ ਪੈਂਦੀ, ਆਪਣੇ ਆਪ ਨਹੀਂ ਛੁੱਟਦੀ ਜੋਗ ਉਥੋਂ। ਜੇ ਉਹ ਖੂਨ ਨਾ ਵੀ ਚੂਸੇ ਜੋਗ ਤਾਂ ਵੀ ਨਹੀਂ ਛੱਡਦੀ। ਭੁੱਖੀ ਮਰੀ ਹੁੰਦੀ ਹੈ ਬਹੁਤ ਚਿਰ ਦੀ, ਪਹਿਲਾਂ ਛੱਡਦੀ ਹੈ ਵੀ ਜਦ ਭੁੱਖ ਲੱਗੂ ਫਿਰ ਇੱਥੇ ਖਾ ਲੂ, ਮੈਂ ਜੁੜੀ ਰਹਾਂ ਇੱਥੇ। ਜੇ ਛੱਡਦਾ ਫਿਰ ਕਦੋਂ ਲੜ ਫੜ ਹੋਊ ਉਹਦੇ। ਜੇ ਉੱਥੋਂ ਛੱਡਤਾ ਫਿਰ ਤਾਂ ਉਹਨੇ ਥੱਲੇ ਡਿੱਪਣ, ਉੱਥੋਂ ਡਿੱਗ ਪਊਗੀ। ਜਿੱਥੇ ਲੱਗੀ ਹੋਈ ਉਹ ਗਾਂ ਚਲਾ ਜਾਊਗਾ, ਆਪ ਲੱਭਦੀ ਫਿਰੂਗਾ। ਐਸੀ ਉਹ ਗੱਲ ਹੈ ਇਹਦੀ। ਜੇ ਜਾਣਾ ਲੜ ਛਿੜਣਾ, ਇਹਦਾ ਲੜ ਛੁੱਟ ਗਿਆ। ਬਹੁਤ ਜਨਮ ਵਿਛੜੇ ਤੇ ਮਾਧੋ, ਬਹੁਤ ਜਨਮ ਦੇ ਕਹਿੰਦੇ ਵਿਛੜੇ ਹੋਏ ਸੀ। ਇਹ ਜਨਮ ਤੁਹਾਰੇ ਲੇਖੇ। ਟਾਰੀ ਨਾ ਟਰੇ ਆਵੇ ਨਾ ਜਾਏ, ਸੁਨ ਸਹਿਜ ਮੈਂ ਰਹਿਓ ਸਮਾਏ। ਸੁਰਤ ਜਾਂ ਟਿਕ ਜਾਂਦੀ ਹੈ ਨਾ, ਫਿਰ ਨਾ ਤਾਂ ਹਟਾਏ ਤੇ ਹਟਦੀ ਹੈ। ਜੇ ਕੋਈ ਹਟਾਵੇ ਤਾਂ ਵੀ ਨਹੀਂ ਹਟਦੀ। ਜਿਵੇਂ ਕਬੀਰ ਦੇ ਹੱਥੀ ਛੱਡਦਾ ਨਾ ਮਾਰਨ ਵਾਸਤੇ, ਉਹ ਇਹਦੀ ਸੁਰਤ ਤੋੜ ਰਹੇ ਤੇ ਉੱਥੋਂ ਨਹੀਂ ਟੁੱਟੀ। ਜਿਹਨਾਂ ਦੇ ਆਏ ਚਲਾਏ ਉਹਨਾਂ ਦੀ ਵੀ ਸੁਰਤ ਟੁੱਟੀ। ਟਾਰੀ ਨਾ ਉਹ ਇੱਥੋਂ ਸੁਰਤ ਨੂੰ ਤੋੜਦੇ ਤੇ ਪੈ ਦੇ ਕੇ ਸਾਹਿਬਜ਼ਾਦਿਆਂ ਨੂੰ ਪੈ ਦੇ ਲਿਆ, ਸੁਰਤ ਨਹੀਂ ਟੁੱਟੀ। ਖੋਪਰੀਆਂ ਲਾਤੀਆਂ, ਸੁਰਤ ਨਹੀਂ ਟੁੱਟੀ। ਬੰਦ ਕੱਢਤੇ, ਸੁਰਤ ਨਹੀਂ ਟੁੱਟੀ। ਟਾਰੀ ਨਾ ਟਰੇ ਦਾ ਮਤਲਬ ਇਹ ਹੈ, ਜੇ ਸੁਰਤ ਜੁੜ ਜਵੇ ਧਿਆਨ ਟੁੱਟਦਾ ਹੀ ਨਹੀਂ। ਜੋ ਮਰਜ਼ੀ ਹੋਵੇ, ਸਰੀਰ ਨੂੰ ਜੋ ਮਰਜ਼ੀ ਕਰੀ ਜਾਓ। ਇਹਦਾ ਮੈਂ ਟਾਰੀ ਨਾ, ਇਹ ਪ੍ਰੈਕਟੀਕਲ ਦੀ ਗੱਲ ਹੈ, ਸਿਰਫ ਥਿਊਰੀ ਨਹੀਂ ਹੈਗੀ। ਇਹ ਵਿਦਵਾਨ ਇਹਨੂੰ ਥਿਊਰੀ ਮੰਨਦੇ ਨੇ, ਥਿਊਰੀ ਨਹੀਂ ਹੈਗੀ, ਇਹ ਪ੍ਰੈਕਟੀਕਲ ਹੈ। ਇਹ ਗੱਲ ਸਬੂਤ ਨੇ ਸਾਡੇ ਕੋਲ, ਇਹਦੇ ਭਗਤਾਂ ਨੇ ਸਬੂਤ ਦਿੱਤੇ ਹੋਏ ਨੇ। ਧਰੂ ਪ੍ਰਹਲਾਦ ਨਾਲ ਕੀ ਹੋਇਆ, ਸੁਰਤ ਨਹੀਂ ਟੁੱਟੀ ਉਹਨਾਂ ਦੀ। ਜੇ ਸੁਰਤ ਟੁੱਟ ਜਾਏ ਫਿਰ ਮਰ ਜਾਂਦਾ। ਸੁਰਤ ਟੁੱਟ ਕੇ ਤਾਂ ਗਿਆ, ਸੁਰਤ ਨਹੀਂ ਟੁੱਟਦੀ ਹੈ। ਗਰਭ ਦੇ ਵਿੱਚ ਧਿਆਨ ਨਹੀਂ ਟੁੱਟਦਾ ਤਾਂ ਨਹੀਂ ਮਰਦਾ। ਧਿਆਨ ਟੁੱਟ ਜਾ ਗਰਭ ਜਦੇ ਮਰ ਜਾਂਦਾ ਬੱਚਾ। ਉੱਥੇ ਰੱਖਿਆ ਕਿਵੇਂ ਗਰਭ ਦੇ ਵਿੱਚ? ਧਿਆਨ ਜੁੜਿਆ ਹੋਇਆ ਸੀ ਇਹਦਾ। ਪ੍ਰਭ ਭਾਵ ਹੈ ਨਾ, ਸਾਸ ਤੇ ਰੱਖਦਾ। ਜਿੰਨਾ ਚਿਰ ਉਹਦੀ ਸੁਰਤ ਜੁੜੀ ਹੋਈ ਆ ਉਹਨਾਂ ਚਿਰ ਉਹਨੂੰ ਪ੍ਰਭ ਭਾਉਂਦਾ ਹੈ। ਜਿੰਨਾ ਚਿਰ ਉਹਦੀ ਸੁਰਤ ਜੁੜੀ ਹੋਈ ਆ ਉਹਨਾਂ ਚਿਰ ਪ੍ਰਭ ਭਾਉਂਦਾ ਹੈ। ਜਦ ਪ੍ਰਭ ਨਾ ਪਾਇਆ ਸੁਰਤ ਟੁੱਟ ਜਾਣੀ ਹੈ, ਬਸ ਫੇਰ ਨਹੀਂ ਰੱਖਿਆ ਕਰਦਾ, ਫਿਰ ਰੱਖਿਆ ਨਹੀਂ ਹੋਣੀ। ਜਿੰਨਾ ਚਿਰ ਤਾਰ ਜੁੜੀ ਹੈ ਉਹਨਾਂ ਚਿਰ ਲਾਈਟ ਜਗਦੀ ਹੈ। ਤਾਰ ਅਲੱਗ ਹੋਈ, ਲਾਈਟ ਬੁਝੀ, ਲਾਈਟ ਬੁਝ ਜਾਂਦੀ ਹੈ। ਹੁੰਦਾ ਨਹੀਂ ਉਹ ਆਪਣੇ ਚੱਕਦੇ ਮੈਗਨੇਟ, ਲੋਹਾ ਚੱਕ ਲੈਂਦਾ। ਦੇਖੋ ਨਾ, ਜੇ ਤਾਰ ਜੇ ਸਵਿਚ ਆਫ ਕਰ ਦਈਏ ਫਿਰ ਕੀ ਹੁੰਦਾ? ਦਾੜ ਦੇ ਲੋਹਾ ਥੱਲੇ ਡਿੱਗ ਪੈਂਦਾ। ਬਸ ਇਸੇ ਧਿਆਨ। ਕਬੀਰ ਕਹਿ ਨਹੀਂ ਰਿਹਾ ਵੀ ਜਦ ਮੇਰੇ ਚੋਟ ਮਾਰੀ ਹੈ ਹਾਥੀ ਨੇ, ਮੈਨੂੰ ਨਹੀਂ ਪਤਾ ਕੀ ਹੋਇਆ। ਕਹਿੰਦੇ ਚੌਥੇ ਪਦ ਮੈਂ ਜਨ ਕੀ ਜਿੰਦ, ਮੈਂ ਤਾਂ ਚੌਥੇ ਪਦ ਦੇ ਮੇਰਾ ਧਿਆਨ ਜੁੜਿਆ ਹੋਇਆ ਤਾਂ। ਧਿਆਨ ਜੁੜਿਆ ਇਹਨੂੰ ਤਾਂ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ। ਜਿਹਦਾ ਧਿਆਨ ਜੁੜਿਆ ਹੁੰਦਾ ਤਾਂ ਸੁੱਧ ਬੁੱਧ ਦੀ ਤਾਂ ਹੁੰਦੀ ਹੋ ਨਹੀਂ। ਮੈਨੂੰ ਨਹੀਂ ਪਤਾ ਕੀ ਹੋਇਆ, ਪਰ ਜੋ ਸੁਣੀ ਹੈ ਗੱਲ ਇਹ ਹੈ ਵੀ ਹਾਥੀ ਚੀਕਾ ਮਾਰ ਕੇ ਪਿੱਛੇ ਹੋ ਗਿਆ। ਉਹ ਸੁਣੀ ਹੋਈ ਗੱਲ ਦੱਸੀ ਹੈ ਲੋਕਾਂ ਦੇ ਬਾਅਦ ਚ। ਕਬੀਰ ਨੂੰ ਨਹੀਂ ਪਤਾ, ਆਪਣੀ ਗੱਲ ਦਾ ਉਹਨੇ ਜਵਾਬ ਦੇ ਦਿੱਤਾ। ਚੌਥੇ ਪਦ ਮੈਂ ਜਨ ਕੀ ਜਿੰਦ ਕਹਿ ਕੇ ਉਹਨੇ ਆਪਣੀ ਤਾਂ ਗੱਲ ਕਰਤੀ, ਬਾਕੀ ਦਾ ਗੱਲ ਉਹਨੇ ਜੋ ਸੁਣੀ ਹੈ ਲੋਕਾਂ ਦੇ ਉਹ ਦੱਸੀ ਹੈ। ਇਵੇਂ ਨਾਮਦੇਵ ਦੀ ਗੱਲ ਹੈ।
ਦੋ ਗੱਲਾਂ ਤਾਂ ਸਾਡੇ ਕੋਲ ਦੱਸੀਆਂ ਹੋਈਆਂ ਨੇ ਨਾ ਗੁਰਬਾਣੀ 'ਚ, ਬਾਕੀ ਦੇਖੀਆਂ ਹੋਈਆਂ ਨੇ ਪਬਲਿਕ ਦੀਆਂ, ਸਾਹਿਬਜ਼ਾਦਿਆਂ ਦੀਆਂ ਦੇਖੀਆਂ ਨਹੀਂ ਹੋਈਆਂ। ਇਹਨਾਂ ਚਿਰ ਦੀ ਗੱਲ ਹੈ। ਭਾਈ ਮਨੀ ਸਿੰਘ ਦੀ ਦੇਖੀ ਨਹੀਂ ਹੋਈ, ਤਾਰੂ ਸਿੰਘ ਦੀ ਦੇਖੀ ਨਹੀਂ ਹੋਈ, ਸਬੂਤ ਹੈ ਨੇ ਸਾਰੇ। ਜਦੋਂ ਧਿਆਨ ਟੁੱਟ ਜਾਂਦਾ, ਜੁੜ ਜਾਂਦਾ, ਫਿਰ ਤਾਂ ਇੱਕ ਹੋ ਜਾਂਦਾ, ਉਹਨੂੰ ਕੌਣ ਮਾਰੂਗਾ? ਆਤਮਾ ਨੂੰ ਕੌਣ ਤੋੜੂਗਾ? ਆਤਮਾ ਨਹੀਂ ਟੁੱਟਦੀ, ਸਰੀਰ ਪਿਆ ਚਲਾ ਜਾਵੇ, ਆਤਮਾ ਉੱਥੇ ਰਹਿੰਦੀ ਹੈ ਜੁੜੀ ਹੋਈ, ਅਡੋਲ ਰਹਿੰਦੀ ਹੈ ਆਤਮਾ। ਸਰੀਰ ਪਿਆ ਚਲਾ ਜਾਵੇ, ਸਰੀਰ ਨਾ ਕੀ। ਇਸ ਕਰਕੇ ਉਹਨੇ ਕਿਹਾ ਜੀ ਦੋਵੇਂ ਪਾਸੇ ਜਾਊਗਾ ਸਰੀਰ, ਪਰ ਇੱਕ ਪਾਸੇ ਤਾਂ ਸਰੀਰ ਚਲਾ ਜਾਊਗਾ, ਆਪਣੇ ਘਰ ਚਲਾ ਜਾਏਗਾ ਤੂੰ, ਜੰਮਣ ਮਰਨਾ ਕੱਟਿਆ ਜਾਊਗਾ ਹਮੇਸ਼ਾ ਵਾਸਤੇ, ਅਵਨਾਸ਼ੀ ਰਾਜ ਮਿਲ ਜਾਊਗਾ। ਇੱਕ ਪਾਸੇ ਜੇ ਦੋਈ ਭਗਤੀ ਕਰੇਗਾ ਗੁਰਮਤਿ ਨੂੰ ਛੱਡ ਕੇ, ਤਾਂ ਸਰੀਰ ਵੀ ਚਲਾ ਜਾਊਗਾ, ਮਿਲਣਾ ਵੀ ਕੱਖ ਨਹੀਂ। ਇਸ ਕਰਕੇ ਕਹਿੰਦਾ ਕਬੀਰ ਇਹ ਤਨ ਜਾਏਗੋ ਕਬਣੇ ਮਾਰਗ ਲਾਏ, ਚਾਹੇ ਮਨਮੁਖਾਂ ਦੇ ਮਾਰਗ ਲਾ ਲੈ, ਚਾਹੇ ਗੁਰਮੁਖਾਂ ਵਾਲੇ ਮਾਰਗ ਲਾ ਲੈ, ਸਰੀਰ ਨਹੀਂ ਰਹਿਣਾ। ਜੇ ਇਸ ਗੱਲ ਦਾ ਖਿਆਲ ਕਰ ਲੈਂਦੇ ਸੰਤ, ਭਗਤੀ ਨੂੰ ਪੜ੍ਹ ਲੈਂਦੇ, ਤਾਂ ਪਖੰਡਵਾਦ ਸਾਰਾ ਛੱਡ ਦਿੰਦੇ। ਇਹਨਾਂ ਨੂੰ ਤਾਂ ਬਾਣੀ ਦਾ ਵਿਸ਼ਵਾਸ ਨਹੀਂ ਸੰਤਾਂ ਨੂੰ, ਇਹਨਾਂ ਨੇ ਬਾਣੀ ਤੇ ਲੈਣਾ ਕੀ ਹੈ? ਜੇ ਇੰਨੀਆਂ ਗੱਲ ਸੰਤ ਸਮਝ ਲੈਂਦੇ, ਸੁਣ ਲੈਂਦੇ, ਸਭ ਕੁਝ ਛੱਡ ਦਿੰਦੇ ਜੋ ਕਰਦੇ ਨੇ। ਲੋੜ ਹੀ ਨਹੀਂ ਸੀ ਇਹ ਕਰਨ ਦੀ ਜੋ ਕਰ ਰਹੇ ਨੇ। ਉਹਦੇ ਤਾਂ ਸਾਰੇ ਹੈ ਹੀ ਪਖੰਡੀ, ਮਾਇਆਧਾਰੀ ਨੇ ਸਾਰੇ। ਇਹ ਤਾਂ ਕਾਰਾਂ 'ਚ ਝੂਟੇ ਲੈਣ ਨੂੰ ਸੰਤ ਬਣੇ ਨੇ, ਇਹਨਾਂ ਨੇ ਸੰਤ ਬਣੇ ਤੇ ਲੈਣਾ ਕੀ ਹੈ? ਗਰੀਬ ਘਰਾਂ ਤੋਂ ਆਏ ਹੋਏ ਨੇ, ਇਹਨਾਂ ਨੂੰ ਕਾਰ ਕਿੱਥੇ ਚੜ੍ਹਨ ਨੂੰ ਮਿਲਣੀ ਸੀ ਜੇ ਸੰਤ ਨਾ ਬਣਦੇ? ਬਸ ਇਹ ਤਾਂ ਕਾਰਾਂ ਕਰਕੇ ਹੀ ਆਏ ਹੋਏ ਨੇ। ਇਹਨਾਂ ਨੇ ਧਰਮ ਨਾਲ ਇਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂ, ਇਹਨਾਂ ਲੋਕਾਂ ਦਾ ਬਹੁਤ ਦੂਰ ਦਾ ਵਾਸਤਾ ਨਹੀਂ ਹੈ ਇਹਨਾਂ ਦਾ, ਧਰਮ ਦਾ ਬਿਲਕੁਲ ਹੀ ਵਾਸਤਾ ਨਹੀਂ ਕੋਈ। ਰੋਟੀ ਦੀ ਗੱਲ ਹੈ ਬਸ, ਰੋਟੀ ਸੌਖੀ ਮਿਲਦੀ ਹੈ, ਰੋਟੀ ਸੌਖੀ ਮਿਲਦੀ ਹੈ ਬਸ, ਸੰਸਾਰੀ ਸੁੱਖ ਦੀ ਗੱਲ ਹੈ। ਹਾਂਜੀ, ਟਾਰੀ ਨਾ ਟਰੇ ਆਵੇ ਨਾ ਜਾਏ, ਟਾਰੀ ਨਾ ਟਰੇ, ਸੁਰਤ ਨਹੀਂ ਟੁੱਟਦੀ ਉੱਥੋਂ, ਟਾਰੀ ਟਰੇ ਆਵੇ ਨਾ ਜਾਏ, ਆਉਣਾ ਜਾਣਾ ਖਤਮ ਹੋ ਗਿਆ। ਸੁਰਤ ਇੱਥੇ ਹੀ ਆਉਂਦੀ ਜਾਂਦੀ ਨਹੀਂ, ਚਿੰਤਾ ਜਾਉਂਦੀ ਜਾਂਦੀ ਹੈ, ਆਵੇ ਨਾ ਜਾਏ। ਸੁਨ ਸਹਿਜ ਮੈਂ ਰਹਿਓ ਸਮਾਏ, ਸੁਨ ਸਹਿਜ ਮੈਂ ਰਹਿਓ ਸਮਾਏ। ਸੁਨ ਕੌਣ ਹੈ? ਮਨ ਸੁਣ ਔਰ ਚੁੱਪ ਹੈ, ਚਿੱਤ ਕੀ ਹੈ? ਸਹਿਜ ਹੈ, ਸਤਿਗੁਰ ਜਾਗਦਾ ਹੈ। ਸੁਨ ਮਨ ਸਹਿਜ ਦੇ ਵਿੱਚ ਸਮਾਇਆ ਹੋਇਆ, ਆਪਣੇ ਮੂਲ 'ਚ ਸਮਾਇਆ ਹੋਇਆ। ਕਹਿਣ ਦਾ ਮਤਲਬ ਇਹ ਹੈ, ਮਨ ਸੁਣ ਹੋ ਕੇ ਮਨ ਨੂੰ ਸੰਸਾਰ ਦੀ ਕੋਈ ਭੁੱਖ, ਕੋਈ ਇੱਛਾ ਨਹੀਂ ਹੈਗੀ, ਸਹਿਜ ਵਿੱਚ ਸਮਾਇਆ ਹੋਇਆ। ਸਹਿਜ ਕੌਣ ਹੈ? ਜਿਹੜਾ ਜਾਗਦਾ। ਸੁਣ ਮਨ ਸਹਿਜ ਚਿੱਤ ਵਿੱਚ, ਸਹਿਜ ਮੂਲ ਵਿੱਚ, ਆਪਣੇ 'ਚ ਜਾਗਦੇ ਦਿਓ 'ਚ, ਸਤਿਗੁਰ ਦੇ ਵਿੱਚ ਸਮਾਇਆ ਹੋਇਆ। ਸੁਣ, ਸਤਿਗੁਰ ਆਪਣੇ ਅੰਦਰ ਦੀ ਗੱਲ ਹੈ, ਸਤਿਗੁਰ ਬਾਹਰ ਨਹੀਂ ਹੁੰਦਾ। ਜਿਹੜੇ ਲੋਕ ਸਤਿਗੁਰ ਬਾਹਰ ਮੰਨਦੇ ਨੇ ਉਹ ਬੇਵਕੂਫ ਨੇ। ਸਤਿਗੁਰ ਬਾਹਰਲੇ ਨਾਲ ਅਸੀਂ ਸਮਾ ਨਹੀਂ ਸਕਦੇ, ਬਾਹਰ ਹੁੰਦਾ ਹੈ ਸਤਿਗੁਰ, ਚਲ ਹੋਊਗਾ ਮੰਨਦੇ ਹਾਂ, ਪਰ ਅਸੀਂ ਨਹੀਂ ਸਮਾ ਸਕਦੇ ਉਹਦੇ ਵਿੱਚ ਦੂਏ। ਸਤਿਗੁਰ ਤੇ ਖਾਲੀ ਕੋਈ ਅਸੀਂ ਹਾਂ, ਸਤਿਗੁਰ ਤੇ ਖਾਲੀ ਕੋਈ ਨਹੀਂ। ਆਪਣਾ ਆਪਣਾ ਸਤਿਗੁਰ ਹੁੰਦਾ ਸਾਰਿਆਂ ਦਾ, ਆਪਣੇ 'ਚ ਸਮਾਈ ਦਾ ਹੁੰਦਾ। ਸਾਰਿਆਂ ਦੇ ਘਰ ਸਪਲਾਈ ਦਾ ਪਾਣੀ ਹੈ, ਭਾਵੇਂ ਟੰਕੀ ਇੱਕੋ ਹੀ ਹੈ। ਸਪਲਾਈ ਦਾ ਪਾਣੀ ਤਾਂ ਰਸੋਈ ਸਾਰਿਆਂ ਦਾ ਹੀ ਹੈ। ਟਾਂਕੀ ਭਾਵੇਂ ਇੱਕ ਤੋਂ ਹੀ ਆਉਂਦਾ ਹੋਵੇ, ਕਿਤੋਂ ਤੁਹਾਨੂੰ ਕੀ ਹੈ? ਸਤਿਗੁਰ ਨੂੰ ਚਾਹੇ ਕਿਤੋਂ ਸ਼ਕਤੀ ਮਿਲਦੀ ਹੋਵੇ, ਸਤਿਗੁਰ ਭਾਵੇਂ ਜੁੜਿਆ ਹੋਇਆ ਇੱਕੋ ਥਾਂ, ਸੱਚ ਨਾਲ ਜੁੜਿਆ ਹੋਇਆ, ਠੀਕ ਹੈ, ਪਰ ਅਸੀਂ ਸਤਿਗੁਰ 'ਚ ਸਮਾਉਣਾ। ਸਾਨੂੰ ਜੋ ਪ੍ਰਾਪਤੀ ਹੋਣੀ ਆਪਣੇ ਸਤਿਗੁਰ ਤੋਂ ਹੀ ਹੋਣਾ। ਤਾਂ ਹੀ ਲੱਗਾ ਮੈਂ ਆਪਣਾ ਗੁਰ ਪੂਛ ਦੇਖਿਆ। ਮੈਂ ਆਪਣਾ ਫਿਰ ਇਹਦਾ ਮਤਲਬ ਵੱਖਰਾ, ਜਿਹੜਾ ਆਪਣਾ ਬੋਲੂ ਉਹਦਾ ਵੱਖਰਾ ਹੋ ਗਿਆ, ਦੂਆ ਆਪਣਾ ਬੋਲੂ ਉਹਦਾ ਹੋ ਗਿਆ। ਮੈਂ ਆਪਣਾ ਗੁਰ ਪੂਛ ਦੇਖਿਆ, ਵਰਨਾ ਹੀ ਥਾਂ ਜਿਹੜਾ ਮੇਰੇ ਕੋਲ ਗਿਆਨ ਹੈ ਮੇਰਾ ਹੀ ਹੈ, ਉਹ ਦੂਜਾ ਦਾ ਨਹੀਂ ਹੋ ਸਕਦਾ। ਦੂਜੇ ਦਾ ਅੱਜ ਕੀ ਹਿੱਸਾ? ਜਿਹਦੇ ਕੋਲ ਜਿਹੜਾ ਗਿਆਨ ਹੈ ਉਹ ਉਹਦੇ ਕੋਲ ਹੀ ਹੈ, ਉਹਦੇ ਹਿੱਸੇ 'ਚ ਹੀ ਹੈ। ਜਿਹਨੇ ਰੋਟੀ ਖਾ ਲਈ ਉਹਦੀ ਭੁੱਖ ਦੂਰ ਹੋਣੀ, ਦੂਏ ਦੀ ਨਹੀਂ ਹੋ ਸਕਦੀ, ਦੂਏ ਨੂੰ ਖਾਣੀ ਪਊਗੀ। ਇਸ ਕਰ
ਆਪਣਾ ਮੂਲ ਅੱਡ ਅੱਡ ਹੈ। ਮੂਲ ਨੂੰ ਸਤਿਗੁਰ ਕਹਿੰਦੇ ਨੇ ਆਪਣਾ ਮੂਲ ਪਛਾਣ। ਮਨ ਤੂੰ ਜੋਤ ਸਰੂਪ ਹੈ। ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਆਪਣਾ ਪਛਾਣੂ ਆਪਣਾ ਪਛਾਣੇ, ਤੂੰ ਆਪਣਾ ਪਛਾਣੇ ਤੀ ਆਪਣਾ ਪਛਾਣੇ। ਅੱਡ ਅੱਡ ਦਰਖਤ ਨੇ, ਮੂਲ ਅੱਡ ਅੱਡ ਨੇ। ਜਿਹਦੀ ਟਾਹਣੀ ਵੀ ਕੋਈ ਆਪਣੇ ਮੂਲ ਨਾਲ ਉਖੜੀ ਹੋਈ ਹੈ, ਉਹ ਰਸ ਘੱਟ ਆਉਂਦਾ, ਉਹਨੂੰ ਉਹਦੇ ਮੂਲ ਤੋਂ ਹੀ ਰਸ ਆਉਣਾ। ਗੁਆਂਢੀ ਦੇ ਦਰਖਤ ਦੇ ਨਾਲ ਦੇ ਦਰਖਤ ਦੇ ਮੂਲ ਚੋਂ ਰਸ ਨਹੀਂ ਆਉਣਾ, ਉਹਦੇ ਵਿੱਚ ਹੀ ਆਉਣਾ। ਚਾਹੇ ਦਰਖਤ ਫਸੇ ਖੜੇ ਨੇ, ਪਰ ਉਹਨੂੰ ਆਪਣੇ ਮੂਲ ਚੋਂ ਹੀ ਰਸ ਆਉਣਾ। ਦਰਖਤ ਚਾਹੇ ਆਪਸ ਵਿੱਚ ਹੀ ਫਸੇ ਹੋਏ ਨੇ ਪਏ ਹੁਣ, ਦੂਜੇ ਦੇ ਮੂਲ ਚੋਂ ਦੂਜੀ ਟਾਹਣੀ ਨੂੰ ਰਸ ਨਹੀਂ ਆ ਸਕਦਾ। ਆਪਣੇ ਮੂਲ ਚੋਂ ਹੀ ਰਸ ਆਊਗਾ ਉਹਨੂੰ। ਹਾਂਜੀ। ਮਨ ਮਦੇ ਜਾਣੇ ਜੇ ਕੋਏ, ਜੋ ਬੋਲੇ ਸੋ ਆਪੇ ਹੋਏ। ਮਨ ਬੰਦੇ ਮੱਦੇ ਆ ਦੇਖੋ, ਹੁਣ ਮਨ ਸਮਾਇਆ ਨਾ ਵਿੱਚ। ਕਿਵੇਂ ਸਮਾਇਆ? ਮਨ ਬੰਦੇ, ਮਨ ਦੇ ਵਿੱਚ ਹੈ ਉਹ। ਹੁਣ ਰੋਸ਼ਨੀ ਦੇ ਵਿੱਚ ਹੁੰਦਾ ਸੂਰਜ। ਸੂਰਜ ਰੋਸ਼ਨੀ 'ਚ ਹੁੰਦਾ, ਬਾਹਰ ਨਹੀਂ ਹੁੰਦਾ। ਮਨ ਬੰਦੇ, ਮਨ ਦੇ ਵਿੱਚ ਹੀ ਆ ਉਹ। ਜਿਹਦੇ ਸਮਾਉਣਾ ਉਹ ਵਿੱਚੇ ਆ ਮਨ ਦੇ। ਸਮਾਉਣਾ ਕੀ ਹੈ? ਜਿਹਦੇ ਸਮਾਉਣਾ ਉਹ ਵਿੱਚੇ ਆ ਤੇਰੇ। ਅਸਲ 'ਚ ਸਮਾਉਣਾ ਕਿਵੇਂ ਹੈ? ਰੋਸ਼ਨੀ ਨੇ ਆਪਣਾ ਜਿਹੜਾ ਹੈ ਨਾ, ਵੀ ਮੇਰਾ ਵਜੂਦ ਵੱਖਰਾ ਹੈ, ਮੈਂ ਕੁਛ ਵੱਖਰਾ, ਮੇਰੀ ਕੋਈ ਹਸਤੀ ਵੱਖਰੀ ਹੈ। ਇਹ ਆਪਣੇ ਅੰਦਰੋਂ ਹਸਤੀ ਦਾ ਅਹਿਸਾਸ ਖਤਮ ਕਰਨਾ। ਮੈਂ ਵੱਖਰਾ ਕੁਛ ਵੀ ਨਹੀਂ। ਮਨ ਰਹਿਣਾ ਉਹੀ, ਰੋਸ਼ਨੀ ਰਹਿਣੀ ਹੈ। ਰੋਸ਼ਨੀ ਨੇ ਇਹ ਮੰਨ ਲੈਣਾ ਵੀ ਮੈਂ ਕੁਛ ਨਹੀਂ ਹੈਗੀ, ਆਹੀ ਹੈ, ਇਹ ਤੋਂ ਮੈਂ ਪੈਦਾ ਹੁੰਦੀ ਹਾਂ। ਤੂੰ ਹੈਗਾ, ਮੈਂ ਹੈ ਨਹੀਂ। ਤੂੰ ਕਰਤਾ, ਤੂੰ ਪਿਆ ਤੇ ਮੈਂ ਹੈਗਾ ਨਾ। ਹਾਂ ਮੈਂ ਹੈਗਾ, ਪਰ ਤੂੰ ਹੀ ਬਣ ਗਿਆ, ਮੈਂ ਨਹੀਂ ਰਿਹਾ। ਬਸ ਮੈਂ ਦੀ ਮਨੌਤ ਖਤਮ ਹੋਈ ਹੈ। ਮੈਂ ਦੀ ਮਨੌਤ ਇਹ ਖਤਮ ਹੋਈ ਹੈ। ਤੂੰ ਕਰਤਾ, ਤੂੰ ਪਿਆ ਹੈ ਨਾ, ਬਦਲਿਆ ਹੈ। ਤੂੰ ਪਿਆ ਹੈ, ਮੈਂ ਨਹੀਂ ਰਿਹਾ, ਤੂੰ ਹੋ ਗਿਆ। ਤੂੰ ਤਾਂ ਤੂੰ ਥਾ ਹੀ, ਇਹ ਵੀ ਹੁਣ ਤੂੰ ਹੀ ਹੈ ਜੋ ਮੈਂ ਵੀ ਤੂੰ ਹੀ ਆ। ਤੂੰ ਤਾਂ ਤੂੰ ਹੈ ਉਹ। ਧੁੱਪ ਵੀ ਸੂਰਜ ਹੈ, ਸੂਰਜ ਤਾਂ ਸੂਰਜ ਹੈ ਉਹ। ਸੂਰਜ ਤਾਂ ਸੂਰਜ ਹੈ ਉਹ, ਧੁੱਪ ਵੀ ਸੂਰਜ ਹੈ। ਧੁੱਪ ਦੀ ਕੋਈ ਵੱਖਰੀ ਹਸਤੀ ਨਹੀਂ ਹੈ। ਧੁੱਪ ਜਿਹੜੀ ਵੱਖਰੀ ਹਸਤੀ ਮੰਨ ਦਿੱਤੀ, ਉਹਨੇ ਮੰਨ ਲਿਆ ਵੀ ਮੈਂ ਕੁਛ ਨਹੀਂ। ਬਸ ਐਡੀ ਹੋਈ ਗੱਲ ਹੈ, ਮੈਂ ਮੰਨਣਾ ਹੀ ਹੈ, ਮੈਂ ਕੁਛ ਨਹੀਂ। ਇਹੀ ਭਰਮ ਦਾ ਨਾਸ ਹੈ। ਮੈਂ ਮੰਨ ਲਿਆ ਮੈਂ ਕੁਛ ਵੀ ਨਹੀਂ, ਇਹੀ ਭਰਮ ਦਾ ਨਾਸ ਹੈ। ਜੇ ਮੈਂ ਮੰਨਦਾ ਸੀ ਮੈਂ ਕੁਛ ਹੈਗਾ, ਫਿਰ ਦੋ ਸੀ। ਆਹੀ ਦਾਲ। ਜੇ ਮੈਂ ਮੰਨਦਾ ਮੈਂ ਕੁਛ ਹੈਗਾ ਤਾਂ ਦੋ ਦਾਲ ਹੈ। ਜੇ ਮੈਂ ਮੰਨਦਾ ਮੈਂ ਕੁਛ ਹੈ ਨਹੀਂ, ਫਿਰ ਇੱਕ ਹੈ। ਬਸ ਇੰਨਾ ਹੀ। ਹੋਰ ਹੈ ਕੁਛ ਵੀ ਨਹੀਂ। ਭਰਮ ਦਾ ਨਾਸ ਹੈ। ਭਰਮ ਦਾ ਇਹ ਭਰਮੇ ਹੋਇਆ ਦੋ ਦਾ, ਦੋ ਹੈ ਨਹੀਂ। ਦੋ ਦਾ ਦੂਜੇ ਦਾ ਨਾ ਭਰਮ ਹੋਇਆ ਇਹਨੂੰ ਵੀ ਦੋ। ਭਰਮ ਦਾ ਹੀ ਨਾਸ ਹੋਣਾ ਨਹੀਂ, ਹੋਰ ਕੀ ਹੈ? ਮਨ ਬੰਦੇ ਜਾਣੇ ਜੇ ਕੋਏ, ਜਾਣੇ ਜੇ ਕੋਈ। ਜੇ ਕੋਈ ਜਾਣ ਲਵੇ, ਜਾਣਨਾ ਚਾਹੁੰਦਾ ਹੈ ਤਾਂ ਮਨ ਦੇ ਵਿੱਚ ਹੀ ਹੈ, ਉਹ ਬਾਹਰ ਨਹੀਂ ਹੈ ਕਿਤੇ। ਪਰ ਜੋ ਬੋਲੇ ਸੋ ਆਪੇ ਹੋਏ। ਜਿਹੜਾ ਮਨ ਦੇ ਵਿੱਚ ਬੋਲਦਾ ਬਸ ਉਹੀ ਹੈ। ਮਨ ਦੇ ਵਿੱਚ ਤਾਂ ਹੈ ਕੀ ਹੈ, ਕਿਵੇਂ ਪਤਾ ਲੱਗੂ? ਕਹਾਂ ਸਵਾਲ ਰਹਿ ਗਿਆ ਨਾ ਹੁਣ। ਮਨ ਦੇ ਵਿੱਚ ਤਾਂ ਕਹਿਤਾ, ਲੱਭੂ ਕਿਵੇਂ ਕੀ ਚੀਜ਼ ਹੈ ਉਹ? ਜੋ ਬੋਲੇ, ਜੋ ਮਨ ਦੇ ਵਿੱਚ ਬੋਲ ਰਿਹਾ, ਅੰਤਰਾਤਮਾ ਦੀ ਆਵਾਜ਼ ਹੈ, ਆਤਮਾ ਦੇ ਵਿੱਚ ਬੋਲ ਰਿਹਾ। ਆਤਮਾ ਮਨ ਨੂੰ ਕਹਿੰਦੇ ਨੇ, ਇੱਥੇ ਵੀ ਸੁਣ ਲੈਣ ਵਿਦਵਾਨ। ਜੇ ਮਨ ਵਿੱਚ ਬੋਲਦਾ, ਆਤਮਾ ਦੇ ਵਿੱਚ ਬੋਲਦਾ। ਆਤਮਾ ਮਨ ਨੂੰ ਇਹ ਕਿਹਾ ਹੋਇਆ, ਅੰਤਰ ਆਤਮਾ ਦੀ ਆਵਾਜ਼, ਆਤਮਾ ਦੇ ਅੰਦਰਲੀ ਆਵਾਜ਼। ਮਨ ਦੇ ਅੰਦਰੋਂ ਆਵਾਜ਼ ਆਈ ਹੈ ਜੋ, ਉਹ ਆਵਾਜ਼ ਉਹ ਹੈ ਸ਼ਬਦ ਗੁਰੂ ਹੈ, ਹੋਰ ਨਹੀਂ ਕੁਛ ਹੈ। ਉਹੀ ਆਵਾਜ਼ ਹੈ, ਪਿੱਛੋਂ ਹੀ ਹੋਣੀ, ਔਰ ਕਿੱਥੋਂ ਹੋਣੀ ਹੈ? ਮਨ ਬੰਦਾ ਜਾਣੇ ਜੇ ਕੋਏ, ਜੋ ਬੋਲੇ ਸੋ ਆਪੇ ਜੋ ਹੋਏ। ਬੋਲੇ, ਜੋ ਆਵਾਜ਼ ਹੈ ਉਹੀ ਆ ਆਪ, ਜਿਹਨੂੰ ਆਪ ਕਿਹਾ ਹੋਇਆ ਨਾ। ਆਪ ਉਹ ਆਵਾਜ਼ ਨੂੰ ਆਪ ਕਿਹਾ ਹੈ, ਹੋਰ ਆਪ ਕੋਈ ਨਹੀਂ ਚੀਜ਼ ਹੈਗੀ ਆਪ। ਇਸੇ ਸ਼ਬਦ ਨੂੰ ਗੁਰੂ ਕਿਹਾ ਹੈ। ਇਹ ਸ਼ਬਦ ਗੁਰੂ ਹੈ, ਬਾਹਰ ਲਿਆ ਅੱਖਰ ਗੁਰੂ ਨਹੀਂ ਹਨ। ਇਹ ਅੱਖਰ ਨੇ, ਸ਼ਬਦ ਨਹੀਂ ਹੈ।
ਉਹ ਬੋਲਦਾ ਉਹ ਹੈ, ਉਧਰੋਂ ਬੋਲਦਾ ਉਹ ਬਾਣੀ ਹੈ ਤੁਰਕੀ। ਐਸ ਆਵਾਜ਼ ਨੂੰ ਤੁਰਕੀ ਬਾਣੀ ਕਿਹਾ ਨਾਨਕ ਨੇ। ਜੋ ਬੋਲੇ ਸੋ ਆਪੇ ਹੋਏ, ਉਹੀ ਆਪੇ। ਇਹ ਯਾਰ ਉਹ ਇੱਕੋ ਹੀ ਨੇ, ਹੁਣ ਦੋ ਨਹੀਂ ਹੁਣ। ਇਹ ਆਪੇ ਹੀ ਆ ਉਹ ਜਿਹੜਾ ਵੱਖਰਾ ਮੰਨਦਾ ਤਾਂ ਵੱਖਰਾ ਕਾਹਨੂੰ ਸੀ ਇਹ। ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ। ਔਰ ਉਹ ਤੂੰ ਔਰ ਉਹ ਦੋ ਤਾਂ ਹੈ ਹੀ ਨਹੀਂ, ਦੋ ਤਾਂ ਤੂੰ ਮੰਨਦਾ ਸੀ ਐਵੇਂ। ਜੋ ਬੋਲੇ ਸੋ ਆਪੇ ਹੋਏ, ਸੋ ਆਪੇ ਹੋਏ। ਆਪੇ ਹੀ ਉਹੀ ਆਪੇ ਬਣ ਜਾਂਦਾ ਹੈ। ਇੱਕ ਕਹਿੰਦਾ ਹੁਕਮੇ, ਇੱਕ ਹੋ ਗਿਆ ਸ਼ਬਦ ਹੈ ਬਸ। ਫਿਰ ਇਹ ਸ਼ਬਦ ਦੇ ਵਿੱਚ ਸਮਾ ਗਿਆ। ਜਦ ਇਹ ਆਪਣੇ ਮੂੜ 'ਚ ਸਮਾ ਗਿਆ, ਮੂੜ ਕੀ ਹੈ? ਸ਼ਬਦ ਹੈ। ਬਸ ਸ਼ਬਦ ਰਹਿ ਗਏ ਦੋਏ, ਨਾ ਸੂਰਜ ਰਿਹਾ ਨਾ ਰੋਸ਼ਨੀ ਰਹੀ। ਕੀ ਬਣ ਗਿਆ? ਸ਼ਬਦ। ਸ਼ਬਦ ਦੇ ਵਿੱਚੋਂ ਚਾਨਣ ਹੋ ਰਿਹਾ। ਜਿਹੜਾ ਚਾਨਣ ਦੁਨੀਆ ਨੂੰ ਇਹ ਚਾਨਣ ਮਿਲ ਰਿਹਾ ਕੀ ਹੈ? ਦੁਨੀਆ ਨੂੰ ਜੋ ਗਿਆਨ ਮਿਲ ਰਿਹਾ ਹੈ 84 ਲੱਖ ਜੂਨ ਨੂੰ ਉਸੇ ਸ਼ਬਦ ਚੋਂ ਗਿਆਨ ਮਿਲ ਰਿਹਾ। ਉਹ 84 ਲੱਖ ਜੂਨ ਦਾ ਹੀ ਗੁਰੂ ਹੈ ਸ਼ਬਦ। ਸਭ ਦੇ ਅੰਦਰ ਹੈ ਸ਼ਬਦ। ਪਰ ਜਿਹੜੀ ਕਲਾਸ 'ਚ ਕੋਈ ਬੈਠਾ ਉਸੇ ਕਲਾਸ ਦਾ ਗਿਆਨ ਮਿਲਦਾ ਹੈ। ਪੇੜ ਪੌਦਿਆਂ ਨੂੰ ਉਹਨਾਂ ਵਾਲਾ ਗਿਆਨ ਮਿਲਦਾ। ਕਲਾਸਾਂ ਅੱਡ ਅੱਡ ਨੇ ਨਾ। ਨਰਸਰੀ ਵਾਲਾ ਨੂੰ ਨਰਸਰੀ ਵਾਲਾ ਹੀ ਕੋਰਸ ਹੋਊਗਾ। ਪੜ੍ਹਾਉਣੇ ਵਾਲਾ ਤਾਂ ਇੱਕੋ ਹੀ ਹੈ, ਯੂਨੀਵਰਸਿਟੀ ਤਾਂ ਇੱਕੋ ਹੀ ਹੈ। ਉਹ ਜਿਹੜੀ ਅਵਸਥਾ 'ਚ ਉਹਦਾ ਗਿਆਨ ਉਹਨੂੰ ਹੋਈ ਜਾਂਦਾ। ਜਿਹੜੀ ਪੌੜੀ ਤੇ ਖੜਾ ਉਹਦਾ ਗਿਆਨ ਹੋਈ ਜਾਂਦਾ। ਆਦਮੀ ਦੀ ਪੌੜੀ ਆਖਰੀ ਪੌੜੀ ਹੈ। ਆਖਰੀ ਪੌੜੀ ਦਾ ਗਿਆਨ ਹੈ ਜਿਹੜਾ ਆਹ ਗਿਆਨ ਹੈ, ਆਖਰੀ ਪੌੜੀ ਦਾ। ਆਦਮੀ ਨੂੰ ਕਿਹੜਾ ਪਤਾ? ਇੰਨੀਆਂ ਬੱਤਾਂ ਨੇ, ਇਹ ਗੱਲ ਦਾ ਹੀ ਨਹੀਂ ਪਤਾ ਕਿਸੇ ਨੂੰ। ਆ ਜਿਹੜੀ ਇੱਥੇ ਕਬੀਰ ਨੇ ਗੱਲ ਕਹੀ ਹੈ, ਕਿਸੇ ਮੱਤ ਦੇ ਵਿੱਚ ਇਹ ਗੱਲ ਨਹੀਂ ਹੈ। ਬਥੇਰੇ ਬੱਤਾਂ ਨੇ ਸੰਸਾਰ ਦੀਆਂ, ਬਥੇਰੇ ਧਰਮ ਬੜੇ ਨੇ, ਬਥੇਰੇ ਗ੍ਰੰਥ ਲਿਖੇ ਨੇ। ਅਗਲੇ ਨਹੀਂ ਹੈ ਕਿਤੇ। ਜੇ ਬਾਲਾ ਫੇਰਦਾ ਸੀ ਇਹ ਗੱਲ ਦਾ ਗਿਆਨ ਨਹੀਂ ਸੀ ਹੋਣਾ ਬਾਲਾ ਵਾਲਿਆਂ ਨੂੰ। ਸੰਤਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈ। ਸਿੱਖਾਂ ਦੇ ਪ੍ਰਚਾਰ ਹੀ ਨਹੀਂ। 250 ਸਾਲ ਦਾ ਇਹ ਗੱਲ ਦਾ ਪ੍ਰਚਾਰ ਨਹੀਂ ਹੈ। ਟੀਕੇ ਵਾਲੇ ਨੇ ਕਿਸੇ ਨੇ ਗੱਲ ਨਹੀਂ ਲਿਖੀ ਵੀ ਇਹ ਗੱਲ ਕੀ ਹੈ। ਕਿਸੇ ਨੇ ਨਹੀਂ ਦੱਸੀ ਵੀ ਗੱਲ ਕੀ ਹੈ। ਲਿਖੀ ਹੋਈ ਹੈ। ਕਬੀਰ ਕਹਿੰਦਾ ਗੁਰਦੀਨੀ ਬਸ ਕਬੀਰ ਕੋ ਲੈਹੋ ਬਸ ਸੰਭਾਲ ਕਬੀਰ ਦੀ ਸੰਸਾਰ ਕੋ। ਕਹਿੰਦਾ ਮੈਂ ਸੰਸਾਰ ਨੂੰ ਦੇਤੀ ਪਰ ਲੈ ਜੋ ਸਮਸਤਕ ਭਾਗ। ਸਮਝ ਆਊ ਜਿਹਦੇ ਮੱਥੇ ਭਾਗ ਨੇ। ਇਹ ਗੱਲ ਸਮਝ ਨਹੀਂ ਆਈ ਕਿਸੇ ਦੇ ਵੀ। ਤਾਂ ਹੀ ਫਿਰਦੇ ਨੇ ਧੱਕੇ ਖਾਂਦੇ ਵਿਦਵਾਨ, ਇੱਕ ਦੂਜੇ ਵੱਜਦੇ ਫਿਰਦੇ ਨੇ ਨਾ। ਧੱਕੇ ਕਾਹਦੇ ਖਾਂਦੇ ਨੇ? ਆਹ ਗੱਲ ਨਹੀਂ ਸਮਝ ਆਈ ਹੋਈ। ਕਿੰਤੂ ਪ੍ਰੰਤੂ ਦਾ ਕਰੀ ਜਾਂਦੇ ਨੇ। ਆਹ ਗੱਲ ਨਹੀਂ ਖੋਜਦੇ ਨਹੀਂ ਬਾਣੀ 'ਚ ਕੀ ਲਿਖਿਆ ਹੋਇਆ। ਜੇ ਖੋਜ ਲੈਂਦੇ ਕਿੰਤੂ ਪ੍ਰੰਤੂ ਆਪੇ ਹਟ ਜਾਂਦਾ। ਹਾਂਜੀ। ਜੋਤ ਮੰਤਰ ਮਨ ਅਸਥਿਰ ਕਰੇ, ਕਹਿ ਕਬੀਰ ਸੋ ਪ੍ਰਾਣੀ ਤਰੇ। ਜੋਤ ਮੰਤਰ ਮਨ ਅਸਥਿਰ ਕਰੇ। ਜੋਤੀ ਦਾ ਮੰਤਰ ਹੈ ਜਿਹੜਾ। ਇਹ ਜੋਤ ਜੋ ਮੰਤਰ ਨਿਕਲਦਾ ਹੈ, ਇਹ ਮੰਤਰ ਜੋਤ ਵਿੱਚੋਂ ਪੈਦਾ। ਆਹੀ ਜੋਤ ਹੈ ਜਿਸ ਚੋਂ ਮੰਤਰ ਪੈਦਾ ਹੁੰਦਾ ਹੈ। ਇਹਦੇ ਵਿੱਚੋਂ ਹੀ ਉਗਦਾ ਹੈ। ਇੱਕ ਹੋਏ ਤਾਂ ਉਗਵੇ। ਕੀ ਉਗਵੇ? ਆ ਸ਼ਬਦ ਉਗਵੇ। ਬਾਣੀਓ ਪ੍ਰਗਟ ਹੁੰਦੀ ਹੈ। ਇਹਦੇ ਵਿੱਚੋਂ ਸ਼ਬਦ ਮੰਤਰੇ ਪ੍ਰਗਟ ਹੁੰਦਾ। ਗੁਰਬਾਣੀ ਇਸ ਅਵਸਥਾ 'ਚ ਪ੍ਰਗਟ ਹੁੰਦੀ ਹੈ। ਅੰਦਰ ਦੇ ਕਨੈਕਸ਼ਨ ਜੁੜ ਜਾਂਦਾ। ਤੁਰ ਅੰਦਰ ਤਾਂ ਜੁੜਿਆ ਹੀ ਹੋਇਆ ਕਨੈਕਸ਼ਨ। ਉਹਦੇ ਨਾਲ ਤਾਂ ਅੰਦਰਲੇ ਨਾਲ ਤਾਂ ਕਨੈਕਸ਼ਨ ਜੁੜੇ। ਅੰਦਰ ਕਨੈਕਸ਼ਨ ਹੈ ਅਸਲ 'ਚ। ਉਹ ਇਹਨੇ ਆਪ ਜੁੜਨਾ ਸੀ ਉਹਦੇ ਨਾਲ। ਜੀਵ ਨੇ ਆਪ ਨਹੀਂ ਜੁੜਿਆ। ਬਸ ਕਨੈਕਸ਼ਨ ਸਾਰਿਆਂ ਦੇ ਅੰਦਰ ਹੈ। ਉਹ ਸਤਿਗੁਰ ਤੇ ਖਾਲੀ ਕੋਈ ਨਹੀਂ। ਹੁਣ ਉੱਥੇ ਬਲਬ ਫਸਾਊਗਾ, ਹੋਲਡਰ ਹੈਗਾ ਤਾਂ ਹੀ ਚਾਨਣ ਹੋਊਗਾ। ਹੋਲਡਰ ਹੈਗਾ, ਬਿਜਲੀ ਵੀ ਆਉਂਦੀ ਹੈ, ਬਲਬ ਉੱਥੇ ਫਸਾਉਂਦਾ ਹੀ ਨਹੀਂ। ਚਾਨਣ ਕਿਵੇਂ ਹੋ ਜਾਵੇ? ਲਾਊਗਾ ਉੱਥੇ ਪਲੱਗ ਤਾਂ ਹੀ ਗਾਹਾਂ ਚੱਲੂ ਕੁਛ। ਉੱਥੇ ਨਹੀਂ ਪਲੱਗ ਲਾਉਂਦੇ, ਕਿਤੇ ਹੋਰੇ ਲਾਈ ਜਾਂਦੇ ਨੇ। ਕਿਸੇ ਦਾ ਮੂਰਤੀ ਨਾਲ ਲਾਇਆ, ਕਿਸੇ ਦਾ ਗੁਰੂ ਗ੍ਰੰਥ ਨਾਲ ਲਾਇਆ, ਕਿਸੇ ਦਾ ਕਿਤੇ ਲਾਇਆ, ਕਿਸੇ ਦਾ ਉੱਥੋਂ ਨਹੀਂ ਕੋਈ ਮਿਲਣੇ ਵਾਲਾ। ਪਲੱਗੇ ਹੋਰ ਤੋਂ ਫਸਾਈ ਫਿਰਦੇ ਨੇ। ਕੋਈ ਕਿਤੇ ਫਸਾਉਂਦਾ, ਕੋਈ ਕਿਤੇ ਫਸਾਉਂਦਾ। ਉਹ ਅੰਦਰ ਫਸਾਉਣਾ ਸੀ ਪਲੱਗ। ਇਹ ਸੁਰਤ ਅੰਦਰ ਜੋੜਨੀ ਸੀ, ਉੱਥੋਂ ਚਾਨਣ ਮਿਲਣਾ ਸੀ। ਬਾਹਰੋਂ ਨਹੀਂ ਮਿਲਦਾ ਕਿਤੋਂ ਵੀ। ਬਾਹਰ ਤਾਂ ਦੱਸਿਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਵੀ ਪਲੱਗ ਅੰਦਰ ਫਸਾਓ। ਤੁਸੀਂ ਇਹਦੇ ਨਾਲ ਫਸਾਈ ਫਿਰਦੇ ਹੋ।
ਇੱਥੋਂ ਕੀ ਮਿਲੂਗਾ? ਇਹ ਤਾਂ ਜਿਨ੍ਹਾਂ ਨੇ ਲਿਖਿਆ ਇਹਨੂੰ, ਜਿਨ੍ਹਾਂ ਨੇ ਜਿਲਦ ਬੰਨੀ, ਉਹਨਾਂ ਨੂੰ ਮਿਲ ਜਾਂਦਾ ਜੇ ਮਿਲਣਾ ਹੁੰਦਾ। ਉਹ ਪ੍ਰੈਸ ਵਾਲਿਆਂ ਨੂੰ ਮਿਲ ਜਾਂਦਾ, ਪ੍ਰੈਸ 'ਚ ਚਾਨਣ ਹੋ ਜਾਂਦਾ। ਇੱਥੋਂ ਨਹੀਂ ਕੁਝ ਮਿਲਣ ਵਾਲਾ। ਮਿਲਣ ਵਾਲਾ ਹੁੰਦਾ ਮਿਲ ਜਾਂਦਾ ਤੁਹਾਨੂੰ। ਉਹਦੇ ਰਾਤ 2:30 ਵਜੇ ਤੇ ਉੱਠ ਕੇ ਰਾਟ ਪਾਉਂਦੇ ਉੱਥੇ ਸਾਰੇ ਹੀ। ਮਿਲ ਜਾਂਦਾ ਕਿਸੇ ਨੂੰ ਤਾਂ ਮਿਲਦਾ ਹੀ। ਬਥੇਰੇ ਨੱਕ ਰਗੜਦੇ ਹੋ। ਏਦਾਂ ਨਹੀਂ ਮਿਲਣ ਵਾਲਾ ਕੁਝ ਵੀ। ਜੇ ਮਿਲਿਆ ਕੋਈ ਦੱਸੇ ਕਿਸੇ ਨੂੰ, ਮਿਲਣਾ ਹੀ ਨਹੀਂ ਹੈ। ਹੁਣ ਤੇ ਜੋਰ ਲਾ ਲਿਆ, ਹੋਰ ਲਾਈ ਜਾਣ ਜੋਰ। ਜੋਰ ਲਾਏ ਤੇ ਨਹੀਂ ਮਿਲਦਾ ਹੈ। ਗੁਰਬਾਣੀ ਨੂੰ ਮੰਨੇ ਤੇ ਮਿਲਦਾ। ਜੋਰ ਇਹ ਲਾਉਂਦੇ ਨੇ, ਮੰਨਦੇ ਨਹੀਂ ਹਨ। ਮਨ ਬੇਈਮਾਨ ਜੋ ਹੈ, ਮਨ ਤਾਂ ਬੇਈਮਾਨ ਹੈ। ਮੰਨੇ ਕਿਵੇਂ ਬਾਣੀ ਨੂੰ? ਗੁਰਬਾਣੀ ਨੂੰ ਮੰਨੇ ਤਾਂ ਗੱਲ ਹੋਰ ਹੋ ਜਾਏ। ਮੰਨਦਾ ਤਾਂ ਕੋਈ ਹੈ ਹੀ ਨਹੀਂ। ਦਿਖਾਵਾ ਕਰਨ ਲੱਗੇ ਹੋਏ ਨੇ 2-2 ਵਜੇ ਤੇ ਉੱਠ ਕੇ। ਐਵੇਂ ਦਿਖਾਵਾ, ਦੁੱਧ ਨਾ ਧੋ ਦੋ ਜੀ, ਉਹ ਕਰ ਲਓ ਜੀ, ਸੋਨੇ ਦੀ ਪਾਲਕੀ ਲਿਆਓ। ਇਹਦਾ ਦਿਖਾਵੇ ਦੀਆਂ ਗੱਲਾਂ ਨੇ। ਇਹਦਾ ਕਰਮ ਕਾਣਾ ਕੂਰ ਕਰਿਆ ਉਰਜਿਓ ਸਭ ਹੀ ਜਗ। ਦਸਮ ਪਾਤਸ਼ਾਹ ਕਹਿੰਦੇ ਸਭਈਏ ਅੰਮ੍ਰਿਤ ਅਧਿਆਨ 'ਚ ਲਿਖਿਆ ਹੋਇਆ ਹੈ। ਉਹ ਕੂਰ ਕਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸ੍ਰੀ ਭਗਵਾਨ ਤਾਂ ਅੰਦਰ ਹੈ ਤੁਹਾਡੇ। ਤੁਸੀਂ ਪਾਲਕੀਆਂ ਦੇ 2-2 ਵਜੇ ਲਿਆ ਕੇ ਧੋਈ ਜਾਂਦੇ ਹੋ। ਉਹਦੇ ਨਾਲ ਕੁਝ ਨਹੀਂ ਮਿਲਣਾ। ਉਹ ਵੀ ਕਰਦੇ ਸੀ, ਹਿੰਦੂ ਵੀ ਕਰਦੇ, ਤੁਸੀਂ ਵੀ ਕਰਨ ਲੱਗ ਗਏ। ਕੱਖ ਨਹੀਂ ਇਹਦੇ ਵਿੱਚ ਰੱਖਿਆ, ਨਾ ਕੋ ਮਿਲੇ। ਮਿਲ ਜਾਂਦਾ ਦਿਖਾਓ ਕੀ ਹੈ ਤੁਹਾਡੇ ਕੋਲ। ਜਿਹੜੇ 2-2 ਵਜੇ ਦੇ ਉੱਠਦੇ ਨੇ, ਬਥੇਰੇ ਪਹਿਲੇ ਰਿਟਾਇਰ ਹੋਏ ਬੈਠੇ ਨੇ, ਉਹ ਦਿਖਾ ਦੇਣ ਕੀ ਮਿਲਿਆ ਉਹਨਾਂ ਨੂੰ। ਇਹ ਕੂਰ ਕਰਿਆ ਸਾਰੀ। ਉਹਦੇ ਰਾਹੇ ਪੈ ਗਏ। ਮਾਇਆ ਵਾਲਾ ਰਸਤਾ ਸੀ, ਮਾਇਆ ਵਾਲਾ ਰਸਤਾ ਸੀ। ਮਾਇਆ ਬਥੇਰੀ ਆਉਂਦੀ ਹੈ, ਮਾਇਆ ਦੀ ਕੋਈ ਕਮੀ ਨਹੀਂ। ਇਹ ਰਸਤਾ ਮਾਇਆ ਵਾਲਾ ਹੈ। ਕੂਰ ਕਰਿਆ ਦਾ ਰਸਤਾ ਮਾਇਆ ਵਾਲਾ ਹੈ। ਮਾਇਆ ਬਥੇਰੀ ਚੜ੍ਹਦੀ ਹੈ। ਮਾਇਆ ਹੀ ਮਿਲਣੀ ਸੀ। ਇਹ ਰਸਤੇ 'ਚ ਮਾਇਆ ਮਿਲੂਗੀ ਸਿਰਫ, ਹੋਰ ਕੁਛ ਨਹੀਂ ਮਿਲਦਾ। ਨਾਮ ਨਹੀਂ ਮਿਲਦਾ ਹੁੰਦਾ। ਨਾਮ ਵਾਲਾ ਰਸਤਾ ਹੀ ਨਹੀਂ ਹੈ। ਇਹ ਮਾਇਆ ਵਾਲਾ ਰਸਤਾ ਹੈ। ਸੋਨੇ ਦੀਆਂ ਪਾਲਕੀਆਂ ਹੋਣੀਆਂ, ਹੀਰੇ ਜਵਾਹਰਾਤ, ਬੜੇ ਬੜੇ ਰੁਮਾਲੇ, ਮਾਇਆ ਦਾ ਰਸਤਾ ਹੈ। ਮਾਇਆ ਬਥੇਰੀ ਹੈ ਉੱਥੇ। ਮਾਇਆ ਹੈ ਵੀ, ਮਾਇਆ ਆਉਂਦੀ ਵੀ ਹੈ। ਇਹ ਦੁਨੀਆ ਨੂੰ ਪ੍ਰਭਾਵਿਤ ਕਰਦੀ ਹੈ। ਮਾਇਆ ਧਾਰੀਆਂ ਨੂੰ ਇਹ ਗੱਲਾਂ ਪ੍ਰਭਾਵਿਤ ਕਰਦੀਆਂ ਨੇ। ਉਹ ਮਾਇਆ ਚੜਾਈ ਜਾਂਦੇ ਨੇ। ਨਾ ਉਹਨਾਂ ਨੂੰ ਕੁਝ ਮਿਲਦਾ ਹੈ, ਨਾ ਇਹਨਾਂ ਨੂੰ ਕੁਝ ਮਿਲਦਾ। ਮਿਲਣ ਵਾਲੀ ਗੱਲ ਤਾਂ ਇੱਥੇ ਦੱਸੀ ਹੋਈ ਸੀ ਵੀ ਇਹ ਕੰਮ ਕਰਨੇ ਨਹੀਂ। ਜਿਹੜੇ ਕੰਮ ਇਹ ਕਰ ਰਹੇ ਨੇ ਉਹਦਾ ਹਟਾਏ ਹੋਏ ਨੇ ਗੁਰਬਾਣੀ 'ਚ। ਜਿਹੜੇ ਕੰਮ ਗੁਰਦੁਆਰਿਆਂ 'ਚ ਹੋ ਰਹੇ ਨੇ ਉਹ ਤਾਂ ਹਟਾਏ ਹੋਏ ਨੇ ਸਾਰੇ। ਇਹ ਸਮਾਂ ਉਹ ਕਰੀ ਜਾਂਦੇ ਨੇ। ਗੁਰੂ ਤੋਂ ਤਾਂ ਬੇਵਕੂਫ ਹੋਏ ਹੋਏ ਨੇ। ਗੁਰੂ ਦੀ ਗੱਲ ਸੁਣਦੇ ਨੇ ਕਿਤੇ, ਉਹ ਰੌਲਾ ਪਾਈ ਜਾਂਦੇ ਨੇ। ਗੁਰੂ ਸ਼ਬਦ ਗੁਰੂ, ਸ਼ਬਦ ਗੁਰੂ। ਗੱਲ ਦੱਸੋ ਕਿਹੜੀ ਮੰਨਦੇ ਹੋ ਇਹਦੀ? ਗੁਰਬਾਣੀ ਦੀ ਤਾਂ ਇੱਕ ਗੱਲ ਨਹੀਂ ਮੰਨਦੇ ਤੁਸੀਂ। ਭਾਲਦੇ ਫਿਰ ਕੀ ਹੋ ਇੱਥੋਂ? ਹਾਂ, ਮਾਇਆ ਭਾਲਦੇ ਸੀ ਤੁਸੀਂ, ਮਾਇਆ ਤੁਹਾਨੂੰ ਮਿਲ ਗਈ। ਇਹੀ ਮਿਲੂਗੀ, ਹੋਰ ਨਹੀਂ ਕੋਈ ਮਿਲਦਾ। ਮਾਇਆ ਮਿਲੂ ਜਾਂ ਲੜਾਈ ਮਿਲੂ, ਵਿੱਚੋਂ ਕਲੇਸ਼ ਮਿਲੂ। ਮਾਇਆ ਔਰ ਕਲੇਸ਼ ਦੋ। ਜਿੱਥੇ ਮਾਇਆ ਉੱਥੇ ਕਲੇਸ਼ ਵੀ ਹੈ। ਜਿੱਥੇ ਮਾਇਆ ਹੈ ਉੱਥੇ ਕਲੇਸ਼ ਵੀ ਹੈ। ਤੀਰਮਲ ਦਾ ਕਲੇਸ਼ ਕਾਹਦਾ ਸੀ? ਮਾਇਆ ਦਾ। ਉਹ ਗੁਰੂ ਸਾਹਿਬ ਕਹਿੰਦੇ ਭਾਈ ਤੂੰ ਮਾਇਆ ਰੱਖ ਲੈ, ਅਸੀਂ ਤੂੰ ਛੱਡੇ ਜਾਂਦੇ, ਤੂੰ ਲੈ ਲੈ ਚੜਾਵਾ ਸਾਰਾ। ਮਾਇਆ ਦਾ ਕਲੇਸ਼ ਤਾਂ ਛੱਡ ਜਾਂਦੇ ਹੁੰਦੇ ਨੇ ਗੁਰਮੁਖ। ਮਾਇਆ ਜਿਹੜੀ ਪੈਦੇ ਹੁੰਦੇ ਉਹ ਤੀਰਮਲ ਨੂੰ ਛੱਡ ਕੇ ਵੀ ਤੂੰ ਲੈ ਲੈ ਚੜਾਵਾ। ਇੱਥੇ ਮਾਇਆ ਸਾਨੂੰ ਨਹੀਂ ਚਾਹੀਦੀ। ਮਾਇਆ ਆਪੇ ਆਉਂਦੀ ਸੀ ਗੁਰੂ ਘਰ ਨੂੰ। ਉਹ ਕਿਹੜਾ ਮੰਗਦੇ ਸੀ ਕਿਸੇ ਤੇ। ਉਹ ਪਖੰਡ ਨਹੀਂ ਸੀ ਕਰਦੇ ਮਾਇਆ ਖਾਤਰ ਕੋਈ ਵੀ। ਪਰ ਸੀ ਲੰਗਰ ਆਉਂਦੀ ਸੀ, ਲੰਗਰ ਪਾਣੀ ਚੱਲਦਾ ਸੀ। ਉਹ ਸੰਗਤ ਮਾਇਆ ਲੈ ਆਉਂਦੀ ਸੀ। ਉਹ ਕਿਹੜਾ ਕਿਸੇ ਨੂੰ ਕਹਿੰਦੇ ਤੇ ਵੀ ਲੈ ਕੇ ਆਓ। ਆਪੇ ਲੈ ਆਉਂਦੇ ਸੀ, ਆਪੇ ਲੰਗਰ ਚਲਾਈ ਜਾਂਦੇ ਸੀ। ਕੋਈ ਬਸਤਾ ਲਾਇਆ, ਕੋਈ ਕੁਛ ਲਾਇਆ। ਉਹਨਾਂ ਨੂੰ ਇਹ ਹੋ ਗਿਆ ਵੀ ਇਹ, ਉਹ ਕਹਿੰਦੇ ਤੁਸੀਂ ਲੈ ਲਓ ਭਾਈ, ਅਸੀਂ ਨਹੀਂ, ਸਾਨੂੰ ਨਹੀਂ ਚਾਹੀਦੇ। ਉਹਨਾਂ ਨੂੰ ਕਦੇ ਲੋੜ ਸੀ ਇਹਨਾਂ ਗੱਲਾਂ ਦੀ। ਹੁਣ ਲੈ ਆਉਂਦੇ ਸੀਗੇ, ਹਟਾਉਂਦੇ ਵੀ ਨਹੀਂ ਸੀ। ਉਹ ਉਹਨਾਂ ਨੂੰ ਗਰੀਬ ਗੁਰਬੇ ਜਿਹੜੇ ਸੇਵਾ ਕਰਦੇ ਤੇ ਉਹਨਾਂ ਨੂੰ ਵੰਡ ਦਿੰਦੇ ਸੀ। ਵੰਡ ਛਕਣ ਵਾਲੀ ਗੱਲ। ਉਹ ਜਿਹੜੇ ਹੁਣ ਉੱਥੇ ਸੇਵਾ ਕਰਦੇ ਸੀ ਉਹਨਾਂ ਨੂੰ ਵਰਤਾ ਦਿੰਦੇ ਸੀ ਵੀ ਭਾਈ ਲਓ। ਉਹਨਾਂ ਖਾਤਰ ਸੰਗਤ ਲਿਆਉਂਦੀ ਸੀ ਵੀ ਇਹ ਹੁਣ ਸੇਵਾ ਕਰਦੇ ਨੇ ਇੱਥੇ, ਇਹਨਾਂ ਦਾ ਤਾਂ ਕਿਦੋਂ ਖਰਚਾ ਚੱਲਣਾ ਹੀ ਚਾਹੀਦਾ। ਜਿਹੜਾ ਚਲੋ ਸਰਦਾ ਆਦਮੀ ਹੁੰਦਾ ਜਿਹਦੇ ਕੋਲ ਹੁੰਦੇ ਨੇ, ਉਹ ਕਹਿੰਦਾ ਚੱਲ ਮੇਰੀ ਮਾਇਆ ਹੀ ਲੇਖੇ ਲੱਗ ਜੂ, ਉਹ ਤਾਂ ਮੇਰੇ ਤੇ ਕੁਛ ਹੁੰਦਾ ਨਹੀਂ, ਉਹ ਤਾਂ ਮੈਂ ਕਰ ਨਹੀਂ ਸਕਦਾ, ਕਾਰੋਬਾਰ ਦੇ ਵਿੱਚ ਉਲਝਿਆ ਹੋਇਆ, ਚੱਲ ਆਹੀ ਮੈਂ ਕਰਦਾ, ਸੇਵਾ ਹੀ ਕਰਦਾ। ਉਸ ਦਾਇਰੇ ਤੱਕ ਤਾਂ ਗੱਲ ਠੀਕ ਹੈ। ਉਸ ਦਾਇਰੇ ਤੱਕ ਇਹ ਗੱਲ ਚਾਹੀਦੀ ਹੈ, ਉਦੋਂ ਗਾਹਾਂ ਨਹੀਂ ਚਾਹੀਦੀ।
ਜਦੋਂ ਤੋਂ ਗਾਹਾਂ ਵੱਜ ਜਾਂਦੀ ਹੈ ਫਿਰ ਗੱਲ ਫਿਰ ਜਮਾਂ ਹੀ ਫਿਰ ਮੁੱਦਾ ਜਿਹੜਾ ਸੀ ਸਾਡਾ ਗੁਰਮਤ ਵਾਲਾ ਮੁੱਦਾ ਖਤਮ ਹੋ ਗਿਆ, ਮਾਇਆ ਹੀ ਮਾਇਆ ਰਹਿ ਗਈ। ਅਸੀਂ ਤਾਂ ਮੁੱਦਾ ਹੀ ਛੱਡਤਾ, ਗਿਆਨ ਵਾਲਾ ਮੁੱਦਾ ਹੀ ਛੱਡਤਾ। ਹਾਂਜੀ, ਜੋਤ ਮੰਤਰ ਮਨ ਅਸਥਿਰ ਕਰੇ, ਕਹਿ ਕਬੀਰ ਸੋ ਪ੍ਰਾਣੀ ਧਰੈ। ਜੋਤ ਵਿੱਚੋਂ ਜਿਹੜਾ ਹੁਣ ਮੰਤਰ ਆਉਣਾ ਨਾ, ਸ਼ਬਦ ਆਉਣਾ, ਜੋਤ ਵਿੱਚੋਂ ਹੀ ਆਉਣੀ ਹੈ ਨਾ ਬਾਣੀ ਤੁਰ ਕੇ, ਇਹ ਮਨ ਨੂੰ ਥਿਰ ਕਰੂ। ਮਨ ਅਸਥਿਰ ਕਰ, ਆਹ ਸਿਰੇ ਲਫ਼ਜ਼ ਆਊਗਾ। ਜਿੰਨਾ ਚਿਰ ਸਰੀਰ ਹੈ ਥਿਰ ਨੂੰ ਅਸਥਿਰ ਕਹਿੰਦੇ ਨੇ। ਜਿੰਨਾ ਚਿਰ ਧਰਤੀ ਦੇ ਉੱਤੇ ਖੜਾ ਪੈਰ ਲੈ ਕੇ ਉਹਨਾਂ ਚਿਰ ਥਿਰ ਨਹੀਂ ਲਫ਼ਜ਼ ਆ ਸਕਦਾ, ਅਸਥਿਰੇ ਆਊ। ਜੋਤ ਦਾ ਮੰਤਰ ਹੈ, ਮਨ ਨੂੰ ਟਿਕਾ ਦਿੰਦਾ। ਮਨ ਟਿਕ ਗਿਆ, ਧਰਤੀ ਘੁੰਮਦੀ ਹੈ ਉੱਤੇ ਹੀ ਖੜਾ ਹੈ। ਧਰਤੀ ਤਾਂ ਘੁੰਮਦੀ ਹੈ ਨਾ, ਤੇ ਸਰੀਰ ਤੋਂ ਤਾਂ ਬਾਹਰ ਜਾ ਨਹੀਂ ਸਕਦਾ। ਸਰੀਰ ਹੀ ਨਹੀਂ ਥਿਰ ਹੈਗਾ, ਆਪ ਥਿਰ ਹੈ। ਮਨ ਨਹੀਂ ਡੋਲਦਾ, ਸਰੀਰ ਪਿਆ ਕਿਤੇ ਜਾਵੇ। ਸਮਝਿਆ ਜੀ? ਮਨ ਅਸਥਿਰ ਕਰੇ, ਕਹਿ ਕਬੀਰ ਸੋ ਪ੍ਰਾਣੀ ਧਰੈ। ਕਈ ਕਬੀਰ ਸੋ ਪ੍ਰਾਣੀ ਧਰੈ। ਜਦੋਂ ਮਨ ਨੂੰ ਟਿਕਾ ਲੈਂਦਾ ਉਹ ਇਸ ਤਰੀਕੇ ਨਾਲ, ਮਨ ਦੇ ਅੰਦਰਲੀ ਆਵਾਜ਼ ਨਾਲ ਟਿਕਾਉਂਦਾ, ਅੰਤਰਾਤਮਾ ਦੀ ਆਵਾਜ਼ ਨਾਲ ਮਨ ਨੂੰ ਟਿਕਾਉਂਦਾ, ਜਦ ਉਹ ਪ੍ਰਾਣੀ ਧਰ ਜਾਂਦਾ। ਕੋਟ ਸੂਰ ਜਾ ਕੇ ਪ੍ਰਗਾਸ, ਕੋਟ ਮਹਾਦੇਵ ਅਰ ਕਵੀ ਲਾਸ। ਔਰ ਕਬਲਾਸ ਫਿਰ ਕੀ ਹੁੰਦਾ? ਜਦੋਂ ਮਨ ਥਿਰ ਹੋ ਜਾਂਦਾ ਅੰਤਰਾਤਮਾ ਨਾਲ, ਫਿਰ ਕੀ ਹੈ? ਕਰੋੜਾਂ ਸੂਰਜਾ ਜਿੰਨਾ ਪ੍ਰਕਾਸ਼ ਉਹਦੇ ਅੰਦਰ ਹੋ ਜਾਂਦਾ, ਐਂ ਕਹਿੰਦੇ ਨੇ। ਉਹ ਸੂਰਜ ਕਾਹਨੂੰ ਹੁੰਦੇ ਨੇ? ਆਪਣੇ ਆਪ ਨੂੰ ਵਿਦਵਾਨ ਸੂਰਜ ਸਮਝਦੇ ਨੇ, ਬੜੇ ਗਿਆਨਵਾਨ। ਜਿਹੜੇ ਬਹੁਤੇ ਗਿਆਨਵਾਨ ਨੇ ਨਾ, ਉਹ ਜਿਵੇਂ ਸੀਗਾ ਵੇਦਾਂਤੀਆਂ ਦਾ ਦਿਆਨੰਦ ਵਰਗੇ ਸੂਰਜ ਸਮਝਦੇ ਨੇ ਆਪਣੇ ਆਪ ਨੂੰ। ਇਹ ਜੇ ਕਰੋੜਾਂ ਸੂਰਜਾ ਜਿੰਨਾ ਪ੍ਰਕਾਸ਼ ਹੋ ਜਾਂਦਾ। ਦਿਆਨੰਦ ਗੁਰੂ ਨਾਨਕ ਨੂੰ ਅਨਪੜ੍ਹ ਸਮਝਦਾ, ਅਖੇ ਉਹਨੂੰ ਉਹ ਨਹੀਂ ਸੀ ਹੁੰਦੀ ਸੰਸਕ੍ਰਿਤ। ਕਬੀਰ ਦੀ ਬਾਣੀ ਨੂੰ ਗੁਰੂ ਨਾਨਕ ਨੇ ਅਰਥਾਇਆ, ਦਿਆਨੰਦ ਅਰਥਾ ਦਿੰਦਾ ਕਬੀਰ ਨੂੰ, ਫਿਰ ਮੰਨ ਲੈਂਦੇ ਉਹਨੂੰ ਕੁਛ। ਗੁਰਬਾਣੀ ਦਾ ਕੋਈ ਕਬੀਰ ਦੀ ਬਾਣੀ ਦੇ ਅਰਥ ਕਰਕੇ ਦੱਸ ਦਿੰਦਾ, ਫਿਰ ਮੰਨਦੇ। ਉਹ ਜਿਹਦਾ ਨਾਂ ਹੈ ਵੇਦਾਂਤ ਹੈ, ਵੇਦਾਂਤ ਹੈ ਜਿਹਦੇ ਵੇਦ ਦਾ, ਜਿਹਦੇ ਗਿਆਨ ਦਾ ਅੰਤ ਹੈ। ਵੇਦਾਂਤ ਦਾ ਮਤਲਬ ਹੈ ਅੰਤ ਹੈ, ਉਸ ਗਿਆਨ ਦਾ ਅੰਤ ਹੈ। ਉਹਨੇ ਅੰਤ ਪਾ ਲਿਆ ਵੇਦ ਦਾ। ਗੁਰਬਾਣੀ ਕੀ ਕਹਿੰਦੀ? ਅੰਤ ਕੋ ਪਾਵਨ ਜੋਗ ਹੈ, ਆਏ ਸੋ ਅੰਤ ਗਵਾਏ। ਸਾਰਾ ਕੁਝ ਗਵਾ ਕੇ ਬਹਿ ਗਿਆ, ਕੱਖ ਨਹੀਂ ਰਿਹਾ ਪੱਲੇ ਉਹਦੇ। ਹੁਣ ਉਹਦੇ ਨਾਂ ਦੇ ਕੀ ਹਸਪਤਾਲ ਨੇ? ਹਸਪਤਾਲ ਸਰੀਰ ਦਾ ਇਲਾਜ ਹੈ ਉੱਥੇ। ਇਹਦਾ ਮਤਲਬ ਮਾਇਆਧਾਰੀ ਸੀ ਉਹ, ਸਰੀਰ ਤੇ ਗਾਹਾਂ ਨਹੀਂ ਗਿਆ, ਆਤਮਾ ਤੱਕ ਪਹੁੰਚਿਆ ਹੀ ਨਹੀਂ ਹੈ ਉਹ। ਜਿਹੜੇ ਬੰਦੇ ਹਸਪਤਾਲ ਬਣਾਉਂਦੇ ਨੇ, ਇਹਦਾ ਮਤਲਬ ਸਰੀਰ ਤੋਂ ਗਾਹਾਂ ਗਏ ਹੀ ਨਹੀਂ ਉਹ। ਉਹਨਾਂ ਨੇ ਮਾਇਆ ਤੋਂ ਗਾਹਾਂ ਦੇਖਿਆ ਹੀ ਕੱਖ ਨਹੀਂ। ਜੇ ਮਾਇਆ ਤੋਂ ਗਾਹਾਂ ਦੇਖ ਲੈਂਦੇ, ਕਿਸੇ ਭਗਤ ਨੇ ਹਸਪਤਾਲ ਨਹੀਂ ਬਣਾਇਆ, ਕਿਸੇ ਗੁਰੂ ਨੇ ਹਸਪਤਾਲ ਨਹੀਂ ਬਣਾਇਆ। ਉਹ ਅਲੱਗ ਗੱਲ ਹੈ ਵੀ ਕਿਤੇ ਜ਼ਿਆਦਾ ਕੋਈ ਇਹੋ ਜਿਹੀ ਗੱਲ ਹੋ ਗਈ, ਬਿਮਾਰੀ ਬਮੂਰੀ ਕੋਈ ਦਵਾਈ ਆ, ਚਲੋ ਬਈ ਉਹ ਵੀ ਦੇ ਆਏ ਜਾ ਕੇ ਵਿੱਚ ਪਬਲਿਕ ਨੂੰ ਦਵਾਈ। ਪਰ ਨਾਮ ਦਾਰੂ ਇਹ ਰੱਖੀ ਹੈ ਉਹਨਾਂ ਨੇ। ਉਹਨਾਂ ਦਾ ਕੀ ਸੀ? ਸੰਸਾਰ ਰੋਗੀ ਨਾਮ ਦਾਰੂ। ਉਹਨਾਂ ਨੇ ਆਤਮਾ ਦਾ ਇਲਾਜ ਕੀਤਾ, ਸਰੀਰ ਦਾ ਇਲਾਜ ਨਹੀਂ ਕੀਤਾ। ਸਰੀਰ ਦੇ ਦੁੱਖ ਨੂੰ ਦਾਰੂ ਮੰਨੇ। ਜਿਹੜਾ ਸਰੀਰ ਦੇ ਦੁੱਖ ਨੂੰ ਦਾਰੂ ਮੰਨਦਾ, ਉਹਨੂੰ ਹਸਪਤਾਲ ਦੀ ਲੋੜ ਨਹੀਂ ਹੁੰਦੀ। ਜਿਹੜਾ ਹਸਪਤਾਲ ਖੋਲਦਾ ਉਹ ਬੰਦਾ ਮਾਇਆ ਤੱਕ ਸੀਮਤ ਹੈ, ਮਾਇਆ ਤੱਕੇ ਖੜਾ ਹੈ। ਅਜੋਸ਼ੀ ਵੀ ਉੱਥੇ ਖੜਾ ਸੀ ਮਾਇਆ ਤੱਕੇ। ਸਾਰੇ ਮਾਇਆ ਤੱਕੇ ਨੇ। ਜੇ ਮਾਇਆ ਦਾ ਕੰਮ ਕਰੂਗਾ, ਮਾਇਆ ਹੋਊਗੀ ਵੀ। ਉਹਨੇ ਪ੍ਰਪੰਚ ਰਚਣਾ ਹੁੰਦਾ, ਉਹ ਕਬਲਾ ਕਰਨਾ ਹੁੰਦਾ, ਪ੍ਰਪੰਚ ਰਚ ਕੇ ਕਬਲਾ ਕਰਨਾ ਹੁੰਦਾ। ਇਹ ਲੋਕ ਕਬਲੇ ਵੀ ਕਰਦੇ ਨੇ। ਜੇ ਨਹੀਂ ਕਰਦੇ ਕਬਲੇ ਤਾਂ ਜੇਬਾਂ ਜਿਹੜੇ ਰੋਡ ਪਏ ਰਹਿੰਦੇ ਨੇ, ਉਹਨਾਂ ਦਾ ਇਹਨਾਂ ਨੂੰ ਨਸ਼ਾ ਰਹਿੰਦਾ। ਥੱਲੇ ਗੱਡੀਆਂ ਰਹਿੰਦੀਆਂ ਨੇ। ਸੰਸਾਰ ਦੇ ਲੋਕਾਂ ਦੀ ਜੈਕਾਰ ਰਹਿੰਦੀ ਹੈ, ਬਸ ਆਹੀ ਨਸ਼ਾ ਹੁੰਦਾ ਇਹਨਾਂ ਨੂੰ, ਹੋਰ ਨਹੀਂ ਕੁਛ। ਸੰਸਾਰ ਦੇ ਜਸ ਦਾ ਨਸ਼ਾ,
ਇਹ ਸੰਸਾਰ ਦੀ ਮਾਇਆ ਦਾ ਨਸ਼ਾ। ਦੋ ਚੀਜ਼ਾਂ ਦੇ ਨਸ਼ੇ 'ਚ ਸਾਰੀ ਜ਼ਿੰਦਗੀ ਖਤਮ ਕਰ ਲੈਂਦੇ ਨੇ ਲੋਕ। ਦੁਨੀਆ ਦੀ ਵਡਿਆਈ, ਇਹ ਮਾਇਆ ਦਾ ਨਸ਼ਾ। ਦੋ ਚੀਜ਼ਾਂ ਦੇ ਵਿੱਚ ਜ਼ਿੰਦਗੀ ਇਹਨਾਂ ਦੀ ਖਤਮ ਹੁੰਦੀ ਹੈ, ਸੰਤਾਂ ਦੀ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਖਤਮ ਜੀਵਨ। ਆਹ ਚੀਜ਼ ਨਹੀਂ ਮਿਲਦੀ ਇਹਨਾਂ ਨੂੰ। ਕੋਟ ਸੂਰਜ ਜੀਵਨ ਮੁਕਤ, ਹਾਂ, ਕੋਟ ਸੂਰਜ ਦਾ ਪ੍ਰਕਾਸ਼ ਨਹੀਂ ਮਿਲਦਾ ਇਹਨਾਂ ਨੂੰ, ਬਿਲਕੁਲ ਰੋਸ਼ਨੀ ਨਹੀਂ ਹੁੰਦੀ ਅੰਦਰ। ਕਰੋੜ ਸੂਰਜ ਦਾ ਪ੍ਰਕਾਸ਼ ਨਹੀਂ ਹੁੰਦਾ। ਕੁਛ ਲੋਕ ਇਹ ਕਹਿੰਦੇ ਨੇ ਵੀ ਇੱਕ ਆਦਮੀ ਨੂੰ ਇੰਨਾ ਗਿਆਨ ਨਹੀਂ ਹੋ ਸਕਦਾ, ਕਿਸੇ ਆਦਮੀ ਨੂੰ ਇੰਨਾ ਗਿਆਨ ਹੋ ਹੀ ਨਹੀਂ ਸਕਦਾ। ਕੋਟ ਸੂਰਜ ਜਾ ਕੇ ਪ੍ਰਕਾਸ਼ ਲਿਖਿਆ ਨਾ, ਕੋਈ ਪੋਸੀਬਲ ਬਣ ਲੂਗਾ ਇੰਨਾ ਗਿਆਨ ਇੱਕ ਆਦਮੀ ਨੂੰ ਹੋ ਜਾਵੇ, ਪਰ ਇਹ ਹੋ ਜਾਂਦਾ ਹੈ। ਗੁਰਮੁਖਾਂ ਦੇ ਅੰਦਰ ਸੀ ਹੋਇਆ ਹੋਇਆ। ਉਹ ਸਾਡੇ ਪੱਲੇ ਕੱਖ ਨਹੀਂ ਹੈ। ਮੈਨੂੰ ਕਹਿਣ ਲੱਗੇ ਵੀ ਇਹਨਾਂ ਆਦਮੀ ਨੂੰ ਗਿਆਨ ਨਹੀਂ ਹੋ ਸਕਦਾ। ਸਾਨੂੰ ਤਾਂ ਪਤਾ ਹੀ ਕੱਖ ਨਹੀਂ ਹੈ। ਕਿੱਥੇ ਇਹ ਭਗਤ, ਕਿੱਥੇ ਅਸੀਂ? ਕੁਛ ਵੀ ਨਹੀਂ, ਜਿਹਨੂੰ ਐਵੇਂ ਬਬੂਲੀ ਕਣਕੇ ਦਾ ਪਤਾ ਲੱਗਿਆ, ਔਰ ਉਹ ਵੀ ਪੂਰਾ ਨਹੀਂ ਪਤਾ ਲੱਗਿਆ ਗੁਰਬਾਣੀ ਦਾ, ਉਹਨਾਂ ਨੂੰ ਇਹ ਕਹਿਣ ਲੱਗੇ। ਤਾਂ ਕਬੀਰ ਕਿੱਥੇ ਖੜਾ ਹੈ, ਗੁਰੂ ਨਾਨਕ ਕਿੱਥੇ ਖੜਾ ਹੈ? ਉਹ ਕਿੱਥੇ ਸੀ? ਉਹ ਕੋਟ ਸੂਰਜ ਦਾ ਪ੍ਰਕਾਸ਼ ਸੀ ਉਹਨਾਂ ਕੋਲ। ਇਹਦਾ ਛੇਤੀ ਔਖਾਂ ਬੀਜ ਜਾਂਦੇ ਨੇ ਕਬੂਤਰ ਮੋਹ ਵਿਦਵਾਨਤ, ਇਹਨਾਂ ਕੋਲ ਕੁਝ ਨਹੀਂ ਹੁੰਦਾ। ਕਬੀਰ ਕਹਿ ਰਿਹਾ ਕੋਟ ਸੂਰਜ ਜਾ ਕੇ ਪ੍ਰਕਾਸ਼। ਕਬੀਰ ਨੂੰ ਵੀ ਕਰੋੜ ਸੂਰਜ ਦਾ ਪ੍ਰਕਾਸ਼ ਲੱਗਦਾ ਹੈ, ਕਿਉਂ? ਜਿਹੜੀਆਂ ਕਿਤਾਬਾਂ ਕਬੀਰ ਨੇ ਪੜ੍ਹੀਆਂ ਨੇ, ਜਦ ਪੜ੍ਹੀਆਂ ਕਪਾਟ ਖੁੱਲ ਗਏ। ਪਹਿਲਾਂ ਤਾਂ ਮਾਲਾ ਹੀ ਫਿਰਦਾ ਸੀ, ਜਾਂ ਕਪਾਟ ਖੁੱਲੇ ਤਾਂ ਕਹਿੰਦਾ। ਜਾਂ ਕਪਾਟ ਖੁੱਲ ਗਏ ਨਾ, ਉਹਨਾਂ ਨੇ ਉਹ ਗਿਆਨ ਨੇ ਕਪਾਟ ਖੋਲਦੇ, ਫੇਰ ਕਹਿੰਦਾ ਇਹਦਾ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਸੀ ਉਹ ਆਦਮੀ ਦੇ ਅੰਦਰ, ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਨੇ, ਜਿਹੜੇ ਕੁਝ ਲਿਖਿਆ। ਕੋਟ ਸੂਰਜ ਜਾ ਕੇ ਪ੍ਰਗਾਸ, ਕੋਟ ਮਹਾਦੇਵ ਹਰ ਕਬਲਾਸ। ਐ ਮਹਾਦੇਵ ਵਰਗੇ ਦਾ ਕਰੋੜਾਂ, ਕਬਲਾਸ ਵਰਗੇ ਕਰੋੜਾਂ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਕੱਲਾ ਹੀ ਕਰੋੜਾਂ ਵਰਗਾ, ਕੱਲਾ ਹੀ ਕਰੋੜਾਂ ਸ਼ਿਵਜੀਆਂ ਵਰਗਾ, ਜਿਹੜੇ ਸ਼ਿਵਜੀ ਦੇ ਭਗਤ ਤੁਰੇ ਫਿਰਦੇ ਨੇ। ਸਮਝਿਆ ਨਹੀਂ? ਕਰੋੜਾਂ ਸ਼ਿਵਜੀਆਂ ਵਰਗਾ ਕੱਲੇ ਕੋਲੇ ਗਿਆਨ ਹੈ ਉਹਦੇ ਕੋਲ। ਕਰੋੜਾਂ ਸ਼ਿਵਜੀ ਨਹੀਂ ਮੁਕਾਬਲਾ ਕਰ ਸਕਦੇ। ਕੋਟ ਮਹਾਦੇਵ ਹਰ ਕਬਲਾਸ, ਔਰ ਕਬਲਾਸ। ਕਬਲਾਸ ਕਹਿੰਦੇ ਨੇ ਜਿਹੜਾ ਬਹੁਤ ਉੱਚੇ ਗਿਆਨ ਦਾ, ਕੈਲਾਸ਼ ਪਰਬਤ ਸਭ ਤੋਂ ਉੱਚਾ ਹੈ ਨਾ। ਅਸਲ 'ਚ ਕੈਲਾਸ਼ ਕਹਿੰਦੇ ਨੇ ਜਿਹਦਾ ਗਿਆਨ ਸਭ ਤੋਂ ਵੱਡਾ ਹੋਵੇ, ਗਿਆਨਵਾਨ ਦਾ ਹੀ ਨਾਮ ਕੈਲਾਸ਼ ਹੈ ਅਸਲ 'ਚ। ਕੈਲਾਸ਼, ਆਹੋ, ਕਬਿਲਾਸ ਹੈ ਨਾ। ਕਵਿਤਾ ਵਾਲੇ ਜਿਹੜੇ ਲੋਕ ਨੇ ਉਹ ਗਿਆਨਵਾਨ ਹੁੰਦੇ ਨੇ। ਕੈਲਾਸ਼ ਨਹੀਂ, ਕਬਿਲਾਸ ਹੈ। ਕਬਿਲਾਸ, ਆਹੋ, ਕਵੀ ਜਿਹੜੇ ਲਿਖਦੇ ਨੇ ਕਵਿਤਾ, ਬੜੇ ਬੜੇ ਗਿਆਨਵਾਨ ਹੁੰਦੇ ਨੇ। ਉਹਨਾਂ ਨੇ ਗ੍ਰੰਥ ਲਿਖੇ ਨੇ, ਸਿਮਰਤੀਆਂ ਲਿਖੀਆਂ ਨੇ, ਸ਼ਾਸਤਰ ਲਿਖਦੇ ਨੇ, ਗਿਆਨਵਾਨ ਹੁੰਦੇ ਨੇ ਉਹ ਬਹੁਤ। ਦੇਖੋ ਨਾ, ਤੁਲਸੀਦਾਸ ਨੇ ਰਾਮਾਇਣ ਲਿਖੀ ਹੈ ਨਾ। ਤੁਲਸੀਦਾਸ ਨੂੰ ਛੱਡੋ ਤੁਸੀਂ, ਉਹ ਤਾਂ ਬਹੁਤ ਥਰਡ ਕਲਾਸ ਆਦਮੀ ਹੈ। ਤੁਲਸੀਦਾਸ ਦਾ ਕੁਝ ਵੀ ਨਹੀਂ। ਬਾਲਮੀਕ ਨੇ ਰਾਮਾਇਣ ਲਿਖੀ ਹੈ ਨਾ। ਬਾਲਮੀਕ ਨੇ ਰਾਮਾਇਣ, ਬਾਲਮੀਕ ਦੀ ਰਾਮਾਇਣ ਨੂੰ ਦਸਮ ਪਾਤਸ਼ਾਹ ਨੇ ਬਾਲਮੀਕ ਨੂੰ ਬ੍ਰਹਮਾ ਦਾ ਉਪ ਅਵਤਾਰ ਮੰਨਿਆ, ਬ੍ਰਹਮਾ ਦਾ ਅਵਤਾਰ ਨਹੀਂ ਮੰਨਿਆ। ਉਪ ਹੁੰਦਾ ਛੋਟਾ, ਬਾਲਮੀਕ ਨੂੰ ਬ੍ਰਹਮਾ ਦੇ ਉਪ ਅਵਤਾਰਾਂ ਨੇ ਮੰਨਿਆ। ਯਾਨੀ ਕਬੀਰ ਨੂੰ ਛੋਟਾ, ਭਗਤਾਂ ਨੂੰ ਛੋਟਾ ਮੰਨਿਆ। ਇਹ ਕਹਿੰਦੇ ਨੇ ਬਾਲਮੀਕ, ਇਹਨਾਂ ਵਾਸਤੇ ਬਾਲਮੀਕ ਬਹੁਤ ਬੜਾ। ਕਿਉਂ ਲਿਖਿਆ 10 ਗ੍ਰੰਥ? ਤਾਂ ਕਿ ਸਾਨੂੰ ਤੱਕੜੀ ਦੇਤੀ, ਤੋਲਣ ਨੂੰ ਤੋਲ ਕੇ ਰੱਖਦੇ ਵੀ ਇਹਨਾਂ ਦੀ ਮਨੌਤ ਨਾ ਕਰ ਲਿਓ ਕਿਤੇ ਅੰਦਰ। ਸਾਡੇ ਵਿਦਵਾਨ ਉਹਨਾਂ ਦੀਆਂ ਮਿਸਾਲਾਂ ਦੇਈ ਜਾਂਦੇ ਨੇ। ਤੁਲਸੀਦਾਸ ਦੀ ਰਾਮਾਇਣ ਦੀ, ਗਿਰਧਰ ਕਬੀਰ ਆਏ ਦੀ, ਉਹ ਬਾਲੇ ਮੋਟੇ ਜਿਵੇਂ ਦਿੰਦਾ ਰਿਹਾ ਹਾਂ ਮੁਸਕੀਰ ਕਵੀਆਂ ਦੀ, ਉਹ ਤਾਂ ਬਹੁਤ ਫੋਰਥ ਕਲਾਸ ਨੇ ਜਿਨ੍ਹਾਂ ਦੀਆਂ ਤੁਸੀਂ ਮਿਸਾਲਾਂ ਦਿੰਦੇ ਸੀ। ਉਹਨਾਂ ਨੂੰ ਇਹੀ ਨਹੀਂ ਪਤਾ ਗੁਰਬਾਣੀ ਦੀ ਅਵਸਥਾ ਕੀ ਹੈ। ਨਹੀਂ ਤਾਂ ਸ਼ੇਖ ਸ਼ਾਦੀ ਦੀਆਂ ਮਿਸਾਲਾਂ ਕਿਉਂ ਦਿੰਦਾ? ਉਹ ਆਪਣੀ ਬੁੱਧੀ ਇੰਨੀ ਕਿ ਸੀ ਉਹਦੀ। ਇਹ ਤੋਂ ਇਹ ਪਤਾ ਲੱਗਦਾ ਇਹ ਸ਼ੇਖ ਸ਼ਾਦੀ ਨਾਲ ਬੁੱਧੀ ਘੱਟ ਸੀ ਇਹਦੀ, ਮਸਕੀਨ ਦੀ। ਸ਼ੇਖ ਸ਼ਾਦੀ ਦਾ ਕਦੇ ਬਾਗ ਦੀ ਬੁੜੀ ਹੋਏ ਨਹੀਂ। ਉਹ ਸ਼ੇਖ ਸ਼ਾਦੀ ਤੋਂ ਜੇ ਪ੍ਰਭਾਵਿਤ ਸੀ ਗੁਰਬਾਣੀ ਦੀ, ਉਹਨੂੰ ਕਿਵੇਂ ਸਮਝ ਆ ਜਾਂਦੀ? ਗੁਰਬਾਣੀ ਦੀ ਅਵਸਥਾ ਬਹੁਤ ਉੱਚੀ ਹੈ, ਇੱਥੋਂ ਹੀ ਪਤਾ ਲੱਗ ਜਾਂਦਾ। ਜਦ ਜਿਹੜਾ ਆਦਮੀ ਜਿਹਦੇ ਤੋਂ ਪ੍ਰਭਾਵਿਤ ਹੁੰਦਾ ਉਹ ਤੋਂ ਸਿਆਣਾ ਹੁੰਦਾ। ਹਰ ਆਦਮੀ ਆਪ ਤੋਂ ਸਿਆਣੇ ਤੋਂ ਪ੍ਰਭਾਵਿਤ ਹੁੰਦਾ।
ਸ਼ੇਖ ਸ਼ਾਦੀ ਤੋਂ ਜਾਂ ਇਕਬਾਲ ਤੋਂ ਪ੍ਰਭਾਵਿਤ ਹੋਣ ਦਾ ਮਤਲਬ ਇਹ ਸੀ ਉਹਦਾ ਕਿ ਉਹਦੀ ਬੁੱਧੀ ਬਹੁਤ ਥੱਲੇ ਸੀ। ਗੁਰਬਾਣੀ ਨੂੰ ਸਮਝ ਜੋਗੀ ਉਹਦੀ ਬੁੱਧੀ ਹੈ ਹੀ ਨਹੀਂ ਸੀ। ਗੁਰਬਾਣੀ ਨੂੰ ਸਮਝ ਲਵੇ ਇੰਨੀ ਬੁੱਧੀ ਉਹਦੀ ਥੀ ਨਹੀਂ। ਇਸ ਕਰਕੇ ਜਦ ਅੰਮ੍ਰਿਤਸਰ ਮੈਂ ਉਹਨੂੰ ਮਿਲਿਆ, ਮੈਂ ਉਹਨੂੰ ਦਿੱਤੀ ਸਿੱਧ ਗੋਸ਼ਟ, ਉਹਦੇ ਪਹਿਲਾਂ ਪੜ੍ਹ ਲਈ ਸੀ ਉਹਨੇ ਆਪਣੀ ਇਹ ਨਾਦਵੇਦ ਵਿਚਾਰ ਕਲਕੱਤੇ। ਉਹਨੂੰ ਪਤਾ ਲੱਗ ਗਿਆ ਵੀ ਉਹੀ ਆਦਮੀ ਹੈ। ਉਹਨੇ ਮੈਨੂੰ ਟਾਈਮ ਨਹੀਂ ਦਿੱਤਾ ਮਿਲਣ ਨੂੰ, ਅੱਖ ਚਰਾ ਗਿਆ। ਮੈਂ ਸੋਚ ਲਿਆ ਮਾਂ ਠੀਕ ਹੈ ਵੀ ਇਹਨੂੰ ਲੋੜ ਨਹੀਂ ਭਾਈ, ਕਿ ਵਪਾਰੀ ਆਦਮੀ ਹੈ ਇਹ ਤਾਂ ਵੇਚਦਾ ਆਪਣਾ ਗਿਆਨ, ਲੋਟ ਇਕੱਠੇ ਕਰਦਾ। ਜਿਹੜਾ ਰੋਟੀਆਂ ਖਾਤਰ ਕਰਦਾ ਹੋਵੇ ਇਹ ਜਾਂ ਕੁਛ, ਇਹਨੂੰ ਲੋੜ ਨਹੀਂ। ਇਹ ਸੋਚਦਾ ਵੀ ਮੇਰੀ ਗੱਲ ਡਾਊਨ ਨਾ ਹੋ ਜਾਵੇ, ਮੈਂ ਦੋ ਆਦਮੀ ਚ ਨੀਚਾ ਨਾ ਹੋ ਜਾ, ਮੇਰਾ ਬਿਜ਼ਨਸ ਖੜ ਜਾਊਗਾ। ਵੀ ਆਪਾਂ ਨੇ ਇਹਦਾ ਬਿਜ਼ਨਸ ਕਿਉਂ ਬਜਾਣੇ ਦਾ ਠੱਪ ਕਰਨਾ। ਚਲੋ ਕੁਛ ਤਾਂ ਕਰਦਾ ਹੀ ਹੈ। ਲੋਕਾਂ ਦੀ ਅਵਸਥਾ ਤਾਂ ਬਹੁਤ ਥੱਲੇ ਹੈ। ਕਮ ਸੇ ਕਮ ਜਿਹੜਾ ਗੱਲ ਅਸੀਂ ਕਰਨੀ ਹੈ, ਅਸੀਂ ਕਰਨੀ, ਉਲਟੀ ਤਾਂ ਨਹੀਂ ਕਰ ਰਿਹਾ। ਉਹਦੇ ਮੂਹਰੇ ਝਾੜੂ ਦਾ ਮਾਰੇ ਰਿਹਾ, ਕੁਛ ਤਾਂ ਕਰੇ ਰਿਹਾ। ਉਦੋਂ ਯਾਨੀ ਪਿਛਲੀ ਗੱਲ ਤਾਂ ਉੱਚੀ ਗੱਲ ਕਰ ਰਿਹਾ, ਅਸੀਂ ਤਾਂ ਬਹੁਤ ਉੱਚੀ ਹੋਰ ਕਰਨੀ ਹੈ। ਜੇ ਅਸੀਂ ਸਿੱਧੀ ਕੀਤੀ ਲੋਕਾਂ ਦੇ ਬਰਦਾਸ਼ਤ ਵੀ ਨਹੀਂ ਹੋਣੀ। ਅੱਧ ਬਚੱਧ ਗੱਲ ਕਰਤਾ ਰਿਹਾ ਕੁਛ, ਚਲੋ ਕਰਦਾ ਰਹਿਣ ਦੋ ਇਹਨੂੰ, ਉਹ ਆਪਣੇ ਚੁੱਪ ਕਰ ਗਏ। ਪਰ ਅੱਜ ਇਹ ਗੱਲ ਤਾਂ ਕਹਿਣੀ ਪੈਂਦੀ ਹੈ, ਉਹਦੀ ਹੱਦ ਕਰਨ ਵਾਸਤੇ ਨਹੀਂ ਕਹਿੰਦੇ। ਜਿਹੜੇ ਲੋਕ ਮੰਡੀ ਬੈਠੇ ਨੇ ਮਸ਼ਕੀਨ, ਪਤਾ ਨਹੀਂ ਕੀ ਸੀ, ਕੁਛ ਵੀ ਨਹੀਂ ਸੀ, ਉਹਨਾਂ ਨੂੰ ਇਹ ਦੱਸਦੇ ਕਿ ਕੁਛ ਨਹੀਂ ਸੀ। ਇਹ ਗੱਲ ਗਾਹਾਂ ਦੀ ਹੈ ਬਹੁਤ। ਕੋਟ ਸੂਰ ਜਾ ਕੇ ਪ੍ਰਕਾਸ਼ ਵਾਲੀ ਗੱਲ ਤੇ ਗੱਲ ਆਈ ਹੈ ਹੁਣ ਅੱਜ। ਇਹ ਕਰੋੜਾਂ ਸੂਰਜ ਦਾ ਪ੍ਰਕਾਸ਼ ਉਹਦੇ ਤਾਂ ਇੱਕ ਸੂਰਜ ਦਾ ਪ੍ਰਕਾਸ਼ ਵੀ ਨਹੀਂ ਸੀ ਉਹਦੇ ਅੰਦਰ। ਤਾਂ ਮਸਕੀਨ ਇੱਕ ਸੂਰਜ ਦੇ ਪ੍ਰਕਾਸ਼ ਜੋਗੀ ਗੱਲ ਨਹੀਂ ਸੀ, ਅਕਲ ਨਹੀਂ ਸੀ ਉਹਦੇ ਕੋਲ। ਦਿਆਨੰਦ ਵਰਗਿਆਂ ਦੇ ਵੀ ਪ੍ਰਭਾਵ ਸੀ ਉਹ। ਦਿਆਨੰਦ ਨੂੰ ਕੋਈ ਡਾਊਨ ਨਹੀਂ ਕਰ ਸਕਿਆ ਜੋ ਹੁਣ ਤੱਕ। ਮਹਾਤਮਾ ਬੁੱਧ ਨੂੰ ਉਹ ਮੰਨਦਾ ਸੀ ਮਸਕੀਨ ਵੀ ਉਹਨੂੰ ਗਿਆਨ ਹੋ ਗਿਆ। ਮਹਾਤਮਾ ਬੁੱਧ ਨੂੰ ਹਾਲਾਂਕਿ ਗਿਆਨ ਹੀ ਨਹੀਂ ਹੋਇਆ। ਹਾਂਜੀ, ਕੋਟ ਸੂਰ ਜਾਗੇ ਪ੍ਰਗਾਸ, ਕੋਟ ਮਹਾਦੇਵ ਔਰ ਕਵਿਲਾਸ। ਕੋਟ ਮਹਾਦੇਵ ਔਰ ਕਵਿਲਾਸ। ਕਵਿਲਾਸ ਹੁੰਦਾ ਬਹੁਤ ਉੱਚ। ਜਿਵੇਂ ਕਵਿਲਾਸ ਕੌਣ ਹੈ? ਮੈਂ ਗੱਲ ਕੀਤੀ ਹੈ ਇਹਦੀ ਵਾਲਮੀਕ ਦੀ। ਵਾਲਮੀਕ ਕਵਿਲਾਸ ਹੈ, ਪਰ ਉਹ ਕੀ ਹੈ? ਦੂਏ ਨੰਬਰ ਤੇ ਹੈ। ਉਪਅਵਤਾਰ ਹੈ ਬ੍ਰਹਮਾ ਦਾ। ਇਹ ਗੱਲ ਬ੍ਰਹਮਾ ਦੀ ਹੋ ਰਹੀ ਹੈ, ਬ੍ਰਹਮ ਗਿਆਨੀ ਦੀ ਹੋ ਰਹੀ ਹੈ। ਕਰੋੜਾਂ ਕਵਿਲਾਸ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਇਕੱਠੇ ਹੋ ਕੇ, ਕਿਉਂਕਿ ਅਕਲ ਜਮਾ ਨਹੀਂ ਹੁੰਦੀ। ਦੋ ਅਡਿਆਨੀਆਂ ਦਾ ਰੁਪਈਆ ਬਣ ਜਾਂਦਾ, ਇਹ ਠੀਕ ਹੈ, ਪਰ ਅਕਲ ਜਮਾ ਨਹੀਂ ਹੁੰਦੀ। ਮਾਇਆ ਜਮਾ ਹੋ ਜਾਂਦੀ ਹੈ। ਇਹ ਨਹੀਂ ਹੈਗਾ ਵੀ 100 ਅਗਿਆਨੀ ਇਕੱਠਾ ਹੋ ਕੇ ਇੱਕ ਗਿਆਨੀ ਬਣ ਜੂ ਉਹਨਾਂ ਦਾ। 100 ਅਗਿਆਨੀ ਇਕੱਠਾ ਕਰ ਲਈਏ ਨਾ, ਇੱਕ ਗਿਆਨੀ ਬਣ ਜੂ। ਇਹ ਦੋ ਜਿਹੜੇ ਉਪ ਅਵਤਾਰ ਇਕੱਠੇ ਹੋ ਕੇ ਇੱਕ ਅਵਤਾਰ ਬਣ ਜਾਣਗੇ। ਏਦਾਂ ਨਹੀਂ ਹੁੰਦਾ। ਕਰੋੜਾਂ ਹੀ ਉਪ ਅਵਤਾਰ ਹੋਣਗੇ, ਉਪ ਅਵਤਾਰੇ ਰਹਿਣਗੇ। ਜੇ ਇੱਕ 6 ਪੜ੍ਹਿਆ ਹੋਇਆ, ਇੱਕ 10 ਪੜ੍ਹਿਆ ਹੋਇਆ, ਉਹ 16 ਨਹੀਂ ਹੋ ਜਾਂਦੀਆਂ। 6 ਆਨੇ ਦੇ 10 ਆਨੇ ਦੇ ਬਣਾ ਕੇ 16 ਆਨੇ ਬਣ ਜਾਂਦੇ ਨੇ। ਇਹ ਤਾਂ ਬਣ ਜਾਣਗੇ ਅੱਗੇ। ਆਨੇ ਹੁੰਦੇ ਸੀ ਰੁਪਈਆ ਬਣ ਜਾਊਗਾ। 6 ਆਨੇ ਕੋਲ ਲੈ, 10 ਆਨੇ ਕੋਲ ਲੈ, ਦੋਏ ਜੋੜ ਲਈਏ, ਰੁਪਈਆ ਬਣ ਗਿਆ। ਬਣ ਗਿਆ ਨਾ। ਪਰ 6 ਜਮਾਤਾਂ 10 ਜਮਾਤਾਂ ਵਾਲੇ ਨੂੰ ਰਲਾ ਕੇ ਐਮਏ ਵਾਲਾ ਨਹੀਂ ਬਣਦਾ। ਇਹ ਨਹੀਂ ਬਣਦਾ ਹੁੰਦਾ, ਏਦਾਂ ਨਹੀਂ ਬਣਦਾ ਹੁੰਦਾ ਐਮਏ ਵਾਲਾ। 10 ਰਹਿਣੀਆਂ, 6 ਵਾਲਾ ਤਾਂ ਵਿੱਚ ਹੈ 10 ਦੇ। ਗਿਆਨ ਦਾ ਇਹ ਹੈ, ਗਿਆਨ ਦੀ ਇਹ ਚੀਜ਼ ਹੈ। ਗਿਆਨ 'ਚ ਨਹੀਂ ਏਦਾਂ ਬਣਦਾ ਹੁੰਦਾ ਵੀ 10 ਜਮਾਤਾਂ ਬਣਾ ਕੇ 30 ਜਮਾਤਾਂ ਬਣ ਜਾਣ। ਜਿਵੇਂ ਸਾਡੇ ਉਹ ਡਰਾਮਾ ਸੀਗਾ, ਡਰਾਮੇ 'ਚ ਮਜ਼ਾਕ ਕਰਦਾ ਹੁੰਦਾ ਸੀ। ਕਾਮਿਕ ਹੁੰਦੇ ਨੇ ਨਾ, ਕਾਮਿਕ। ਉਹ ਕਹਿੰਦਾ ਉਹ ਮੁੰਡਾ ਦੇਖਣ ਚੱਲਿਆ। ਉਹ ਕਹਿੰਦਾ ਮੁੰਡਾ ਆ ਕੇ 16 ਸਾਲ ਦਾ ਹੋਣਾ ਚਾਹੀਦਾ। ਕਹਿੰਦਾ 8-8 ਸਾਲ ਦੇ 2 ਦੇਖਿਆ। ਮਜ਼ਾਕ ਦੀ ਗੱਲ ਹੈ ਦੇਖੋ। ਉਹ ਕਹਿੰਦੇ ਏਦਾਂ ਨਹੀਂ ਹੁੰਦਾ। ਇਹ ਉਮਰ ਨਹੀਂ ਰਲ ਸਕਦੀ। 8-8 ਸਾਲ ਦੇ 8-8 ਸਾਲ ਦੇ ਹੀ ਰਹਿਣਗੇ। 8-8 2 ਰਲ ਕੇ 16 ਸਾਲ ਨਹੀਂ ਬਣ ਸਕਦੇ। ਕੁਝ ਗੱਲਾਂ ਨਹੀਂ ਹੋ ਸਕਦੀਆਂ, ਕੁਝ ਹੋ ਸਕਦੀਆਂ। ਹੁਣ 10-10 ਸਾਲ ਦੇ 10-10 ਸਾਲ ਦੇ ਹੀ ਰਹਿਣਗੇ, ਚਾਹੇ 1000 ਆਦਮੀ ਹੋਵੇ।
10 ਸਾਲ ਦੇ ਦੌਰ ਲਾ ਕੇ 20 ਸਾਲ ਦਾ ਨਹੀਂ ਬਣ ਸਕਦਾ। 20 ਸਾਲ ਦਾ ਜਿਹੜਾ ਹੋਊ 20 ਸਾਲ ਦਾ ਹੀ ਹੋਊਗਾ। ਕੱਲਾ ਹੀ 20 ਸਾਲ ਦਾ ਹੋਊ, ਸਾਰਿਆਂ ਨੂੰ ਉੱਚਾ ਹੋਊ, ਵੱਡਾ ਹੋਊ। ਜਿਹੜੇ 20 ਸਾਲ ਦਾ ਤੇ ਗੁਣ ਨੇ 10 ਸਾਲ ਵਾਲੇ 1000 ਲੱਖ ਹੋਵੇ ਉਹਦਾ ਉਹ ਚੀਜ਼ ਨਹੀਂ ਹੋ ਸਕਦੀ। ਇਵੇਂ ਗਿਆਨ ਦੀ ਗੱਲ ਹੈ। ਜਿਹੜੇ ਕਰੋੜ ਸੂਰਜ ਦੇ ਪ੍ਰਕਾਸ਼ ਵਾਲਾ ਉਹ ਜਿਹੜੇ ਇੱਕ ਇੱਕ ਸੂਰਜ ਦੇ ਪ੍ਰਕਾਸ਼ ਵਾਲੇ ਨੇ ਕਰੋੜ ਇਕੱਠਾ ਹੋ ਕੇ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਉਹ ਇੱਕੋ ਸੂਰਜ ਦਾ ਪ੍ਰਕਾਸ਼ ਰਹੂਗਾ ਬਸ। ਤਾਰੇ ਕਿੰਨੇ ਹੁੰਦੇ ਨੇ? ਕਿੰਨੇ ਹੁੰਦੇ ਨੇ ਤਾਰੇ? ਚੰਦ ਇੱਕੋ ਹੁੰਦਾ ਨਾ। ਸਾਰਿਆਂ ਦੀ ਰੋਸ਼ਨੀ ਇਕੱਠੀ ਕਰ ਲਈਏ ਤਾਂ ਵੀ ਚੰਦ ਦੀ ਰੋਸ਼ਨੀ ਨਹੀਂ ਬਣਦੀ, ਉਹਦੇ ਨਹੀਂ ਬਣਦੀ ਰੋਸ਼ਨੀ ਚੰਦ ਦੀ। ਸਾਰੇ ਇਕੱਠੇ ਹੁੰਦੇ ਨੇ, ਸਾਰਿਆਂ ਦੀ ਰੋਸ਼ਨੀ ਇਕੱਠੀ ਕਰਕੇ ਵੀ ਚੰਦਰਮੇ ਦੀ ਰੋਸ਼ਨੀ ਨਹੀਂ ਬਣਦੀ। ਇਵੇਂ ਸਾਰੇ ਚੰਦਰਮਾ ਸਣੇ ਇਕੱਠੇ ਕਰਕੇ ਸੂਰਜ ਦੀ ਰੋਸ਼ਨੀ ਨਹੀਂ ਬਣਦੀ। ਸਾਰੇ ਹੀ ਛਿਪ ਜਾਂਦੇ ਨੇ ਜਦ ਸੂਰਜ ਚੜ੍ਹਦਾ। ਗਿਆਨ ਨਹੀਂ ਜਮਾ ਹੁੰਦਾ। ਬਰਾਬਰ ਦਾ ਇੱਕੋ ਸੂਰਜ ਹੋਵੇ, ਸੂਰਜ ਦੇ ਬਰਾਬਰ ਦਾ ਸੂਰਜ ਹੋਵੇ ਇੱਕ, ਫੇਰ ਦੋ ਬਣਦੇ ਨੇ। ਬਰਾਬਰ ਦਾ ਹੋਵੇ। ਹੁਣ ਕੋਟ ਸੂਰਜ ਆ ਕੇ ਪ੍ਰਕਾਸ਼ ਗੱਲ ਕਿਉਂ ਕਹੀ ਹੈ? ਸਵਾਲ ਹੈ। ਸੱਚਖੰਡ ਦੇ ਵਿੱਚ ਕਰੋੜਾਂ ਹੀ ਸੂਰਜ ਨੇ, ਇੱਕੋ ਹੀ ਹੋ ਗਏ ਸਾਰੇ, ਪ੍ਰਕਾਸ਼ ਇੱਕ ਹੋ ਗਿਆ। ਆਹ ਮਤਲਬ ਹੈ ਗੱਲ ਦਾ। ਜੋ ਸੱਚਖੰਡ ਦਾ ਗਿਆਨ ਹੈ ਉਹ ਇਹ ਗਿਆਨ ਇੱਕੋ ਹੀ ਹੈ। ਇਹਦੀ ਯਾਰ ਉਹਨਾਂ ਦੀ ਇੱਕੋ ਹੀ ਗੱਲ ਹੈ। ਹੁਣ ਇਸ ਕਰਕੇ ਇਸ ਅਵਸਥਾ ਚ ਜਿਸਕਾ ਕਹਿਆ ਦਰਗਾਹ ਚੱਲੇ, ਉਹ ਵੀ ਉਹੀ ਗੱਲ ਕਹਿੰਦੇ ਨੇ, ਇਹ ਵੀ ਇਹੀ ਗੱਲ ਕਹਿੰਦਾ। ਇਹਦਾ ਕਿਹਾ ਨਹੀਂ ਚੱਲਦਾ, ਜੋ ਚੱਲਦਾ ਉਹੀ ਕਹਿ ਰਿਹਾ। ਦਰਗਾਹ ਜੋ ਚੱਲ ਰਿਹਾ, ਦਰਗਾਹ ਜੋ ਚੱਲ ਰਿਹਾ ਉਹੀ ਤਾਂ ਕਹਿ ਰਿਹਾ। ਨਾਨਕ ਹਰ ਦਰਗਾਹ ਕਿਆ ਬਾਤਾਂ ਨਾਨਕ ਆਖ ਸੁਣਾਵੇ। ਹਰ ਦਰਗਾਹ ਦੇ ਵਿੱਚ ਕਰੋੜਾਂ ਦੀ ਗੱਲ ਹੈ, ਸੂਰਜ ਬੈਠੇ ਨੇ, ਉਹੀ ਇਹ ਹੈ। ਇਹਦੀ ਗੱਲ ਦਾ ਪ੍ਰਕਾਸ਼ ਕਰੋੜਾਂ ਸੂਰਜਾਂ ਦੀ ਪ੍ਰਕਾਸ਼ ਦੀ ਗੱਲ ਹੈ। ਆਹ ਮਤਲਬ ਹੈ ਗੱਲ ਦਾ। ਕਰੋੜਾਂ ਸੂਰਜ ਬੈਠੇ ਨੇ ਉੱਥੇ, ਬੈਠੇ ਨੇ ਨਾ ਬੈਠੇ। ਕਰੋੜਾਂ ਸੂਰਜਾਂ ਦੀ ਗੱਲ ਦਾ ਹੀ ਪ੍ਰਕਾਸ਼ ਇਹ ਦੱਸ ਰਿਹਾ ਵੀ ਆਹ ਕਹਿ ਰਹੇ ਨੇ ਉਹ। ਹਰ ਦਰਗਾਹ ਦੀਆਂ ਬਾਤਾਂ ਨਾਨਕ ਆਖ ਸੁਣਾਵੇ। ਕੋਟ ਸੂਰਜ ਦੇ ਪ੍ਰਕਾਸ਼ ਹੋ ਗਿਆ, ਹੋਰ ਕੀ ਹੋ ਗਿਆ? ਇਹ ਕੋਈ ਇਮੇਜਿਨਰੀ ਗੱਲਾਂ ਨਹੀਂ ਕਹੀਆਂ ਹੋਈਆਂ, ਐਵੇਂ ਨਹੀਂ ਕਹੀਆਂ ਹੋਈਆਂ। ਇਹਨਾਂ ਦਾ ਬਿਲਕੁਲ ਸਾਰਥਕ ਗੱਲਾਂ ਨੇ, ਅਰਥ ਹੈ ਇਹਨਾਂ ਦਾ। ਸੱਚੀਆਂ ਗੱਲਾਂ ਨੇ ਇਹ, ਪਰ ਸਮਝਣ ਦੀ ਗੱਲ ਹੈ। ਸਮਝੇ ਕੌਣ? ਅਰਥਾਵੇ ਕੌਣ? ਬਿਰਲਾ ਕੋ ਅਰਥਾਵੇ। ਇਹਨੂੰ ਕੋਈ ਬਿਰਲਾ ਅਰਥਾਵੇ। ਇਹ ਜੋ ਕਿਹਾ ਹੋਇਆ ਇਹਨੂੰ ਅਰਥਾਵੇ ਕੌਣ? ਕੋਈ ਬਿਰਲਾ। ਯੂਨੀਵਰਸਿਟੀ ਵਾਲੇ ਵਿਦਵਾਨ ਅਰਥਾ ਲੈਣਗੇ, ਉਹ ਕਿਵੇਂ ਅਰਥਾ ਲੈਣਗੇ? ਹਾਂਜੀ। ਦੁਰਗਾ ਕੋਟ ਜਾ ਕੇ ਮਰਦਨ ਕਰੈ, ਬਰਮਾ ਕੋਟ ਵੇਦ ਉਚਰੈ। ਦੁਰਗਾ ਕੋਟ ਜਾ ਕੇ ਮਰਦਨ ਕਰੈ। ਦੁਰਗਾ ਚਾਹੇ ਕਰੋੜਾਂ ਹੀ ਹੋਣ, ਇੱਥੇ ਬ੍ਰਹਮ ਗਿਆਨੀ ਕਰੋੜਾਂ ਹੀ ਹੋਣ। ਚਾਹੇ ਜੇ ਸਾਰੇ ਬ੍ਰਹਮ ਗਿਆਨੀ ਬਣ ਜਾਣ ਇੱਥੇ, ਤਾਂ ਵੀ ਇਹਦੇ ਅਧੀਨ ਰਹਿਣਗੇ। ਹੁਕਮ ਦੇ ਬਾਹਰ ਨਹੀਂ ਜਾ ਸਕਦੇ। ਸਾਰੇ ਸੰਸਾਰ ਦੇ ਜਿਹੜੇ ਆਦਮੀ ਨੇ ਜੇ ਬ੍ਰਹਮ ਗਿਆਨੀ ਬਣ ਜਾਣ, ਤਾਂ ਵੀ ਹੁਕਮ ਦੇ ਅਧੀਨ ਉਹਦਾ ਹੀ ਮਰਦਨ ਕਰਨਗੇ, ਉਹਦੀਆਂ ਪ੍ਰਕਰਮਾਂ ਹੀ ਕਰਨਗੇ, ਉਹਨੂੰ ਵੱਡਾ ਹੀ ਮੰਨਣਗੇ। ਦੁਰਗਾ ਕੋਟ ਜਾ ਕੇ ਮਰਦਨ ਕਰੈ, ਬਰਮਾ ਕੋਟ ਵੇਦ ਉਚਰੈ। ਬਰਮਾ ਕਰੋੜਾਂ ਚਾਹੇ ਹੁਣ ਗਿਆਨ ਉਚਾਰਨਗੇ। ਵਿਰੋਧ ਨਹੀਂ ਕਰ ਸਕਦੇ ਸੱਚਖੰਡ ਦਾ। ਨਵਾਂ ਨਹੀਂ ਇੱਥੇ ਕੁਝ ਕਰ ਸਕਦੇ। ਸੱਚਖੰਡ ਦੀ ਸ਼ਰੀਕ ਨਹੀਂ ਬਣ ਕੇ ਖੜੇ ਹੋ ਸਕਦੇ ਇੱਥੇ, ਉਹ ਨਹੀਂ ਕਰਦੇ। ਸ਼ਰੀਕ ਤਾਂ ਦੂਏ ਨੇ, ਸਾਖਤ ਹੁੰਦੇ ਨੇ ਸ਼ਰੀਕ। ਇਹਦਾ ਦਾਸ ਹੁੰਦੇ ਨੇ ਸਾਰੇ ਹੀ। ਚਾਹੇ ਕਰੋੜ ਵੀ ਬ੍ਰਹਮਾ ਹੋ ਜਾਏ ਇੱਥੇ ਇਕੱਠਾ। ਪੰਜਵੇਂ ਪਾਤਸ਼ਾਹ ਵੇਲੇ ਕਿੰਨੇ ਨੇ ਇਕੱਠੇ ਸਵਈਏ ਰੱਖੇ ਭੱਟਾਂ ਨੇ। ਆਹ ਜਿਹੜੇ ਸਵਾਲ ਨੇ ਇਹ ਮੰਨਣੇ ਨਹੀਂ ਸੀ ਕਿਸੇ ਨੇ। ਜੇ ਇੱਕੋ ਇੱਕ ਭਗਤ ਰਹਿੰਦਾ, ਭਗਤਾਂ ਵੇਲੇ ਵੀ ਭਗਤ ਕਿੰਨੇ ਨੇ ਇਕੱਠੇ ਨੇ। ਇੱਥੇ ਬ੍ਰਹਮੇ ਬਹੁਤ ਹੋ ਜਾਂਦੇ ਹੁੰਦੇ ਨੇ ਇਕੱਠੇ ਹੀ, ਇਹ ਨਹੀਂ ਵੀ ਇੱਕੋ ਰਹਿੰਦਾ ਹੁੰਦਾ। ਜਾਂ ਹੁੰਦੇ ਨੇ ਇਕੱਠੇ ਹੀ ਹੋ ਜਾਂਦੇ ਨੇ ਖਾਸੇ। ਉਦੋਂ ਭਗਤ ਭੱਟਾਂ ਨੇ ਸਵਈਏ ਨਹੀਂ ਰਚੇ, ਸੱਤੇ ਬਲਵਾਨ ਨੇ ਬਾਣੀ ਰਚੀ। ਜਿਨ੍ਹਾਂ ਨੇ ਨਹੀਂ ਰਚੀ ਸਮਝ ਸੀ, ਉਹ ਵੀ ਤਾਂ ਬਹੁਤ ਸੀ। ਕਰੋੜਾਂ ਹੀ ਹੋ ਜਾਣ, ਪਰ ਸੀ ਸਾਰੇ ਹੀ ਨੀਵੇਂ ਸੋ ਗੌਰਾ ਹੋਏ। ਉੱਥੇ ਸਾਰੇ ਹੀ ਨੀਵੇਂ।
ਸਲਾਹ ਨਹੀਂ ਕਰ ਲਈ ਵੀ ਆਪਾਂ ਇਕੱਠੇ ਹੋ ਕੇ ਹੁਕਮ ਦਾ ਵਿਰੋਧ ਕਰ ਲਈਏ, ਆਪਣਾ ਇੱਥੇ ਹੀ ਸੱਚਖੰਡ ਬਣਾ ਲਈਏ। ਐ ਨਹੀਂ ਕਿਹਾ, ਐ ਨਹੀਂ ਕਿਹਾ ਵੀ ਸੱਚਖੰਡ ਇੱਥੇ ਬਣਾ ਲਈਏ। ਆਪਾਂ ਬਣਾਈ ਬੈਠੇ ਨਾ ਕਲੇਰ ਵਾਲੇ ਸੱਚਖੰਡ, ਝੂਠਖੰਡ ਨੂੰ ਸੱਚਖੰਡ। ਉਹਨੂੰ ਪਤਾ ਸੱਚਖੰਡ ਦੀ ਵਿਆਖਿਆ ਹੀ ਕਰ ਦਿਓ ਤੁਸੀਂ ਕੀ ਹੁੰਦੀ ਹੈ। ਭਗਤਾਂ ਨੇ ਗੁਰੂਆਂ ਨੇ ਤਾਂ ਬਣਾਇਆ ਜੀ ਇੱਥੇ, ਥਾਟ ਤੁਸੀਂ ਬਣਾ ਲਿਆ ਸੱਚਖੰਡ। ਲੱਗ ਜੂ ਪਤਾ ਤੁਹਾਨੂੰ ਸੱਚਖੰਡ ਦਾ। ਹੁਣ ਫੂਕ ਜੀ ਨਿਕਲ ਜਾਣੀ ਹੈ ਸਾਰੀ ਤੁਹਾਡੀ। ਹੁਣ ਜਾਨ ਬਚਾਉਣੀ ਔਖੀ ਹੋਈ ਹੋਈ ਹੈ, ਇੱਜ਼ਤ ਬਚਾਉਣੀ ਔਖੀ ਹੋਈ ਹੈ ਨਾ ਲੋਕਾਂ ਨੂੰ। ਇੱਜ਼ਤ ਬਚਾਉਣੀ ਔਖੀ ਹੋਈ ਹੋਈ ਹੈ, ਔਰ ਹੋਰ ਦਿਨ ਪਰ ਦਿਨ ਔਖੀ ਹੋ ਜਾਣੀ ਹੈ ਇੱਜ਼ਤ ਬਚਾਉਣੀ। ਬਚਣੀ ਹੋ ਨਹੀਂ ਇੱਜ਼ਤ ਇਹਨਾਂ ਦੀ। ਭਗਤਾਂ ਵੇਲੇ ਇੱਜ਼ਤ ਨਹੀਂ ਬਚੀ ਕਿਸੇ ਦੀ ਵੀ। ਝੂਠ ਦੀ ਇੱਜ਼ਤ, ਝੂਠ ਨੂੰ ਹੁਣ ਪੱਗ ਸਿਰ ਤੇ ਰੱਖਣੀ ਔਖੀ ਹੋ ਜਾਣੀ। ਝੂਠਿਆਂ ਦੀ ਇੱਜ਼ਤ ਨਹੀਂ ਬਚਣੀ, ਬਿਲਕੁਲ ਵੀ ਨਹੀਂ ਬਚਣੀ। ਕਿਉਂ ਲੋਕ ਜਿਹੜੇ ਨੇ ਇੰਟੈਲੀਜੈਂਟ ਜਿਹੜੇ ਤਬਕਾ ਉਹ ਧਰਮਾਂ ਤੋਂ ਖਿਲਾਫ ਹੈ। ਆ ਜਿਹੜੇ ਅਖੌਤੀ ਧਰਮ ਨੇ, ਸੱਚ ਦਾ ਉਹਨਾਂ ਨੂੰ ਪਤਾ ਨਹੀਂ। ਜਿੱਦਣ ਵਾਲ ਨੂੰ ਸੱਚ ਦਾ ਪਤਾ ਲੱਗ ਗਿਆ ਇਹਨਾਂ ਦੀ ਉਹ ਬੇਇੱਜ਼ਤੀ ਹੋਣੀ ਹੈ। ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਕਿਤੇ ਇਹਨੂੰ। ਜਿੰਨਾ ਕੁਝ ਇਹਨਾਂ ਨੇ ਬੋਲਿਆ ਝੂਠ, ਜਿੰਨਾ ਕੁਝ ਝੂਠ ਬੋਲ ਬੋਲ ਕੇ ਇਹਨਾਂ ਨੇ ਕਹਾਣੀਆਂ ਬਣਾਈਆਂ ਨੇ, ਇਹ ਜਵਾਬ ਦੇਣੇ ਔਖੇ ਹੋ ਜਾਣੇ ਲੋਕਾਂ ਨੂੰ। ਕਹਿੰਦਾ ਕੀੜਿਆਂ ਵਾਲੇ ਕੁੱਤੇ ਮਾਂ ਫਿਰ ਅੰਦਰ ਹੀ ਰਹਿਣਗੇ। ਕੀੜਿਆਂ ਵਾਲਾ ਕੁੱਤਾ ਬਾਹਰ ਨਹੀਂ ਆਉਂਦਾ, ਬਾਹਰ ਮੱਖੀਆਂ ਆਉਂਦੀਆਂ ਨੇ, ਅੰਦਰੇ ਵੜ ਕੇ ਮਰਨਗੇ। ਫਿਰ ਭੋਰਿਆਂ 'ਚ ਬਾਹਰ ਨਿਕਲਣਾ ਹੀ ਨਹੀਂ ਇਹਨਾਂ ਨੇ। ਵੀ ਇੱਥੇ ਹੁਣ ਮਰ ਮੁਰ ਜਾਂਦੇ ਆ, ਭੋਰਿਆਂ 'ਚ ਬਾਹਰ ਦਿਖਾਉਣ ਜੋਗੇ ਮੂੰਹ ਤਾਂ ਹੁਣ ਰਹੇ ਨਹੀਂ। ਆਹ ਹਾਲਤ ਇਹਨਾਂ ਦੀ ਹੋਣ ਵਾਲੀ ਹੈ। ਇਹਨਾਂ ਨੂੰ ਪਹਿਲਾਂ ਹੀ ਦੱਸਤਾ, ਪਹਿਲਾਂ ਹੀ ਦੱਸਤਾ ਵੀ ਹੋਣ ਵਾਲੀ ਹੈ। ਜੋ ਜਾਚੋਂ ਤੋਂ ਕੇਵਲ ਰਾਮ, ਆਨ ਦੇਵ ਸੋ ਨਾਹੀ ਕਾਮ। ਆ ਦੇਖੋ ਕਬੀਰ ਕੀ ਕਹਿੰਦਾ, ਜੋ ਜਾਚੂ, ਜੋ ਮੈਨੂੰ ਮੰਗ ਹੈ, ਮੇਰੀ ਡਿਮਾਂਡ ਹੈ, ਜੇ ਮੇਰੀ ਕੋਈ ਮੰਗ ਹੈ ਤਾਂ ਸਿਰਫ ਰਾਮ ਹੈ, ਹੋਰ ਕੁਛ ਨਹੀਂ। ਇਹ ਮੰਗ ਸਾਡੀ ਅਕਾਲ ਤਖਤ ਤੇ ਹੈ ਨਹੀਂ, ਅਕਾਲੀ ਦਲ ਦੀ ਇਹ ਮੰਗ ਹੈ ਨਹੀਂ, ਸਾਡੀ ਅਰਦਾਸ ਵਿੱਚ ਮੰਗ ਹੈ ਨਹੀਂ। ਕਿਉਂ ਨਹੀਂ ਹੈ ਇਹ ਮੰਗ? ਕਿਉਂ ਨਹੀਂ ਸਾਡੀ ਅਰਦਾਸ 'ਚ? ਜੇ ਗੁਰਬਾਣੀ ਵਿੱਚ ਇਹ ਮੰਗ ਦਰਜ ਹੈ, ਅਸੀਂ ਖਾਰਜ ਕਿਉਂ ਕੀਤੀ ਅਰਦਾਸ 'ਚੋਂ? ਕੇਵਲ ਰਾਮ ਅਰਦਾਸ ਵਿੱਚੋਂ ਮੰਗ ਇਹਨਾਂ ਨੇ ਖਾਰਜ ਕੀਤੀ ਹੈ। ਕੌਣ ਸੀ? ਸਿੱਖ ਨਹੀਂ ਸੀ ਉਹ, ਸਿੱਖ ਨਹੀਂ ਹਨ ਉਹ ਨਹੀਂ ਸਿੱਖਣ। ਉਹ ਬੜੇ ਸ਼ਰੀਅਤਕਾਰੀ ਲੋਕ ਨੇ, ਕਬਜ਼ਾ ਕਰ ਲਿਆ ਆ ਕੇ ਸਿੱਖੀ ਦੇ ਘਰ ਤੇ। ਉਹਨਾਂ ਨੇ ਸਿੱਖੀ ਦੀ ਕਮਾਂਡ ਤੇ, ਸਿੱਖੀ ਦੇ ਪ੍ਰਚਾਰ ਤੇ ਕਬਜ਼ਾ ਕਰ ਲਿਆ ਉਹਨਾਂ ਨੇ। ਵੀ ਸਿੱਖੀ ਦਾ ਲੋਕਾਂ ਨੂੰ ਪਤਾ ਲੱਗਣਾ ਨਾ ਦੇ ਇਹ ਗੱਲ ਕੀ ਹੈ। ਗੁਰਬਾਣੀ ਤਾਂ ਦੱਸੀ ਜਾਂਦੀ ਹੈ। ਜਿਹੜੇ ਗੁਰੂ ਨੂੰ ਗੁਰੂ ਮੰਨਦੇ ਨੇ ਉਹਨਾਂ ਨੇ ਇਹਨਾਂ ਦਾ ਬੇੜਾ ਗਰਕ ਕਰਨਾ। ਉਹ ਗੁਰੂ ਨੇ ਹੀ ਕਹਿ ਦੇਣਾ ਵੀ ਇਹ ਮੁਲਜ਼ਮ ਨੇ। ਜਿਹੜੇ ਗ੍ਰੰਥ ਨੂੰ ਗੁਰੂ ਇਹ ਮੰਨਦੇ ਨੇ ਉਸ ਗ੍ਰੰਥ ਦੇ ਮੁਤਾਬਕ ਇਹ ਮੁਲਜ਼ਮ ਨੇ। ਜੇ ਇਸ ਗ੍ਰੰਥ ਦੇ ਮੁਤਾਬਕ ਇਹ ਮੁਲਜ਼ਮ ਨੇ, ਕਿਹੜੀ ਕੋਰਟ ਇਹਨਾਂ ਨੂੰ ਬਰੀ ਕਰ ਦੂ? ਇੱਥੇ ਦੀ ਵੀ ਨਹੀਂ ਕਰਦੀ, ਉੱਥੇ ਦੀ ਗਾਹ ਨੇ ਤਾਂ ਕੀ ਕਰਨਾ। ਇੱਥੇ ਦੀ ਕੋਰਟ ਵੀ ਨਹੀਂ ਇਹਨਾਂ ਨੂੰ ਬਰੀ ਕਰ ਸਕਦੀ, ਕੋਈ ਸੰਸਾਰ ਦੀ ਕੋਰਟ ਵੀ ਨਹੀਂ ਬਰੀ ਕਰ ਸਕਦੀ। ਵੀ ਲਿਖਿਆ ਹੋਇਆ ਕੀ ਹੈ, ਕਰਦੇ ਤੁਸੀਂ ਕੀ ਹੋ? ਜਵਾਬ ਕਿਹਨੂੰ ਦਓਗੇ ਤੁਸੀਂ? ਇੱਥੇ ਦੀ ਕੋਰਟ ਵੀ ਇਹ ਜਵਾਬ ਮੰਗ ਲਿਆ ਸੀ ਨਾ ਜਵਾਬ ਸਹਿਜਧਾਰੀ ਸਿੱਖ ਦਾ। ਜਿੱਦਾਂ ਜਵਾਬ ਮੰਗ ਲਿਆ ਕੋਰਟ ਨੇ, ਬੋਲਣ ਜੋਗੇ ਹੀ ਨਹੀਂ ਇਹ ਤਾਂ ਹੈਗੇ। ਇਸੇ ਫਿਕਰ 'ਚ ਨੇ ਹੁੰਦੇ, ਇਸੇ ਫਿਕਰ 'ਚ ਨਾ ਪਤਾ ਸਾਨੂੰ ਜੇ ਵਿਰੋਧ ਕਰ ਰਹੇ ਤਾਂ ਵੀ ਮਰਦੇ ਨੇ, ਨਹੀਂ ਕਰਦੇ ਤਾਂ ਵੀ ਮਰਦੇ ਨੇ। ਨਹੀਂ ਵਿਰੋਧ ਕਰਨਗੇ ਤਾਂ ਵੀ ਮਰ ਗਏ, ਵਿਰੋਧ ਕਰਨਗੇ ਤਾਂ ਵੀ ਮਰ ਗਏ। ਹੁਣ ਤਾਂ ਮਰਨਾ ਹੀ ਮਰਨਾ। ਝੂਠ ਨੇ ਸੱਚ ਦੇ ਅੱਗੇ ਮਰਨਾ ਹੀ ਮਰਨਾ। ਸਭ ਕੋ ਮਰਨਾ ਆਇਆ, ਮਰਨਾ ਸਭ ਨਹੀਂ ਹੈ। ਵਿਛੋੜਾ ਸਭ ਨੂੰ, ਇਹ ਸੰਸਾਰੀ ਗੱਲ ਹੈ। ਕਹਿੰਦੇ ਮਰਨਾ ਭਾਈ ਸਭ ਨੇ, ਜੋ ਪਿਓ ਸੋ ਬਿਨਸ ਹੈ। ਸਭ ਕੋ ਮਰਨਾ ਆਇਆ, ਵਿਛੋੜਾ ਸਭ ਨੂੰ। ਇਹ ਝੂਠੀ ਦੁਨੀਆ 'ਚ ਸਭ ਨੇ ਮਰਨਾ। ਝੂਠੀ ਦੁਨੀਆ ਕੂੜ ਸੰਸਾਰ ਹੈ। ਝੂਠ ਨੇ ਮਰਨਾ ਹੀ ਮਰਨਾ। ਝੂਠ ਦੀ ਮੌਤ ਹੈ, ਨਿਸ਼ਚਿਤ ਮੌਤ ਹੈ। ਸੱਚ ਨੇ ਰਹਿਣਾ। ਕੂੜ ਨਕੁੱਟੇ ਨਾਨਕਾ ਓੜਕ ਸੱਚ ਰਹੀ। ਸੱਚ ਨੇ ਰਹਿਣਾ, ਕੂੜ ਨੇ ਮਰਨਾ ਹੀ ਮਰਨਾ। ਖੋਟਾ ਸਾਬਤ ਹੋਣਾ ਹੀ ਹੋਣਾ। ਹੁਣ ਕੂੜ ਦੇ ਦਿਨ ਆ ਗਏ, ਖੋਟਾ ਸਾਬਤ ਹੋਣ ਦੇ।
ਗੁਰਬਾਣੀ ਸੱਚੀ ਬਾਣੀ ਹੈ, ਕੂੜ ਨੂੰ ਖੋਟਾ ਸਾਬਤ ਕਰ ਰਹੀ ਹੈ। ਸਾਡੀ ਤਾਂ ਡਿਊਟੀ ਅਸੀਂ ਤਾਂ ਦੱਸ ਰਹੇ ਹਾਂ। ਸੰਗਤ ਨੂੰ ਦੱਸਣਾ ਫਰਜ਼ ਹੈ, ਫਰਜ਼ ਬਣਦਾ, ਡਿਊਟੀ ਹੈ। ਥਾਣੇਦਾਰ ਦਾ ਫਰਜ਼ ਹੈ। ਗੋਲੀ ਚੱਲਦੀ ਹੈ, ਡਾਕੂ ਆਉਂਦੇ ਨੇ, ਚਾਹੇ ਮਾਰਿਆ ਜਾਵੇ ਥਾਣੇਦਾਰ ਜਾਊਗਾ। ਮਾਰੇ ਵੀ ਜਾਂਦੇ ਨੇ, ਰੋਜ਼ ਸ਼ਹੀਦ ਹੁੰਦੇ ਨੇ। ਅੱਤਵਾਦੀਆਂ ਨਾਲ ਸ਼ਹੀਦ ਨਹੀਂ ਹੁੰਦੇ ਮੁੰਡੇ ਸਾਡੇ ਅਫਸਰ, ਉਹ ਕਰਕੇ ਸ਼ਹੀਦ ਨਹੀਂ ਹੋਇਆ। ਪਬਲਿਕ ਨੂੰ ਬਚਾਉਂਦੇ ਨੇ, ਚਾਹੇ ਆਪ ਮਾਰੇ ਜਾਣ। ਐਵੇਂ ਫੌਜੀ ਕਰਦੇ ਨੇ, ਡਿਊਟੀ ਆ ਉਹਨਾਂ ਦੀ ਬਈ, ਕਿਵੇਂ ਨਾ ਕਰਨਗੇ। ਐਵੇਂ ਮਿਨਿਸਟਰ ਕਰਦੇ, ਰਾਸ਼ਟਰਪਤੀ ਕਰਦੇ ਨੇ। ਲੋਕ ਇਹਨਾਂ ਨੂੰ ਮਾਰ ਦਿੰਦੇ ਨੇ, ਅੜਾਉਂਦੇ ਨੇ, ਪਰ ਦੇਸ਼ ਵਾਸਤੇ, ਦੇਸ਼ ਦੀ ਰੱਖਿਆ ਵਾਸਤੇ ਕਰਦੇ ਨੇ। ਕੋਈ ਚੀਜ਼ਾਂ ਲੋਕ ਬਣਾਉਂਦੇ ਨੇ, ਨਹੀਂ ਮੰਨਦੇ, ਉਹ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਆਪਣੀ ਸਿਕਿਉਰਿਟੀ ਰੱਖਦੇ ਨੇ, ਰਿਸਕ ਲੈਂਦੇ ਨੇ। ਸਾਰੇ ਮਿਨਿਸਟਰ ਰਿਸਕ 'ਚ ਹੁੰਦੇ ਨੇ। ਕੁਝ ਐਸੇ ਫੈਸਲੇ ਲੈਣੇ ਪੈਂਦੇ ਨੇ ਜਿਹੜੇ ਕੁਝ ਲੋਕਾਂ ਨੂੰ ਨਹੀਂ ਪਸੰਦ। ਉਹ ਇਹਨਾਂ ਨੂੰ ਕਹਿੰਦੇ ਨੇ ਵੀ ਆ ਮਾਰ ਦੋ, ਨਹੀਂ ਸਾਡੀ ਗੱਲ ਮੰਨੋ। ਉਹ ਕਹਿੰਦੇ ਵੀ ਗੱਲ ਨਹੀਂ ਮੰਨੀ ਜਾ ਸਕਦੀ, ਖਤਰਾ ਅਸੀਂ ਮੁੱਲ ਲੈ ਲਾਂਗੇ। ਇਸ ਕਰਕੇ ਭਗਤ ਵੀ ਆਪਣਾ ਖਤਰਾ ਮੁੱਲ ਲੈ ਕੇ ਹੀ ਗੱਲ ਕਹਿੰਦੇ ਹੁੰਦੇ ਨੇ। ਸਾਡਾ ਆਪਣਾ ਰਿਸਕ ਹੈ, ਭਗਤਾਂ ਨੇ ਰਿਸਕ ਲੈ ਕੇ ਗੱਲ ਕਹੀ ਹੈ। ਬਾਕੀ ਧਰਮਾਂ ਦੇ ਰਿਸਕ ਸੀ ਉਹਨਾਂ ਦੇ ਜੁਗੇ, ਰਿਸਕ ਸੀ। ਸਾਹਿਬਜ਼ਾਦਿਆਂ ਨੂੰ ਕੀ ਸੀ? ਰਿਸਕ ਸੀ। ਗੁਰੂ ਘਰ ਨੂੰ ਕੀ ਸੀ? ਰਿਸਕ ਸੀ। ਪੰਜਵੇਂ ਪਾਤਸ਼ਾਹ ਨੂੰ ਕੀ ਸੀ? ਰਿਸਕ ਸੀ। ਰਿਸਕ ਲੈ ਕੇ ਗੱਲ ਹੁੰਦੀ ਹੈ। ਸੱਚ ਤੇ ਪਹਿਰਾ ਦੇਣਾ ਹੋਵੇ, ਇਮਾਨਦਾਰੀ ਤੇ ਪਹਿਰਾ ਦੇਣਾ ਹੋਵੇ। ਹੁਣ ਕੋਰਟਾਂ ਨੂੰ ਰਿਸਕ ਲੈ ਕੇ ਕਰਦੇ ਨੇ ਫੈਸਲੇ। ਉਹ ਡਾਕੂਆਂ ਨੂੰ ਫਾਂਸੀ ਦੇਣੀ, ਉਹਨਾਂ ਨੇ ਮਗਰ ਬੜੇ ਬੜੇ ਅੱਤਵਾਦੀਆਂ ਨੂੰ ਫਾਂਸੀਆਂ ਦੇਣੀਆਂ, ਉਹ ਰਿਸਕ ਨਹੀਂ ਆ ਉਹਨਾਂ ਨੂੰ। ਰਿਸਕ ਕਰਨਾ ਪੈਂਦਾ, ਡਿਊਟੀ ਤੇ ਬੈਠੇ ਨੇ। ਉਹ ਕੀ ਕਰਨ? ਭਗਤਾਂ ਦੀ ਆਪਣੀ ਡਿਊਟੀ ਆ, ਉਹਨਾਂ ਦੀ ਆਪਣੀ ਡਿਊਟੀ ਆਪਣੀ। ਕਿੱਡਾ ਵੀ ਕੋਈ ਖਤਰੇ ਵਾਲੀ ਗੱਲ ਹੋਵੇ, ਰਿਸਕ ਹੋਵੇ, ਸਾਡੀ ਡਿਊਟੀ ਅਸੀਂ ਕਰਾਂਗੇ। ਜਿਹਨੂੰ ਨਹੀਂ ਆਉਂਦਾ ਲੱਗਦਾ ਨਾ ਲੱਗੇ, ਸਾਨੂੰ ਠੇਕਾ ਲੇਗਾ। ਪਰ ਚੰਗਾ ਕਿਹਨੂੰ ਨਹੀਂ ਲੱਗੂਗਾ? ਸਿਰਫ ਸਿੱਖਾਂ ਨੂੰ ਨਹੀਂ ਚੰਗਾ ਲੱਗੂ। ਬਾਕੀਆਂ ਦਾ ਨਹੀਂ ਰੌਲਾ, ਕੋਈ ਬਾਕੀਆਂ ਦਾ ਨਹੀਂ ਰੌਲਾ ਹੈ। ਸਿੱਖਾਂ ਨੂੰ ਨਹੀਂ ਚੰਗਾ ਲੱਗੂ। ਜਿਹੜੇ ਸਿੱਖ ਤਾਂ ਹੈ ਨਹੀਂ ਅਸਲ 'ਚ, ਉਹ ਜਿਹੜੇ ਸਿੱਖੀ ਤੇ ਕਬਜ਼ਾ ਕਰੀ ਬੈਠੇ ਨੇ, ਉਹਨਾਂ ਨੂੰ ਸ਼ਾਇਦ ਚੰਗਾ ਨਾ ਲੱਗੇ। ਉਹਨਾਂ 'ਚੋਂ ਕੁਝ ਬੰਦਿਆਂ ਨੂੰ ਚੰਗਾ ਨਾ ਲੱਗੇ। ਨਹੀਂ ਲੱਗੂ, ਨਾ ਲੱਗੇ, ਸਾਨੂੰ ਠੇਕਾ ਲਿਆ ਹੈ। ਗੁਰਬਾਣੀ ਦੀ ਵਿਆਖਿਆ ਹੈ। ਹਾਂ, ਵਿਆਖਿਆ ਗਲਤ ਹੈ, ਦੱਸ ਦੇਣ। ਜੇ ਗਲਤ ਵਿਆਖਿਆ, ਗਲਤ ਵਾਲਿਆਂ ਨੂੰ ਤਾਂ ਕਹਿੰਦੇ ਹੀ ਨਹੀਂ ਹੈ ਕੁਛ। ਗਲਤ ਤਾਂ ਹੋਏ ਰਹੀ ਹੈ ਰੋਜ਼। ਗਲਤ ਤਾਂ ਹਜਮ ਹੈ ਉਹਨਾਂ ਨੂੰ, ਗਲਤ ਵਾਲਿਆਂ ਨੂੰ ਨਹੀਂ ਕਹਿੰਦੇ ਕੁਛ। ਜੇ ਠੀਕ ਆਈ ਹੈ ਤਾਂ ਉਹਨਾਂ ਨੂੰ ਸਹੀ ਲੱਗੂਗਾ। ਹੁਣ ਸਾਰਿਆਂ ਨੂੰ, ਹੁਣ ਦੇਖਦੇ ਹਾਂ। ਹਾਂਜੀ, ਜੋ ਜਾਚੂ ਤੋਂ ਕੇਵਲ ਰਾਮ, ਜੋ ਜਾਚੂ ਮੇਰੀ ਕਹਿੰਦੇ ਡਿਮਾਂਡ ਕੀ ਹੈ? ਜੋ ਜਾਚੂ, ਜੋ ਮੈਂ ਮੰਗੂ, ਕੀ ਮੰਗਾ? ਤੋਂ ਕੇਵਲ ਰਾਮ ਮੰਗੂਗਾ, ਮੈਂ ਕੁਛ ਨਹੀਂ ਮੰਗਦਾ। ਉਹ ਸੰਸਾਰ ਦਾ ਛੱਡਣਾ ਹੀ ਹੈ। ਜਿਹੜੀ ਜੀ ਛੱਡ ਜਾਣੀ ਉਹ ਮੰਗ ਕੇ ਕੀ ਕਰਨੀ? ਜਿਹੜੀ ਜੀ ਨਾਲੇ ਨਹੀਂ ਜਾਣੀ ਮੰਗ ਕੇ ਕੀ ਕਰਨੀ? ਤਾਂ ਕੇਵਲ ਨਾਮ ਰਾਮ। ਹਾਂ, ਰਾਮ। ਆਨ ਦੇਵ ਸੋ ਨਾਹੀ ਕਾਮ। ਹੋਰ ਦੇਵੀ ਦੇਵਤਿਆਂ ਦੀ ਮੈਨੂੰ ਕੋਈ ਲੋੜ ਨਹੀਂ ਹੈਗੀ, ਤੁਸੀਂ ਆਪਣੇ ਰੱਖੋ। ਬਾਕੀ ਜਿਹੜੇ ਦੇਵੀ ਦੇਵਤੇ ਨੇ ਉਹ ਤੁਸੀਂ ਰੱਖੋ, ਮੈਨੂੰ ਨਹੀਂ ਲੋੜ ਦੇਵੀ ਦੇਵਤਿਆਂ ਦੀ। ਆਨ ਦੇਵ ਸੋ ਨਾਹੀ ਕਾਮ, ਮੇਰਾ ਕੋਈ ਕੰਮ ਨਹੀਂ ਹੈ ਉਹਨਾਂ ਨਾਲ। ਮੈਨੂੰ ਲੋੜ ਹੀ ਨਹੀਂ ਉਹਨਾਂ ਦੀ, ਹੋਰ ਦੇਵਤਿਆਂ ਦੀ। ਕੋਟ ਚੰਦਰਮੇ ਕਰੇ ਚਿਰਾਕ ਸੂਰ 3300। ਹੁਣ ਰਾਮ ਦੇ ਦੇਖੋ, ਬਾਕੀ ਦੇਵ ਹੁੰਦੇ ਨੇ। ਰਾਮ ਦੇਵ ਹੈ ਨਾ, ਕਿਸੇ ਦੇਵੀ ਦੇਵਤੇ ਦੀ ਲੋੜ ਨਹੀਂ। ਇਹ ਜਿਹੜੇ ਅਸੀਂ ਗੁਰੂ ਬਣਾ ਲਏ 10, ਇਹ ਦੇਵੀ ਦੇਵਤੇ ਹੀ ਨੇ। ਜਿਹੜੇ ਗੁਰੂ ਰਾਮਦਾਸ ਦੇ ਨਾਮ ਦੀ, ਗੁਰੂ ਨਾਨਕ ਦੇ ਨਾਮ ਲੈਣੇ ਆ, ਸਾਰੇ ਦੇਵੀ ਦੇਵਤੇ ਨੇ। ਜੇ ਇਹਨਾਂ ਨਾਲ ਕੰਮ ਹੈ ਤਾਂ ਉਹੀ ਗੱਲ ਆ ਗਈ। ਉਹਨਾਂ ਨੇ ਵੀ ਇਹੋ ਜਿਹੇ ਬਣਾਏ ਤੇ ਦੇਵੀ ਦੇਵਤੇ। ਰਾਮਚੰਦਰ ਬਣਾਇਆ ਸੀ, ਲక్ష్మణ ਬਣਾਇਆ ਸੀ, ਇਹ ਜੋ ਵਿਸ਼ਨੂੰ ਬਣਾਇਆ, ਹੋਰ ਬਣਾਇਆ ਦੇਵੀ ਦੇਵਤੇ। ਇਹ ਗੁਰੂ ਹੈ ਤੇ ਉਹਨਾਂ ਨੇ ਤਾਂ ਬਣਾਏ ਸੀ। ਜਿਹੜਾ ਵਿਅਕਤੀ ਵਿੱਚ ਅਸੀਂ ਬਾੜ ਲਏ ਅਰਦਾਸ ਦੇ, ਉਹ ਦੇਵੀ ਦੇਵਤੇ ਹੀ ਬਾੜ ਲਏ। ਅੰਤਰ ਕੀ ਸੀ? ਦੇਵ ਸੀ। ਜਿਹਨੂੰ ਸਤਿਗੁਰ ਕਿਹਾ ਕੀ ਹੈ? ਦੇਵ ਹੈ। ਉਹ ਅੰਤਰ ਦੇਵ ਨਾ ਜਾਣੇ ਅੰਧ। ਦੇਵ ਤਾਂ ਬਾੜ ਲਿਆ। ਆਨ ਦੇਵ ਸਿਓ ਨਾਹੀ ਕਾਮ, ਉਹੀ ਗੱਲ ਹੈ। ਹੋਰ ਕੀ ਹੈ? ਆ ਜਿਹੜੇ ਦੇਵ ਨੇ
ਜਿਨ੍ਹਾਂ ਨੇ ਸਾਨੂੰ ਗੁਰਬਾਣੀ ਦਿੱਤੀ ਹੈ ਇਹਨਾਂ ਨਾਲ ਕੋਈ ਮਤਲਬ ਨਹੀਂ ਹੈ। ਸ਼ਬਦ ਗੁਰੂ ਤੇ ਹੀ ਮਤਲਬ। ਹਾਂ, ਮੈਨੂੰ ਆਪਣੇ ਰਾਮ ਨਾਲ ਮਤਲਬ ਹੈ, ਮੈਨੂੰ ਦੂਏ ਦੇ ਰਾਮ ਨਾਲ ਕੀ ਮਤਲਬ ਹੈ? ਮੈਨੂੰ ਆਪਣੇ ਰਾਮ ਨਾਲ ਮਤਲਬ ਹੈ ਨਾ, ਮੈਂ ਦੂਏ ਦੇ ਰਾਮ ਤੇ ਮੈਂ ਕੀ ਲੈਣਾ, ਦੂਏ ਦੇ ਦੇਵ ਤੇ ਮੈਂ ਕੀ ਲੈਣਾ? ਮੈਨੂੰ ਆਪਣੇ ਦੇਵ ਨਾਲ ਮਤਲਬ ਹੈ ਨਾ। ਸਭ ਨਾਲ ਆਪੋ ਆਪਣੀ, ਮੈਂ ਆਪਣੀ। ਭਈ ਬਾਹਰ ਵਾਲੇ ਨਾਲ ਨਹੀਂ ਬਾਹਰ ਹੋ ਸਕਦਾ ਕਨੈਕਸ਼ਨ। ਹੁਣ ਦੇਵ ਸਿਓ ਨਹੀਂ ਖਾਂ। ਹਾਂ, ਦੇਵ ਹੈਗੇ ਨੇ ਸਾਰਿਆਂ ਦੇ ਅੰਦਰ ਨੇ, ਦੇਵ ਸਾਰਿਆਂ ਦੇ ਅੰਦਰ ਨੇ। ਮੇਰਾ ਹੋਰ ਦੇਵ ਨਾਲ ਕੋਈ ਕੰਮ ਨਹੀਂ ਹੈਗਾ, ਮੇਰਾ ਆਪਣੇ ਨਾਲ ਕੰਮ ਹੈ, ਆਪਣੇ ਦੇਵ ਨਾਲ। ਮੈਂ ਇੱਕ ਨਾਲ ਆਪਣੇ ਦੇਵ ਨਾਲ ਰਲ ਕੇ ਇੱਕ ਹੋਣਾ, ਮੈਂ ਆਪਣੇ ਦੇਵ ਨਾਲ ਰਲ ਕੇ ਇੱਕ ਹੋ ਕੇ ਉਗਣਾ। ਮੈਂ ਦੂਏ ਦੇ ਦੇਵ ਤੇ ਕੀ ਲੈਣਾ? ਦੂਏ ਨੇ ਆਪਣੇ ਨਾਲ ਹੋਣਾ, ਤੀਏ ਨੇ ਆਪਣੇ ਨਾਲ। ਹੋਰ ਕਿਸੇ ਨਾਲ ਕਨੈਕਸ਼ਨ ਜੇ ਬਾਹਰ ਰਹਿੰਦਾ ਹੈ ਤਾਂ ਮੁਕਤੀ ਮਿਲੇ ਨਹੀਂ ਸਕਦੀ। ਸਾਡਾ ਗੁਰੂਆਂ ਨਾਲ ਕੁੰਡੀ ਫਸੀ ਹੋਈ ਹੈ, ਫਸਾਈ ਬੈਠੇ ਹਾਂ ਅਸੀਂ ਸੁਰਤ। ਜਿੰਨਾ ਚਿਰ ਗੁਰੂਆਂ ਨਾਲ ਆ, ਗੁਰੂ ਗ੍ਰੰਥ ਸਾਹਿਬ ਨਾਲ ਸੁਰਤ ਕਿਤੇ ਦੀ ਜੁੜੀ ਹੋਈ ਹੈ, ਕੱਖ ਨਹੀਂ ਪੱਲੇ ਪੈ ਸਕਦਾ, ਅੱਗੇ ਨਹੀਂ ਜਾ ਸਕਦਾ, ਮਾਇਆ 'ਚ ਰਹੂਗਾ। ਗੁਰਬਾਣੀ ਦੇ ਉਪਦੇਸ਼ ਨਾਲ ਸਾਡਾ ਮਤਲਬ ਰਹਿ ਗਿਆ, ਗੁਰੂ ਗ੍ਰੰਥ ਦੇ ਉਪਦੇਸ਼ ਨਾਲ ਮਤਲਬ ਹੈ, ਗੁਰੂ ਗ੍ਰੰਥ ਨਾਲ ਕੋਈ ਮਤਲਬ ਨਹੀਂ ਰਿਹਾ। ਆਦਮੀ ਨਾਲ ਕੋਈ ਮਤਲਬ ਨਹੀਂ, ਆਦਮੀ ਦੇ ਉਪਦੇਸ਼ ਨਾਲ ਮਤਲਬ ਰਹਿ ਗਿਆ। ਆਦਮੀ ਨਾਲ ਕੀ ਮਤਲਬ ਹੈ ਸਾਡਾ? ਆਦਮੀ ਦੇ ਉਪਦੇਸ਼ ਨਾਲ ਮਤਲਬ ਹੈ। ਜੋ ਸ਼ਬਦ ਮਿਲਿਆ, ਉਪਦੇਸ਼ ਮਿਲਿਆ, ਕੰਨਾਂ ਨੂੰ ਸੁਣਿਆ, ਜੋ ਸਮਝਿਆ, ਉਹਦੇ ਨਾਲ ਮਤਲਬ ਹੈ। ਉਹ ਗੱਲ ਨਾਲ, ਗ੍ਰੰਥ ਨਾਲ ਕੋਈ ਮਤਲਬ ਨਹੀਂ ਸਾਡਾ ਰਿਹਾ। ਜੇ ਗ੍ਰੰਥ ਨਾਲ ਮਤਲਬ ਹੈ ਤਾਂ ਉਪਦੇਸ਼ ਨਾਲ ਕੋਈ ਮਤਲਬ ਨਹੀਂ ਰਿਹਾ। ਫਿਰ ਤਾਂ ਇੱਥੋਂ ਕੋ ਲੈਣਾ ਹੈ, ਜੋ ਗ੍ਰੰਥ ਤੋਂ ਫਿਰ ਤਾਂ ਲੈਣਾ ਨਾ। ਇੱਕ ਆਦਮੀ 1 ਸਾਲ ਵਾਸਤੇ ਬਾਗ ਦੀ ਫਸਲ ਲੈਂਦਾ ਨਾ, ਬਾਗ ਦਾ ਫਲ ਤੋੜ ਲੈਂਦਾ, ਬਾਗ ਨੂੰ ਛੱਡ ਜਾਂਦਾ। ਫਲ ਤਾਂ ਪ੍ਰਾਪਤ ਹੋ ਗਿਆ। ਫਿਰ ਗੁਰੂ ਗ੍ਰੰਥ ਤੋਂ ਜਦ ਫਲ ਪ੍ਰਾਪਤ ਹੋ ਗਿਆ, ਫਿਰ ਪੇੜ ਤੇ ਤੁਸੀਂ ਕੀ ਲੈਣਾ? ਇਹਨੂੰ ਚੱਕ ਕੇ ਫਿਰਨਾ ਤੁਸੀਂ, ਪੇੜ ਤੇ ਕੀ ਲੈਣਾ? ਫਲ ਲੈ ਲਿਆ ਉਹਦੇ ਚੋਂ, ਪੇੜ ਦੇ ਵਿੱਚੋਂ ਫਲ ਲਈਦਾ ਹੁੰਦਾ। ਫਲ ਕੋਈ ਨਹੀਂ ਦੇਖ ਰਿਹਾ ਵੀ ਇਹ ਚੋਂ ਮਿਲਦਾ ਕੀ ਹੈ। ਇਹਦੇ ਵਿੱਚੋਂ ਕੁਝ ਨਹੀਂ ਲਿਆ, ਇਹਨੂੰ ਚੱਕੀ ਫਿਰੀ ਜਾਂਦੇ ਨੇ। ਉਹ ਜੋ ਲੈਣੇ ਵਾਲੀ ਚੀਜ਼ ਹੈ, ਇਹਦੇ ਵਿੱਚੋਂ ਲੈ ਲਓ ਉਪਦੇਸ਼। ਬਸ ਇਹ ਸੰਸਾਰ 'ਚ ਰਹਿਣਾ, ਇਹਨੂੰ ਨਾਲ ਨਹੀਂ ਲਿਆ ਸਕਦੇ ਤੁਸੀਂ ਚੱਕ ਕੇ। ਜਿਹੜਾ ਇਹਦੇ ਨਾਲ ਜੁੜਿਆ ਸੰਸਾਰ 'ਚ ਰਹਿ ਜਾਊਗਾ। ਸੱਚਖੰਡ ਕਿਵੇਂ ਲੈ ਜਾਓਗੇ? ਇਹਨੂੰ ਨਾਲ ਚੱਕ ਕੇ ਤੁਸੀਂ ਲੈ ਜਾਓਗੇ, ਫਿਰ ਇਹਦੇ ਨਾਲ ਜੁੜਨ ਦਾ ਮਤਲਬ ਕੀ ਰਹਿ ਗਿਆ? ਜਿਹੜਾ ਇਹਦੇ ਨਾਲ ਜੁੜੂਗਾ ਸੱਚਖੰਡ ਨਹੀਂ ਜਾ ਸਕਦਾ, ਸੰਸਾਰ ਨਹੀਂ ਛੱਡ ਸਕਦਾ। ਸੰਸਾਰ 'ਚ ਰਹੂਗਾ, ਸੰਸਾਰ ਤੋਂ ਗਾਂ ਗੁਰੂ ਗ੍ਰੰਥ ਵੀ ਨਹੀਂ ਜਾ ਸਕਦਾ। ਗੁਰੂ ਗ੍ਰੰਥ ਦਾ ਉਪਦੇਸ਼ ਜਾ ਸਕਦਾ ਸੰਸਾਰ ਤੋਂ ਪਰੇ। ਸਮਝਿਆ ਗੱਲ? ਇਹਦਾ ਗਿਆਨ ਜਾ ਸਕਦਾ, ਨਾਲ ਸਾਡੇ ਇਹ ਨਹੀਂ ਜਾ ਸਕਦਾ। ਇਸ ਕਰਕੇ ਗ੍ਰੰਥ ਨਾਲ ਨਹੀਂ ਜੁੜਨਾ, ਇਹਦੇ ਗਿਆਨ ਨਾਲ ਜੁੜਨਾ। ਗਿਆਨ ਗੁਰੂ ਹੈ ਇਹਦਾ, ਇਹ ਗ੍ਰੰਥ ਗੁਰੂ ਨਹੀਂ ਹੈ। ਗ੍ਰੰਥ ਗੁਰੂ ਕਹਿ ਕੇ ਅਸੀਂ ਫਸ ਗਏ, ਮੂਰਤੀ ਪੂਜਕ ਹੋ ਗਏ। ਗਿਆਨ ਗੁਰੂ ਠੀਕ ਸੀ, ਗ੍ਰੰਥ ਗੁਰੂ ਗਲਤ ਹੈ। ਬਸ ਗ੍ਰੰਥ ਗੁਰੂ ਸਾਡਾ ਬਣਾਇਆ ਹੋਇਆ, ਗਿਆਨ ਗੁਰੂ ਦਸਮ ਪਾਤਸ਼ਾਹ ਦਾ ਬਣਾਇਆ ਹੈ। ਉਹਨਾਂ ਨੇ ਗਿਆਨ ਗੁਰੂ ਕਿਹਾ ਸੀ, ਅਸੀਂ ਗ੍ਰੰਥ ਗੁਰੂ ਕਹਿਤਾ। ਆਹੀ ਗਲਤੀ ਹੋਈ ਹੈ। ਗ੍ਰੰਥ ਦੇ ਗਿਆਨ ਗ੍ਰੰਥ ਦੇ ਵਿੱਚ ਹੈ, ਇਹ ਮੰਨਦੇ ਹਾਂ ਅਸੀਂ। ਇਹ ਠੀਕ ਹੈ, ਇਹ ਠੀਕ ਹੈ। ਚੀਨੀ ਗੰਨੇ ਜੋ ਪੈਦਾ ਹੁੰਦੀ ਹੈ, ਪਰ ਗੰਨਾ ਨਹੀਂ ਬੋਰੀਆਂ 'ਚ ਪਾ ਕੇ ਵਿਕਦਾ, ਚੀਨੀ ਵਿਕਦੀ ਹੈ। ਗੰਨਾ ਨਹੀਂ ਬਹੁਤਾ ਦਰ ਰਹਿੰਦਾ ਹੁੰਦਾ। ਉਹ ਤਾਂ ਤੱਤ ਕੱਢ ਲਿਆ, ਗੰਨੇ ਦਾ ਤੱਤ ਕੱਢ ਲਿਆ, ਇਹਦਾ ਤੱਤ ਕੱਢ ਲੋ। ਉਹ ਗੁਰਬਾਣੀ ਦਾ ਤੱਤ ਕੱਢ ਲੋ, ਜਿਵੇਂ ਗੰਨੇ ਦਾ ਤੱਤ ਕੱਢ ਲੈਂਦੇ ਆਪਾਂ। ਬਸ ਸਾਡੇ ਮਤਲਬ ਜੀ ਚੀਨੀ ਹੈ, ਗੁੜ ਹੈ, ਅਸੀਂ ਉਹਨੂੰ ਵਰਤਦੇ ਹਾਂ। ਇਹਦਾ ਵੀ ਤੱਤ ਕੱਢਣਾ, ਤੱਤ ਗਿਆਨ। ਤੱਤ ਗਿਆਨ ਤਾਂ ਰਹੂ ਤੁਹਾਡੇ ਨਾਲ ਹਮੇਸ਼ਾ ਵਾਸਤੇ, ਇਹ ਨਹੀਂ ਰਹਿ ਸਕਦਾ। ਮਾਇਆ ਹੈ ਤਾਂ ਇਹ ਆਪਣਾ ਸਰੀਰ ਦੀ ਨਾਲ ਜਾਣਾ, ਗ੍ਰੰਥ ਨਾਲ ਕਿਵੇਂ ਚਲਾ ਜਾਊਗਾ? ਇਸ ਕਰਕੇ ਗ੍ਰੰਥ ਨਾਲ ਨਹੀਂ ਜੁੜਨਾ, ਇਹਦੇ ਗਿਆਨ ਨਾਲ ਜੁੜਨਾ, ਇਹਦੇ ਉਪਦੇਸ਼ ਨਾਲ ਜੁੜਨਾ। ਅਸੀਂ ਗ੍ਰੰਥ ਗੁਰੂ, ਗ੍ਰੰਥ ਕਿਵੇਂ ਗੁਰੂ ਹੋ ਜੂ? ਗਿਆਨ ਗੁਰੂ ਹੋਊਗਾ। ਜਿਹਦਾ ਗ੍ਰੰਥ ਗੁਰੂ ਹੈ, ਮਾਇਆ 'ਚ ਰਹੂਗਾ, ਮਾਇਆਧਾਰੀ ਹੈ ਉਹ।
ਸ਼ਬਦ ਗੁਰੂ ਜੇ ਕਹੀਏ ਤਾਂ ਵੀ ਸ਼ਬਦ ਕੰਨਾਂ ਦਾ ਵਿਸ਼ਾ, ਉਪਦੇਸ਼ ਹੁੰਦਾ, ਉਹ ਤਾਂ ਉਪਦੇਸ਼ ਹੁੰਦਾ। ਇਹਨੂੰ ਸ਼ਬਦ ਗੁਰੂ ਕਹਿਣ ਲੱਗੇ ਨੇ। ਇਹ ਸ਼ਬਦ ਨਹੀਂ ਇਹ ਹੈਗਾ, ਇਹ ਅੱਖਰ ਗੁਰੂ ਹੈ, ਇਹ ਅੱਖਰ ਨੇ, ਇਹ ਗ੍ਰੰਥ ਹੈ, ਕਾਗਜ਼ ਹੈ, ਇਹ ਸਿਆਹੀ ਹੈ, ਇਹ ਹੋਰ ਚੀਜ਼ ਹੈ। ਜਿਹਨੂੰ ਇੰਨੀ ਗੱਲ ਦਾ ਨਹੀਂ ਪਤਾ, ਇੰਨੀ ਗੱਲ ਦੀ ਸਮਝ ਨਹੀਂ, ਸਿੱਖੀ ਦਾ ਪ੍ਰਚਾਰ ਸਵਾ ਕਰਨਾ ਇਹਨਾਂ ਨੇ। ਸਿੱਖੀ ਦਾ ਪ੍ਰਚਾਰ ਕਿਵੇਂ ਹੋ ਜਾਂਦਾ ਇਹਨਾਂ ਤੇ ਹੋ ਹੀ ਨਹੀਂ ਸਕਦਾ ਸਿੱਖੀ ਦਾ ਪ੍ਰਚਾਰ। ਨਾ ਸਿੱਖ ਆਪ ਬਣਨ, ਨਾ ਕਿਸੇ ਨੂੰ ਬਣਾ ਸਕਣ ਸਿੱਖ। ਇਹ ਅੱਖਰ ਖਰ ਜਾ ਹਾਂ ਜੀ। ਕੋਟ ਚੰਦਰਮੇ ਕਰੇ ਚਿਰਾਗ ਸੂਰ 3300 ਜੇਵੇ ਪਾਕ। 33 3300 3300 ਜੇਵੇ ਪਾਕ। ਕੋਟ ਚੰਦਰਮੇ ਕਰੇ ਚਿਰਾਗ। ਕਰੇ ਚਿਰਾਗ। ਜਦੋਂ ਕੋਈ ਬ੍ਰਹਮ ਗਿਆਨੀ ਪੈਦਾ ਹੁੰਦਾ ਨਾ, ਕੋਟ ਸੂਰ ਦਾ ਪ੍ਰਕਾਸ਼ ਲੈ ਕੇ, ਜਦੋਂ ਸੱਚਖੰਡ ਦਾ ਨਾਮ ਪ੍ਰਗਟ ਹੁੰਦਾ, ਐਂ ਕਹਿ ਲੋ ਸੰਸਾਰ 'ਚ, ਜਦੋਂ ਗੁਰਬਾਣੀ ਦੀ ਵਿਆਖਿਆ ਹੁੰਦੀ ਹੈ, ਜਦੋਂ ਹੁਕਮ ਦਾ ਵਿਆਖਿਆਨ ਕਰਦਾ ਕੋਈ ਭਗਤ ਆ ਕੇ, ਜਾਂ ਗੁਰਬਾਣੀ ਦੀ ਆਪਾਂ ਵਿਆਖਿਆ ਕਰਦੇ ਹਾਂ, ਜੇ ਸਹੀ ਵਿਆਖਿਆ ਹੋ ਜਵੇ ਤਾਂ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਹੋ ਜਾਂਦਾ। ਇਹ ਗੱਲ ਹੋ ਜਾਂਦਾ। ਹਜ਼ਾਰਾਂ ਹੀ ਜਿਹੜੇ ਸਿੱਖ ਨੇ ਚੰਦਰਮੇ ਨੇ, ਉਹਨਾਂ ਦੇ ਅੰਦਰ ਵੀ ਰੋਸ਼ਨੀ ਵੱਧਣ ਲੱਗ ਜਾਂਦੀ ਹੈ। ਚੰਦਰਮੇ ਦੀ ਰੋਸ਼ਨੀ ਤਾਂ ਹੈਗੀ ਹੈ ਨਾ, ਜਿਹੜਾ ਆਦਮੀ ਉਹਦੇ ਅੰਦਰ ਚੰਦਰਮੇ ਦੀ ਰੋਸ਼ਨੀ ਹੈ। ਥੱਲੇ ਦੇ ਜਾਨਵਰਾਂ 'ਚ ਤੋਂ ਘੱਟ ਹੈ, ਥੱਲੇ ਦੀਆਂ ਜੁਨੀਆਂ 'ਚ ਘੱਟ ਹੈ। ਜਿਹਨੂੰ ਗੁਰਬਾਣੀ ਸਮਝ ਆਉਣ ਲੱਗ ਜਾਵੇ ਨਾ, ਗੁਰਬਾਣੀ ਸਮਝ ਜਿਹਦੇ ਆਉਣ ਲੱਗ ਜਾਏ, ਘੱਟੋ ਘੱਟ ਉਹਨੂੰ ਚੰਦਰਮੇ ਦੀ ਰੋਸ਼ਨੀ ਜ਼ਰੂਰ ਹੈ। ਉਹ ਜਿਹੜੇ ਚੰਦਰਮੇ ਉਹ ਵੀ ਚਿਰਾਗ ਕਰਦੇ ਨੇ। ਚਿਰਾਗ ਕਾਹਨੂੰ ਕਹਿੰਦੇ ਨੇ? ਚਿਰਾਗ ਕਿਹਨੂੰ ਕਹਿੰਦੇ ਨੇ? ਜਿਹੜਾ ਹਨੇਰੇ 'ਚ ਚਾਨਣਾ ਕਰੇ। ਚਾਨਣਾ ਦਾ ਕਰਦਾ ਹਨੇਰੇ 'ਚ, ਪਰ ਹਨੇਰੇ ਨੂੰ ਦਿਨ 'ਚ ਨਹੀਂ ਬਦਲ ਸਕਦਾ ਚੰਦਰਮਾ। ਜਿਹੜੇ ਇਹਨਾਂ ਦੇ ਹੋਏ ਨੇ ਨਾ ਰਾਮਚੰਦਰ ਔਰ ਕ੍ਰਿਸ਼ਨ, ਇਹ ਇਹਨਾਂ ਦੇ 16 ਕਲਾ ਜਾਂ 14 ਕਲਾ ਵਾਲੇ ਦੀਵੇ ਨੇ। ਇਹਨੂੰ ਸੂਰਜ ਨਹੀਂ ਕਿਹਾ, ਇਹਨੂੰ ਦੀਵੇ ਕਿਹਾ ਹੋਇਆ। ਇਹ ਜਿਹੜੇ ਦੀਵੇ ਨੇ ਨਾ ਛੋਟੇ, ਰਿਸ਼ੀ ਮੁਨੀ ਜਿਹੜੇ ਛੋਟੇ ਨੇ ਦੀਵੇ ਨੇ, ਇਹ ਕਰੋੜਾਂ ਹੀ ਹੋਣ ਚਾਹੇ, ਇਹ ਰੋਸ਼ਨੀ ਉਸ ਸੂਰਜ ਤੋਂ ਹੀ ਲੈਂਦੇ। ਇਹ ਚਿਰਾਗ ਨੇ, ਇਹ ਦਿਨ ਨਹੀਂ ਚਾੜ ਸਕਦੇ। ਕੋਟ ਚੰਦਰਮੇ ਕਰੇ ਚਿਰਾਗ ਸੁਰ 33 ਉਹ ਜੇਵੇ ਪਾਕ। ਹਾਂ, ਜਿਹੜੇ ਤਾਂ ਹੁੰਦੇ ਨੇ ਚੰਦਰਮੇ, ਜਿਵੇਂ ਪਹਿਲਾਂ ਕੋਈ ਜ਼ਿਆਦਾ ਗਿਆਨਵਾਨ, ਜਿਹਨੂੰ ਜ਼ਿਆਦਾ ਸਮਝ ਆਉਂਦਾ, ਬੁੱਧੀ ਜ਼ਿਆਦਾ ਤੇਜ਼ ਹੁੰਦੀ ਹੈ, ਉਹ ਚੰਦਰਮੇ ਵਰਗੇ ਹੁੰਦੇ ਨੇ। ਉਹ ਰੋਸ਼ਨੀ ਫਿਰ ਉਹ ਲੈ ਕੇ ਨਾ ਗਿਆਨ ਲੋਕਾਂ ਨੂੰ ਦੇ ਰਹੇ ਹੁੰਦੇ ਨੇ, ਫਿਰ ਦਿੰਦੇ ਨੇ। ਚਿਰਾਗ ਕਰਨਾ ਦੂਸਰੇ ਨੂੰ ਗਿਆਨ ਦੇਣਾ। ਦੂਸਰੇ ਦੇਵਤੇ ਨੇ ਉਦੋਂ ਤੋਂ ਥੱਲੇ, ਉਦੋਂ ਦੇਵਤੇ ਨੇ। ਉਹ 33 ਕਰੋੜ ਹੈ ਉਹਨਾਂ ਦੀ ਗਿਣਤੀ ਦੇਵਤਿਆਂ ਦੀ ਬੁੱਧੀ ਹੋਈ ਆ। ਚਲੋ 33 ਕਰੋੜ ਦੇਵਤੇ ਵੀ ਜਿਵੇਂ ਪਾਕ ਭੋਜਨ ਖਾਂਦੇ ਨੇ, ਪੱਕਿਆ ਪਕਾਇਆ ਮਿਲਦਾ ਨਾ ਉਹਨਾਂ ਨੂੰ ਪਾਕ ਤਤ ਗਿਆਨ ਉਹਨਾਂ ਨੂੰ ਵੀ ਉਸ ਵੇਲੇ ਮਿਲਣ ਲੱਗ ਜਾਂਦਾ ਜਦੋਂ ਇਹ ਪ੍ਰਗਟ ਹੁੰਦਾ ਹੈ। ਜਦੋਂ ਗੁਰਬਾਣੀ ਸਹੀ ਰੂਪ 'ਚ ਪ੍ਰਗਟ ਹੁੰਦੀ ਹੈ ਤਾਂ ਜਿਹੜੇ ਦੇਵਤਿਆਂ ਦੇ ਕੁਝ ਤਾਂ ਹੁੰਦੇ ਨੇ ਮਨਮੁਖ, ਸੰਸਾਰ ਸਾਰੇ ਦੇਵਤੇ ਨਹੀਂ ਹੁੰਦੇ। ਜਿਹੜੇ ਮਨਮੁਖ ਹੁੰਦੇ ਨੇ ਉਹਦਾ ਵਿਰੋਧ ਕਰਦੇ ਹੁੰਦੇ ਨੇ, ਪੱਕੀ ਬਾਣੀ ਦਾ, ਗੁਰਮਤਿ ਦਾ, ਇਸ ਭੋਜਨ ਦਾ। ਪਾਕ ਪਵਿੱਤਰ, ਇਹਨੂੰ ਪਾਕ ਪਵਿੱਤਰ ਕਿਹਾ। ਪਾਕ ਮੁਸਲਮਾਨਾਂ ਦਾ ਲਫ਼ਜ਼ ਹੈ, ਪਵਿੱਤਰ ਨੂੰ ਕਿਹਾ। ਇਹ ਪਵਿੱਤਰ ਭੋਜਨ ਹੈ ਜਿਹੜਾ ਨਾ, ਪਵਿੱਤਰ ਗਿਆਨ ਹੈ। ਇਹਦੇ ਭੋਜਨ ਦਾ ਜਿਹੜੇ ਤਾਂ ਮਨਮੁਖ ਨੇ ਉਹਦਾ ਵਿਰੋਧ ਕਰਦੇ ਨੇ। ਜਿਹੜੇ ਗੁਰਮੁਖ ਨੇ, ਦੇਵਤੇ ਨੇ, ਉਹ ਇਹਦਾ ਗ੍ਰਹਿਣ ਕਰਦੇ ਨੇ, ਇਹਨੂੰ ਗ੍ਰਹਿਣ ਕਰਦੇ ਨੇ। ਜਿਵੇਂ ਪਾਕ, ਉਹ ਇਹਨੂੰ ਖਾਂਦੇ ਨੇ, ਉਹ ਇਹ ਤੋਂ ਗਿਆਨ ਲੈਂਦੇ ਨੇ। ਉਹਨਾਂ ਨੂੰ ਸਮਝ ਹੋਰ ਆ ਜਾਂਦੀ ਹੈ, ਉਹਨਾਂ ਦੇ ਅੰਦਰ ਹੋਰ ਚਾਨਣ ਹੁੰਦਾ ਰਹਿੰਦਾ। ਅਰਥ ਛੋਟੇ ਗਿਆਨੀ ਵੀ ਅਰਥਾਉਣ ਲੱਗ ਜਾਂਦੇ ਨੇ, ਭਾਵੇਂ ਉਹ ਬ੍ਰਹਮ ਗਿਆਨੀ ਨਹੀਂ ਹੁੰਦੇ। ਬ੍ਰਹਮ ਗਿਆਨੀਆਂ ਦੀ ਗੱਲ ਨੂੰ ਥੋੜੇ ਗਿਆਨਵਾਨ ਅਰਥਾਉਣ ਲੱਗ ਜਾਂਦੇ ਨੇ। ਜਿੰਨਾ ਕੁ ਉਹਨਾਂ ਦੀ ਸਮਝ ਹੁੰਦੀ ਹੈ, ਸਮਝ ਕੇ ਅਰਥਾਈ ਜਾਂਦੇ ਨੇ, ਅਰਥਾਉਣ ਲੱਗ ਜਾਂਦੇ ਨੇ। ਅਰਥਾਉਂਦੇ ਉਹ ਜਿਹੜੇ ਥੱਲੇ ਵਾਲੇ ਗਿਆਨਵਾਨ ਨੇ, ਦੇਵਤੇ ਨੇ, ਉਹ ਵੀ ਅੱਗੇ ਗੁਰਸਿੱਖ ਸੀ। ਕਿੰਨੇ ਸਿੱਖ ਸੀ ਗੁਰੂ ਘਰ ਦੇ ਨਾਲ ਜੁੜੇ?
ਉਹ ਸਾਰੇ ਦੇਵਤੇ ਹੀ ਸੀ। ਉਹ ਪਾਕ ਹੋ ਗਏ, ਉਹ ਵੀ ਨਿਰਮਲ ਹੋ ਗਈ ਬੁੱਧ ਉਹਨਾਂ ਦੀ, ਸ਼ੁੱਧ ਹੋ ਗਏ, ਕਿਉਂਕਿ ਖਾਂਦੇ ਜੋ ਭੋਜਨ ਪਾਕ ਸੀ। ਨਿਰਵੈਰ ਹੋ ਗਏ, ਵੈਰ ਵਿਰੋਧ ਛੱਡਤਾ ਉਹਨਾਂ ਨੇ। ਪਾਕ ਹੋਣਾ ਵੈਰ ਵਿਰੋਧ ਛੱਡ ਦੇਣਾ। ਵੈਰ ਵਿਰੋਧ ਜਦ ਛੱਡਿਆ ਗਿਆ ਤਾਂ ਪਾਕ ਹੋ ਜਾਂਦਾ ਆਦਮੀ। ਹੋਰ ਵੈਰ ਵਿਰੋਧ ਸਭ ਤੋਂ ਪਿੱਛੋਂ ਛੁੱਟਦਾ, ਲੋਭ ਲਾਭ ਪਹਿਲਾਂ ਹੀ ਛੁੱਟ ਜਾਂਦਾ, ਕ੍ਰੋਧ ਪਹਿਲਾਂ ਹੀ ਛੁੱਟ ਜਾਂਦਾ, ਸਭ ਤੋਂ ਆਖਰ ਦੇ ਵਿੱਚ ਵੈਰ ਵਿਰੋਧ ਛੁੱਟਦਾ। ਬਸ ਬੁਰੇ ਦਾ ਭਲਾ ਕਰਨਾ ਸਭ ਤੋਂ ਔਖੀ ਗੱਲ ਹੈ, ਲਾਸਟ ਵਿੱਚ ਇਹ ਛੁੱਟਦਾ। ਜਦ ਵੈਰ ਵਿਰੋਧ ਛੁੱਟ ਗਿਆ, ਇਹਦਾ ਮਤਲਬ ਹੈ ਪਹਿਲਾਂ ਉਹ ਸਭ ਕੁਝ ਛੁੱਟ ਗਿਆ। ਪਹਿਲਾਂ ਛੁੱਟਿਆ ਹੀ ਹੋਇਆ। ਇਸ ਕਰਕੇ ਸਿੱਖ ਨੂੰ ਕਹਿੰਦੇ ਸੀ ਮੁਸਲਮਾਨ ਵੀ ਜੇ ਇੱਕ ਸਿੱਖ ਗਵਾਹੀ ਦੇ ਦੇਵੇ ਤਾਂ 100 ਦੂਸਰਾ ਆਦਮੀ ਗਵਾਹੀ ਦੇ ਦੇਵੇ, ਚਾਹੇ ਉਹਦੇ ਖਿਲਾਫ, ਉਹ 100 ਝੂਠਾ, ਇਕੱਲਾ ਹੀ ਸਿੱਖ ਸੱਚਾ, ਕਿਸੇ 'ਚ ਝੂਠ ਬੋਲੇ ਨਹੀਂ ਸਕਦਾ। ਉਹ ਸਿੱਖ ਸੀ ਉਸ ਵੇਲੇ ਗੁਰੂ ਦੇ ਬਣੇ। ਵੈਰ ਵਿਰੋਧ ਹੈ ਨਹੀਂ ਸੀ। ਉਹ ਕਹਿੰਦਾ ਇਹਨੇ ਵੈਰ ਵਿਰੋਧ ਦੀ ਭਾਵਨਾ 'ਚ ਗ੍ਰਸਤ ਹੋ ਕੇ ਗਵਾਹੀ ਦੇਣੀ ਹੁੰਦੀ, ਤੇ ਜੋ ਸੱਚ ਹੈ ਉਹ ਕਹਿਣਾ। ਇਹਨੇ ਕਿਸੇ ਦੀ ਤਰਫਦਾਰੀ ਨਹੀਂ ਕਰਨੀ, ਸੱਚ ਕਹਿਣੀ ਹੈ ਗੱਲ। ਦੂਜੇ ਬੰਦੇ ਚਾਹੇ 1000 ਹੋਣ, ਉਹਨਾਂ ਨੇ ਤਰਫਦਾਰੀ ਦੀ ਗੱਲ ਕਰਨੀ, ਉਹਨਾਂ ਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਸਿੱਖ ਤੇ ਵਿਸ਼ਵਾਸ ਕੀਤਾ ਜਾ ਸਕਦਾ। ਵੈਰ ਵਿਰੋਧ ਜਦ ਖਤਮ ਹੁੰਦਾ, ਜਦ ਸੱਚ ਬੋਲਦਾ, ਉਹ ਤੋਂ ਪਹਿਲਾਂ ਸੱਚ ਨਹੀਂ ਬੋਲਦਾ, ਉਹ ਤੋਂ ਪਹਿਲਾਂ ਨਹੀਂ ਸੱਚ ਬੋਲਦਾ। ਜਿਹਦੇ ਨਾਲ ਵੈਰ ਹੈਗਾ ਉਹ ਤਾਂ ਫਿਰ ਥੋੜਾ ਬਹੁਤਾ ਝੂਠ ਬੋਲ ਕੇ ਵੀ ਉਹਦੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰੂਗਾ। ਜਦ ਵੈਰ ਵਿਰੋਧ ਖਤਮ ਹੋ ਗਿਆ, ਫਿਰ ਉਹ ਸੱਚ ਬੋਲੂਗਾ। ਫਿਰ ਉਹ ਕਹਿੰਦਾ ਵੈਰ ਕਰਦਾ ਮੇਰੇ ਨਾਲ ਪਿਆ ਕਰੇ, ਮੈਂ ਥੋੜੀ ਕਰਦਾ, ਮੈਂ ਤਾਂ ਸੱਚ ਬੋਲਣਾ, ਮੇਰੀ ਡਿਊਟੀ ਸੱਚ ਬੋਲਣਾ। ਮੈਨੂੰ ਕੋਈ ਚੰਗਾ ਸਮਝਦਾ, ਮਾੜਾ ਸਮਝਦਾ, ਤੇ ਮੈਂ ਕੀ ਲੈਣਾ? ਮੈਂ ਆਪ ਦਾ ਕੀ ਥੋੜੀ ਹੋਣਾ ਝੂਠ ਬੋਲ ਕੇ। ਮੈਂ ਝੂਠ ਬੋਲ ਕੇ ਬੇਈਮਾਨ ਨਹੀਂ ਹੁਣ, ਦੁਨੀਆ ਸਾਰੀ ਬੇਈਮਾਨ ਰਹੇ, ਮੈਂ ਕੀ ਲੈਣਾ ਦੁਨੀਆ ਤੇ? ਉਹਦਾ ਮਤਲਬ ਇਹ ਹੁੰਦਾ। ਇਸ ਕਰਕੇ ਜਦੋਂ ਸੱਚ ਪ੍ਰਗਟ ਹੁੰਦਾ, ਬਹੁਤ ਸਾਰੇ ਲੋਕ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਇਹਨੂੰ ਗ੍ਰਹਿਣ ਕਰਦੇ ਨੇ, ਇਹਨੂੰ ਸੁਣਦੇ ਨੇ, ਇਹਨੂੰ ਸਮਝਦੇ ਨੇ। ਸਮਝ ਕੇ ਪਹਿਲਾਂ ਖਰਾਬ ਲੱਗਦਾ। ਕਈ ਸੰਤਾਂ ਦੇ ਚੇਲੇ ਨੇ, ਪਹਿਲੇ ਇੱਕ ਫੋਨ ਆਇਆ, ਉਹ ਕਹਿੰਦੇ ਬਹੁਤ ਮੁੰਡਾ ਘਬਰਾ ਗਿਆ, ਅਮਰੀਕਾ 'ਚ ਫੋਨ ਆਇਆ, ਕਹਿੰਦਾ ਬਹੁਤ ਘਬਰਾ ਗਿਆ ਸੁਣ। ਕਹਿੰਦਾ ਮੈਂ ਕਿਹਾ ਉਹਨੂੰ ਹੋਰ ਸੁਣ, ਤੂੰ ਸੁਣ। ਕਹਿੰਦਾ ਯਾਰ ਸੰਤਾਂ ਦੇ ਖਿਲਾਫ ਬਹੁਤ ਕਿਹਾ ਹੋਇਆ, ਮੇਰਾ ਤਾਂ ਰੋਟੀ ਨਹੀਂ ਖਾਣ ਨੂੰ ਜੀ ਕਰਦਾ। ਕਹਿੰਦਾ ਮੈਂ ਕਿਹਾ ਚੱਲ ਤੂੰ ਕੋਈ ਨਹੀਂ, ਸੁਣ ਦਿੱਤਾ ਸਰਜ ਨਹੀਂ, ਗਾਹਾਂ ਤਾਂ ਸੁਣ। ਜਾਂ ਹੋਰ ਸੁਣਿਆ ਗਾਹਾਂ, ਕਹਿੰਦਾ ਯਾਰ ਗੱਲ ਤਾਂ ਠੀਕ ਹੈ, ਸੱਚੀ ਹੈ, ਪਰ ਹੁਣ ਕੁਝ ਹਜਮ ਹੁੰਦੀ ਹੈ। ਜਦ ਸੱਚ ਪਤਾ ਲੱਗ ਜਾਂਦਾ, ਫਿਰ ਹਜਮ ਹੋਣ ਲੱਗ ਜਾਂਦਾ ਹਰੇਕ ਦੇ। ਕਹਿੰਦਾ ਗੱਲ ਤਾਂ ਸੱਚੀ ਹੈ, ਪਰ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਵੀ ਵਾਕਈ ਇਹਨਾਂ 'ਚ ਨੁਕਸ ਹੈ। ਸੱਚ ਕਿਹਾ ਹੋਇਆ ਤਾਂ ਸਭ ਬੰਦੇ ਟੁੱਟ ਜਾਣਗੇ ਇਹਨਾਂ ਨਾਲ, ਬਹੁਤ ਘੱਟ ਬੰਦੇ ਰਹਿ ਜਾਣਗੇ। ਸ਼ੈਤਾਨ ਰਹਿ ਜਾਣਗੇ ਇਹਨਾਂ ਨਾਲ, ਸ਼ੈਤਾਨ ਨੇ ਜਿਹੜੇ, ਬਾਕੀ ਸਭ ਟੁੱਟ ਜਾਣਗੇ। ਜਿਹੜੇ ਇਮਾਨਦਾਰ ਨੇ, ਜਿਨ੍ਹਾਂ ਨੂੰ ਪਤਾ ਹੈ, ਜਿਹੜੇ ਮੰਨੀ ਬੈਠੇ ਨੇ ਵੀ ਇਹ ਵਾਕਈ ਸੰਤ ਨੇ, ਭੋਲੇ ਭਾਲੇ, ਉਹ ਸਾਰੇ ਸਮਝ ਲੈਣਗੇ, ਟੁੱਟ ਜਾਣਗੇ। ਇੱਕ ਵੀ ਨਹੀਂ ਰਹਿੰਦਾ। ਉਹ ਜਿਹੜੇ ਸ਼ੈਤਾਨ ਨੇ, ਇਹਨਾਂ ਦੇ ਹਿੱਸੇਦਾਰ ਨੇ, ਉਹ ਰਹਿ ਜਾਣਗੇ, ਬਾਕੀ ਚੁੱਪ ਹੋ ਜਾਣਗੇ ਆਪੇ। ਅੱਗੇ ਵੀ ਏਦਾਂ ਹੀ ਹੁੰਦਾ ਰਿਹਾ, ਹਮੇਸ਼ਾ ਹੀ ਹੁੰਦਾ ਰਹਿੰਦਾ ਹੈ। ਜਿੰਨਾ ਵਿਰੋਧ ਕਰ ਲੈਂਦੇ 10-15 ਦਾ ਆਪੇ ਚੁੱਪ ਹੋ ਗਏ। ਚੁੱਪ ਕੀ ਹੋ ਗਿਆ, ਉਹਨਾਂ ਨੂੰ ਤਾਂ ਸਿਰ ਲਗਾਉਣ ਨੂੰ ਜਗ੍ਹਾ ਨਹੀਂ ਰਹਿਣੀ। ਹੁਣ ਉਹ ਸੁਣਦੇ ਨੇ, ਸਮਾਰ ਕੇ ਸਭ ਕੁਛ ਸੁਣਨ ਲੱਗ ਗਏ ਵੀ ਅਸੀਂ ਤਾਂ ਅਪਰਾਧੀ ਸਾਬਤ ਹੋ ਗਏ, ਅਸੀਂ ਤਾਂ ਲੀਡਰ ਬਣਦੇ ਸੀ ਵੀ ਸਾਨੂੰ ਗੁਰਮਤਿ ਦੀ ਬਹੁਤ ਸਮਝ ਹੈ, ਉਹ ਤਾਂ ਉਲਟਾ ਇਹ ਲੱਗ ਗਿਆ। ਉਹਨਾਂ ਦੇ ਖੁਦ ਨਾਲ ਦੇ ਬੰਦੇ ਫੋਨ ਕਰਨ ਲੱਗ ਗਏ ਉਹਨਾਂ ਨੂੰ ਵੀ ਤੁਸੀਂ ਕੀ ਕਰਦੇ ਹੋ, ਮੂਰਖ ਬਣੇ ਹੋਏ ਹੋ, ਤੁਸੀਂ ਤਾਂ ਵਿਰੋਧ ਕਰ ਰਹੇ ਹੋ ਗੁਰੂ ਘਰ ਦਾ। ਗੁਰੂ ਨਾਲ ਨਹੀਂ ਲੋਕਾਂ ਦਾ ਵਿਰੋਧ ਹੈਗਾ, ਗੁਰੂ ਨਾਲ ਕੋਈ ਵਿਰੋਧ ਨਹੀਂ ਕਰਦਾ। ਸਿੱਖ ਨਹੀਂ ਕਰ ਸਕਦਾ ਗੁਰੂ ਨਾਲ ਵਿਰੋਧ, ਭਰਮ ਜਾ ਕੇ ਕਰ ਸਕਦਾ। ਭਰਮ ਪਾਇਆ ਹੋਇਆ, 10 ਗੁਰਾਂ ਦੇ ਖਿਲਾਫ ਭਰਮ ਪੈਦਾ ਕਰਤਾ। ਜੇ ਭਰਮ ਚੱਕਿਆ ਗਿਆ ਆਮ ਪਬਲਿਕ ਦਾ, ਜਿਹੜੇ ਉਹਨਾਂ ਨੂੰ ਮੰਨਦੇ ਤੇ ਉਹੀ ਕਹਿਣਗੇ ਬਕਵਾਸ ਨਾ ਕਰੋ, ਚੁੱਪ ਕਰਕੇ ਬਹਿ ਜਾਓ ਆਰਾਮ ਨਾਲ, ਆਪੇ ਹਟਾ ਦੇਣਗੇ ਉਹੀ। ਉਹਨਾਂ ਨੂੰ ਮੂੰਹ ਦਿਖਾਉਣ ਜੋਗਾ ਕਿਸੇ ਨੇ ਵੀ ਨਹੀਂ ਰਹਿਣਾ। ਵਿਰੋਧ ਤਾਂ ਕਰ ਬੈਠੇ, ਕਿਤਾਬ ਖਤੂਬ ਲਿਖ ਬੈਠੇ, ਹੁਣ ਹਾਲਤ ਕੀ ਹੋਊ ਹੁਣ ਦੇਖ ਲੈਣ। ਉਹਨਾਂ ਦੀ ਹਾਲਤ ਕੀ ਹੋਊ, ਮਰਦੇ ਦਮ ਤੱਕ ਕੀ ਹਾਲਤ ਰਹੂਗੀ ਦੇਖ ਲੈਣ। ਉਹਨਾਂ ਦੀ ਹਾਲਤ ਦਾ, ਜਿਹੜੀ ਉਹਨਾਂ ਦੀ ਹਾਲਤ ਹੋਣੀ ਹੈ, ਉਹਨਾਂ ਨੂੰ ਪਤਾ। ਬਹੁਤ ਬੁਰੀ ਹਾਲਤ ਹੁੰਦੀ ਆਦਮੀ ਦੀ,
ਗੁਰੂ ਤੋਂ ਖਿਲਾਫ ਬੋਲ ਕੇ, ਜੇ ਤਾਂ ਗੁਰੂ ਵਾਲੇ ਹੋਏ ਫਿਰ ਤਾਂ ਹਾਲਤ ਬੁਰੀ ਹੋ ਜੂਗੀ। ਜਿਹਦੇ ਨਾਲ ਵਿਰੋਧੀ ਹੋਏ, ਧੀਰਮਲੀ ਹੋਏ, ਰਾਮਰਈਏ ਹੋਏ, ਉਹਨਾਂ ਦਾ ਵਿਰੋਧ ਕਰਨਾ ਧਰਮ ਸੀ। ਪੰਡਤ ਦਾ ਧਰਮ ਹੈ ਵਿਰੋਧ ਕਰਨਾ। ਫਿਰ ਉਹ ਆਪਣੇ ਧਰਮ ਦੇ ਪੱਕੇ ਨੇ, ਫਿਰ ਉਹ ਆਪਣੇ ਧਰਮ ਦੇ ਪੱਕੇ ਨੇ। ਜੇ ਉਹਨਾਂ ਦਾ ਧਰਮ ਹੈ ਵਿਰੋਧ ਕਰਨਾ, ਫਿਰ ਉਹ ਆਪਣੇ ਧਰਮ ਦੇ ਪੱਕੇ। ਮੁਸਲਮਾਨ ਆਪਣੇ ਧਰਮ ਦੇ ਪੱਕੇ ਰਹੇ ਨੇ, ਵਿਰੋਧ ਕਰਦੇ ਰਹੇ ਨੇ, ਵਿਰੋਧ ਹੁੰਦਾ ਹੀ ਰਹਿੰਦਾ। ਝੂਠ ਧਰਮ ਦੇ ਪੱਕੇ ਨੇ ਫਿਰ ਉਹ। ਹਾਂਜੀ, ਨਵ ਗ੍ਰਹਿ ਕੋਟ ਠਾਡੇ ਦਰਬਾਰ। ਨਵ ਦੇਖੋ, ਨਵ ਗ੍ਰਹਿ ਦਾ ਇਹਦਾ ਨਵ ਗ੍ਰਹਿ ਬਣਾਤਾ। ਇਹਦਾ ਅਰਥ ਨਵ ਗ੍ਰਹਿ ਨਹੀਂ ਹੈ। ਦੇਖੋ, ਨਵ ਗ੍ਰਹਿ ਦੇ ਨਾਲ ਕੋਟ ਲਾਤਾ ਪਿਛਲੇ ਪਾਸੇ। ਨਵ ਗ੍ਰਹਿ ਤਾਂ ਲੋਏ ਨੇ, ਫਿਰ ਕੋਟ ਕਾਹਦੇ ਲੱਗ ਗਿਆ ਨਾਲ? ਕੀ 9 ਗ੍ਰਹਿਆਂ ਦੇ ਕਰੋੜਾਂ ਹੀ ਨੇ ਸੈੱਟ। 9 ਗ੍ਰਹਿ ਦਾ ਇੱਕ ਸੈੱਟ ਹੋ ਗਿਆ, ਨਾ ਲੱਗ ਗਿਆ ਕੋਟ। 9 ਗ੍ਰਹਿ ਦਾ ਸੈੱਟ ਤਾਂ ਇੱਕੋ ਜਿਹਾ, ਕਰੋੜਾਂ ਸੈੱਟ ਤਾਂ ਹੈ ਨਹੀਂ। ਕਰੋਗੇ ਮੈਂ ਅਰਥ ਕਰੋਗੇ, ਪਰ ਅਰਥ ਘੜੀਸ ਕੇ ਫਿਰ ਉਹੀ ਗਲਤ ਕਰ ਗਿਆ ਪੰਡਤ ਘੜੀਸ ਕੇ ਅਰਥ 9 ਗ੍ਰਹਿ ਕਰ ਗਿਆ। ਇਹਦੇ ਸ਼ਰਾਰਤ ਕਰਨੀ ਸੀ ਉਹਨੇ, ਤਾਂ ਪਤਾ ਸੀ ਉਹਨੂੰ ਵੀ ਇਹ ਜਾਣ ਕੇ ਲਿਖਿਆ ਹੋਇਆ। ਠਾੜੇ ਦਰਬਾਰ ਨਵ ਗ੍ਰਹਿ, ਨਵਾਂ ਘਰ ਹੈ ਇਹ। ਸੱਚਖੰਡ ਨਵਾਂ ਘਰ ਹੈ, ਇੱਥੇ ਨਹੀਂ, ਸੰਸਾਰ 'ਚ ਨਹੀਂ ਹੈ। ਉਹ ਹਿਰਦਾ ਹੀ ਸੱਚਖੰਡ ਬਣ ਜਾਂਦਾ, ਨਵਾਂ ਘਰ ਬਣ ਜਾਂਦਾ ਹੈ ਹਿਰਦਾ। ਨਿੱਜ ਘਰ ਜਿਹਨੂੰ ਕਹਿੰਦੇ ਨੇ। ਨਿੱਜ ਘਰ ਕਿਹੜਾ ਹੈ? ਅਸੀਂ ਤਾਂ ਨਿੱਜ ਘਰ ਆਪਣਾ ਜਿਹੜਾ ਇੱਥੇ ਉਹਨੂੰ ਸਮਝਦੇ ਹਾਂ, ਮੇਰਾ ਮਹੱਲੇ 'ਚ ਫਲਾਣਾ ਨੰਬਰ ਮਕਾਨ ਹੈ। ਉਹ ਨਿੱਜ ਘਰ ਨਹੀਂ ਕਿਹਾ ਹੋਇਆ ਬਾਣੀ 'ਚ। ਜਿਹਨੂੰ ਨਿੱਜ ਘਰ ਕਿਹਾ ਹੋਇਆ ਬਾਣੀ 'ਚ, ਉਹ ਨਵਾਂ ਘਰ ਹੈ। ਉੱਥੇ ਆਤਮਾ ਹੀ ਜਾ ਸਕਦੀ ਹੈ, ਇਕੱਲੀ ਸਰੀਰ ਨਹੀਂ ਜਾਂਦਾ ਹੁੰਦਾ। ਉਹ ਦਰਵੇਸ਼ ਕਹਿੰਦੇ ਨੇ ਇਹਨੂੰ। ਜਿਹੜਾ ਨਵੇਂ ਘਰ ਦਾ ਦਰ ਹੈ ਨਾ, ਦਰਵਾਜ਼ਾ, ਉਹ ਚ ਆਤਮਾ ਹੀ ਲੰਘਦੀ ਹੈ। ਬਸ ਉਹਦਾ ਦਰਵਾਜ਼ਾ ਬਹੁਤ ਭੀੜ ਹੈ। ਉਹ ਹੈ ਰਾਈ 10ਵੇਂ ਪਾਏ, ਰਾਈ ਦਾ 10ਵਾਂ ਹਿੱਸਾ ਦਰਵਾਜ਼ਾ ਉਹਦਾ। ਆਤਮਾ ਹੀ ਲੰਘ ਸਕਦੀ ਹੈ ਉੱਥੇ, ਹਵਾ ਵੀ ਨਹੀਂ ਲੰਘ ਸਕਦੀ ਉੱਥੇ। ਹਵਾ ਮਾਇਆ, ਹਵਾ ਨਹੀਂ ਹੁੰਦੀ ਉੱਥੇ। ਦੇਖੋ, ਆਤਮਾ ਲੰਘ ਜੂਗੀ, ਹਵਾ ਨਹੀਂ ਲੰਘ ਸਕਦੀ ਉੱਥੇ ਦੀ। ਆਕਾਸ਼ ਲੰਘ ਸਕਦਾ, ਹਵਾ ਨਹੀਂ ਲੰਘ ਸਕਦੀ ਉੱਥੇ ਦੀ। ਜਿੱਥੇ ਦੀ ਆਕਾਸ਼ ਯਾਰ ਆਤਮਾ ਲੰਘ ਜਾ, ਹਵਾ ਨਹੀਂ ਲੰਘ ਸਕਦੀ ਉੱਥੇ ਦੀ। ਹਵਾ ਤਾਂ ਚਲੀ ਗਈ, ਹਵਾ ਤਾਂ ਮਾਇਆ, ਫਿਰ ਮਾਇਆ ਨਹੀਂ ਜਾ ਸਕਦੀ ਉੱਥੇ। ਦਰਵਾਜ਼ਾ ਹੈਗਾ ਪਰ ਹਵਾ ਨਹੀਂ ਜਾ ਸਕਦੀ। ਦਰਵਾਜ਼ਾ ਹੈਗਾ, ਦੁਆਰ ਹੈਗਾ, ਹਵਾ ਨਹੀਂ ਜਾ ਸਕਦੀ। ਹਵਾ ਤਾਂ ਇੱਥੇ ਹਰੇਕ ਤੋਂ ਚਲੀ ਜਾਂਦੀ ਹੈ ਆਪਣੇ ਤਾਂ। ਆਕਾਸ਼ ਜਾ ਸਕਦਾ, ਹਵਾ ਨਹੀਂ ਜਾ ਸਕਦੀ। ਆਕਾਸ਼ ਹੈਗਾ ਉੱਥੇ, ਹਵਾ ਨਹੀਂ ਜਾ ਸਕਦੀ। ਮਾਇਆ ਹਵਾ ਤੋਂ ਮਾਇਆ ਸ਼ੁਰੂ ਹੁੰਦੀ ਹੈ। ਨਵ ਗ੍ਰਹਿ, ਇਹ ਨਵ ਗ੍ਰਹਿ ਹੈ ਜਿੱਥੇ ਹਵਾ ਹੈ ਨਹੀਂ, ਹਵਾ ਨਹੀਂ ਹੈ ਉੱਥੇ। ਇਹਨੂੰ ਅਬ ਕਿਹਾ। ਹਾਂ, ਨਵ ਅਬ ਦੇ ਵਿੱਚ ਹੋਰ ਗੱਲ ਹੁੰਦੀ ਹੈ। ਅਬ ਜਦ ਬਣਦਾ ਜਾਂ ਆਪ ਚਲਿਆ ਜਾਂਦਾ ਉੱਥੇ, ਉਹਨੂੰ ਭਰ ਦਿੰਦਾ ਜਾ ਕੇ। ਜਿਹੜੇ ਜੇ ਖਾਲੀ ਉਹਨੇ ਜਾਂ ਨਵ ਹੈ, ਨਵ ਨਵਾਂ ਘਰ। ਅਬ ਤਾਂ ਬਣੂਗਾ ਜਦ ਵਿੱਚ ਪੈ ਗਿਆ ਜਾ ਕੇ ਆਪ। ਨਵ ਗ੍ਰਹਿ, ਨਵਾਂ ਘਰ ਹੈ। ਕੋਟ ਠਾਡੇ ਦਰਬਾਰ। ਇਹ ਨਵਾਂ ਘਰ ਹੈ ਜਿੱਥੇ ਕਰੋੜਾਂ ਹੀ ਨੇ ਠਾੜੇ। ਉਹ ਦਰਬਾਰ ਹੈ, ਉਹ ਨਵਾਂ ਘਰ ਹੈ ਜਿਹੜਾ ਸੱਚਖੰਡ ਹੈ। ਉਹ ਦਰਬਾਰ 'ਚ ਕਰੋੜਾਂ ਹੀ ਖੜੇ ਨੇ, ਸਾਰੇ ਸਿਰ ਝੁਕਾਈ ਖੜੇ ਨੇ ਹੁਕਮ ਦੇ ਅੱਗੇ। ਹੁਕਮ ਹੈ ਨਾ, ਉੱਥੇ ਹੀ ਹੁਕਮ ਪ੍ਰਗਟ ਹੈ, ਉੱਥੇ ਹੀ ਹੁਕਮ ਪ੍ਰਗਟ ਹੈ। ਹੁਕਮ ਸਾਰਿਆਂ ਦੇ ਹਿਰਦੇ 'ਚੋਂ ਹੀ ਪੈਦਾ ਹੁੰਦਾ ਹੈ, ਸਾਰਿਆਂ ਦੇ ਅੰਦਰੋਂ ਹੀ ਪੈਦਾ ਹੁੰਦਾ ਹੁਕਮ ਹੋਇਆ। ਪਰ ਸਾਰੇ ਹੀ ਉਸ ਹੁਕਮ ਦੇ ਅੱਗੇ ਸਿਰ ਝੁਕਾਈ ਖੜੇ ਨੇ, ਚਾਹੇ ਆਪਣੇ ਅੰਦਰੋਂ ਹੀ ਪੈਦਾ ਹੋਇਆ। ਇੱਕ ਹੈ ਨਾ ਹੁਕਮ ਸਾਰਿਆਂ ਦਾ। ਹੁਕਮ ਦੇ ਵਿੱਚ ਸਾਰਿਆਂ ਦੀ ਸ਼ਕਤੀ ਹੈ। ਸਾਰਿਆਂ ਦੀ ਸ਼ਕਤੀ ਦੇ ਸਾਹਮਣੇ ਕੱਲਾ ਲੀਵ ਹੈ। ਪੰਚਾਇਤ ਨੇ ਫੈਸਲਾ ਕਰਤਾ, 100 ਆਦਮੀ ਨੇ, ਇੱਕ ਵਿੱਚ ਪੰਚ ਹੈ। ਉਹਨੂੰ ਕਿਹਾ ਭਾਈ ਆਹ ਫੈਸਲਾ, ਕਹਿੰਦਾ ਭਾਈ ਪੰਚਾਇਤ ਦਾ ਫੈਸਲਾ ਮੈਂ ਕਿਵੇਂ ਬਦਲ ਦੂੰਗਾ, ਮੈਂ ਨਹੀਂ ਬਦਲ, ਮੈਂ ਨਹੀਂ ਕੁਛ ਹੈਗਾ ਇਹਦੇ ਸਾਹਮਣੇ। ਤਾਂ ਹੁਣ ਸਰਬਸੰਮਤੀ ਦਾ ਫੈਸਲਾ ਮੈਂ ਹੀ ਕਰੂੰਗਾ, ਮੇਰੇ ਹੱਥ ਖੜੇ ਨੇ। ਬਸ ਐ ਸਭ ਦੇ ਹੱਥ ਖੜੇ ਨੇ। ਉਹ ਸਗੋਂ ਦੇ ਕੱਲੇ ਦੇ ਸਭ ਦੇ ਹੱਥ ਖੜੇ ਨੇ, ਕੱਲੇ ਸਾਰੇ ਉਹਦੇ ਅੱਗੇ ਸਿਰ ਝੁਕਾ ਕੇ ਖੜੇ ਨੇ। ਪਰ ਫੈਸਲਾ ਸਭ ਦਾ ਹੀ ਹੈ। ਜੇ ਤੂੰ ਮੇਰਾ ਹੋ ਰਿਹਾ ਹੈ ਤਾਂ ਸਭ ਜਗ੍ਹਾ ਤੇਰਾ ਹੋਇਆ। ਸਭ ਜਗ ਉਹਦਾ ਹੀ ਹੁਕਮ ਦਾ ਹੀ ਹੈ। ਹੁਕਮ ਤੇ ਸਾਰਿਆਂ ਦਾ ਹੀ ਹੈ। ਸੱਚਖੰਡ ਦੇ ਸਾਰਿਆਂ ਦਾ ਹੀ ਹੈ, ਸਭ ਜਗ ਸਾਂਝਾ ਹੀ ਹੈ।
ਵੱਡਿਆ ਹੋਇਆ ਹੀ ਕੁਛ ਨਹੀਂ ਉਹਨਾਂ ਦਾ। ਹਾਂਜੀ, ਨਵਗ੍ਰਹਿ ਕੋਟ ਠਾਡੇ ਦਰਬਾਰ। ਕੋਟ ਇਸ ਨਵੇਂ ਘਰ ਦੇ ਵਿੱਚ ਕਰੋੜਾਂ ਹੀ ਖੜੇ ਨੇ। ਦਰਬਾਰ ਹੈ, ਇਹੀ ਦਰਬਾਰ ਹੈ। ਤੇਰੇ ਭਗਤ ਸੋਏ ਨਾ ਦਰਬਾਰੇ, ਇਹ ਭਗਤ ਉੱਥੇ ਦਰਬਾਰ 'ਚ ਖੜੇ ਨੇ। ਇਹੀ ਹੈ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵਨ ਦਰ ਗਏ ਮਾਨ, ਪੰਚੇ ਸੋਏ ਦਰ ਰਾਜਾਨ। ਇਹ ਰਾਜੇ ਨੇ ਸਾਰੇ ਹੀ ਉੱਥੇ, ਸਾਰੇ ਹੀ ਰਾਜੇ ਨੇ, ਸਾਰੇ ਹੀ ਰਾਜੇ ਨੇ। ਸਾਰਿਆਂ ਦਾ ਹੀ ਹੁਕਮ ਹੈ, ਸਾਰੇ ਉਸ ਹੁਕਮ ਦੇ ਅੱਗੇ ਪਰਲੀ ਪਏ। ਹੁਕਮ ਦੇ, ਆਪਣੇ ਹੁਕਮ ਦੇ ਅੱਗੇ ਆਪ ਨਹੀਂ ਪਏ। ਹਾਂਜੀ, ਧਰਮ ਕੋਟ ਜਾ ਕੇ ਪ੍ਰਤਿਹਾਰ। ਪ੍ਰਤਿਹਾਰ, ਧਰਮ ਕੋਟ ਜਾ ਕੇ ਪ੍ਰਤਿਹਾਰ। ਕਰੋੜਾਂ ਹੀ ਧਰਮ ਨੇ ਜਿਹੜੇ ਇਹ ਜਿਹੜੇ ਚਿੱਤ ਨੇ, ਸਾਰਿਆਂ ਦੇ ਅੰਦਰ ਚਿੱਤ ਨਹੀਂ। ਬੰਦਿਆਂ ਦੇ ਅੰਦਰ ਜਿੰਨੇ ਚਿੱਤ ਨੇ ਨਾ, ਚਿੱਤ ਧਰਮ ਰਾਜ, ਇਹ ਦੇਵਤੇ ਨੇ। ਧਰਮ ਰਾਜ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ। ਉੱਥੇ ਦੀ ਜਿਹੜੀ ਗੱਲ ਹੈ ਸੱਚਖੰਡ ਦਾ ਹੁਕਮ ਹੈ, ਉਹੀ ਪਾਸ ਹੁਣ ਕਰਦਾ ਅੱਗੇ। ਕਰੋੜਾਂ ਹੀ ਧਰਮ ਰਾਜ ਨੇ ਸਾਰਿਆਂ ਦੇ ਅੰਦਰ, ਇਹ ਲੋਕ ਦੇ ਵਿੱਚ ਜਾ ਕੇ ਪ੍ਰਤਿਹਾਰ। ਧਰਮ ਕੋਟ ਜਾ ਕੇ ਪ੍ਰਤਿਹਾਰ। ਪ੍ਰਤਿਹਾਰ ਕੀ ਹੈ? ਇਹ ਉਹਦੇ ਬੁਲਾਈ ਬੋਲਦੇ ਨੇ, ਉਹਦੇ ਪ੍ਰਤੀ ਉਹ ਕੰਮ ਕਰ ਰਹੇ ਨੇ। ਪ੍ਰਥਾਏ ਬੋਲਦੇ, ਉਹਦੇ ਪ੍ਰਥਾਈ ਬੋਲ ਰਹੇ ਨੇ, ਸੱਚਖੰਡ ਦੇ ਪ੍ਰਥਾਈ ਬੋਲਦੇ ਨੇ। ਆਪ ਨਹੀਂ ਵਿਚਾਰੇ ਬੋਲਣ ਜਾਣਦੇ। ਹਾਂਜੀ ਸਭ ਜਾਣ। ਉਹਦੇ ਪ੍ਰਤਿਹਾਰ ਨੇ। ਜੋ ਦਿੰਦਾ ਹੈ ਉਹੀ ਗਾਹਾਂ ਵੱਢੀ ਜਾਂਦੇ ਨੇ। ਜੈ ਜਾ ਗਿਆਨ ਉਦੋਂ ਆਉਂਦਾ ਹੈ ਉਹ ਜਿਹਾ ਦੇਈ ਜਾਂਦੇ ਨੇ। ਇਹ ਪ੍ਰਤਿਹਾਰ ਨੇ ਸਾਰੇ ਧਰਮ, ਸੱਚਖੰਡ ਨਾਲ ਜੁੜੇ ਹੋਏ ਨੇ ਸਾਰੇ, ਆਪ ਨਹੀਂ ਕੁਝ ਕਹਿੰਦੇ ਹੁੰਦੇ। ਪ੍ਰਤਿਹਾਰ। ਪਵਨ ਕੋਟ ਚਵਾਰੇ ਫਿਰੇ, ਬਾਸਕ ਕੋਟ ਸੇਜ ਬਿਸਥਰੇ। ਪਵਨ ਕੋਟ, ਪਵਨ ਕੌਣ ਨੇ? ਪਵਨ ਮਾਨ ਨੇ। ਪਵਨ ਮਾਨ ਹੈ, ਕਰੋੜਾਂ ਕਦਮ ਦੀ ਹਵਾ ਨਹੀਂ ਹੁੰਦੀ। ਪਵਨ ਕੋਟ ਚੌਬਾਰੇ ਫਿਰੇ। ਇਹ ਜਿਹੜੇ ਇਹਨੇ ਕਰੋੜ, ਜੇ ਕਰੋੜ ਉਹਨੇ ਚਿਤਨੇ ਤਾਂ ਕਰੋੜ ਮਨ ਵੀ ਨੇ, ਹੈ ਨਾ। ਜਿੰਨੇ ਚਿਤਨੇ ਉਹ ਨਹੀਂ ਮੰਨਦੇ। ਪਰ ਇਹ ਕੀ ਕਰਦੇ ਨੇ? ਉਹ ਧਰਮ ਦਾ ਪ੍ਰਤਿਹਾਰ ਨੇ, ਉਹਦਾ ਉਹਦੇ ਨਾਲ ਜੁੜੇ ਹੋਏ ਨੇ। ਸੱਚਖੰਡ ਦੀ ਆਵਾਜ਼ ਹੈ। ਇਹ ਜਿਹੜੇ ਮਾਨੇ ਕਰੋੜਾਂ, ਇਹ ਕੀ ਕਹੇ? ਚੌਬਾਰੇ ਫਿਰੇ। ਇਹ ਚੁਬਾਰੇ ਚੜ ਕੇ ਨਾ ਦਿਮਾਗ 'ਚ, ਇਹ ਚਾਰੇ ਤਰਫਾਂ ਘੁੰਮਦੇ ਨੇ ਆਪਣੇ। ਮਨ ਆਪਣੇ ਪੰਛੀ ਉਡਾਰੀਆਂ ਮਾਰਦੇ ਨੇ, ਜਿੱਧਰ ਮਰਜ਼ੀ ਮਾਰ ਲੈਣਾ ਨਹੀਂ। ਚਾਰੇ ਜਗੀਰਾਂ ਖੁੱਲੀਆਂ ਨੇ ਇਹਦੀਆਂ। ਚੌਬਾਰੇ ਫਿਰੇ, ਚੌਪਾਸੀ ਉੱਡਦੇ ਨੇ ਫਿਰੇ। ਇਹ ਤਾਂ ਫਿਰਦਾ ਹੈ ਮਨ ਤਾਂ। ਮਨ ਆਪਣੇ ਉਡਾਰੀਆਂ ਮਾਰਦੇ ਨੇ। ਪਰ ਵੀ ਤਾਂ ਹੈਗੇ ਨੇ ਜਿਹਨੇ ਜਿੱਤ ਲਿਆ ਉਹ ਨਹੀਂ ਮੰਨਦੇ। ਉਹ ਆਪਣੇ ਆਜ਼ਾਦ ਪੰਛੀ ਹੋਏ ਫਿਰਦੇ ਨੇ, ਆਪਣੇ ਆਪ ਨੂੰ ਆਜ਼ਾਦ ਸਮਝਦੇ ਨੇ, ਆਪਣੀ ਮਰਜ਼ੀ ਨਾਲ ਉਡਾਰੀਆਂ ਮਾਰਦੇ ਫਿਰਦੇ ਨੇ। ਚੌਬਾਰੇ ਫਿਰੇ, ਬਾਸਕ ਕੋਟ ਸੇਜ ਬਿਸਥਰੇ। ਚੌਬਾਰੇ ਦੋ ਤਾਂ ਅੱਖਾਂ ਨੇ, ਦੋ ਕੰਨ ਨੇ। ਇਹ ਨਹੀਂ ਟਿਕਣ ਦਿੰਦੇ ਇਹਨਾਂ ਨੂੰ। ਚਾਰ ਦੋ ਵਾਰ ਸੁਣ ਲਈ ਤਾਂ ਭੱਜ ਲੈ, ਦੇਖ ਲਈ ਤਾਂ ਭੱਜ ਲੈ। ਕੋਈ ਚੀਜ਼ ਦੇਖ ਲਈ ਤਾਂ ਭੱਜ ਲੈ, ਸੁਣ ਲਈ ਤਾਂ ਭੱਜ ਲੈ। ਜੇ ਦੇਖੂਗਾ ਕੋਈ ਚੀਜ਼ ਖਾਣ ਵਾਲੀ ਤਾਂ ਹੀ ਖਾਊਗਾ। ਖਾਣ ਦੀ ਤਾਂ ਗੱਲ ਬਾਅਦ ਜੇ ਦੇਖੂ ਨਹੀਂ ਖਾਊਗਾ ਕੀ। ਖਾਣ ਦੀ ਇੱਛਾ ਤਾਂ ਹੀ ਹੋਈ ਜੇ ਦੇਖੂਗਾ। ਅਨੇ ਨੂੰ ਜੋ ਹੱਥ ਤੇ ਰੱਖ ਦੋਗੇ ਖਾ ਲੂਗਾ ਵਿਚਾਰਾ। ਉਹਨੂੰ ਤਾਂ ਪਤਾ ਨਹੀਂ ਕੀ ਬਾਹਰ ਖਾਣ ਵਾਲੀ ਚੀਜ਼ ਕਿਤੇ ਹੈ ਕਿਤੇ ਨਹੀਂ ਹੈ। ਇਹ ਚਾਰ ਦੁਆਰੇ ਚੌਬਾਰੇ ਨਹੀਂ ਟਿਕਣ ਦਿੰਦੇ ਇਹਨੂੰ। ਇਹ ਚਾਰਾਂ ਨਾਲ ਇੱਛਾ ਪੈਦਾ ਹੁੰਦੀ ਹੈ। ਨੱਕ ਤਾਂ ਸਾਹ ਲੈਣ ਨੂੰ ਹੈਗਾ ਹੀ ਹੈ, ਉਹ ਤਾਂ ਸਾਹ ਲੈਣਾ ਇਹਨੇ। ਮੂੰਹ ਖਾਣ ਨੂੰ ਹੈਗਾ। ਦੋ ਦਾ ਕੋਈ ਬਹੁਤੀ ਉਹ ਗੱਲ ਨਹੀਂ ਹੈ। ਨੱਕ ਸਾਨੂੰ ਬਹੁਤਾ ਭਜਾਉਂਦਾ ਨਹੀਂ ਹੈ ਕਿਸੇ ਪਾਸੇ। ਮੂੰਹ ਨਹੀਂ ਭਜਾਉਂਦਾ, ਪੇਟ ਭਜਾਉਂਦਾ। ਦੇਖੋ, ਮੂੰਹ ਨਹੀਂ ਭਜਾਉਂਦਾ, ਪੇਟ ਭਜਾਉਂਦਾ ਸਾਨੂੰ। ਕੋਈ ਨਹੀਂ ਕਹਿੰਦਾ ਮੂੰਹ ਖਾਤਰ ਮੈਂ ਭੱਜਿਆ ਫਿਰਦਾ। ਸਾਰੇ ਕਹਿੰਦੇ ਪੇਟ ਖਾਤਰ ਭੱਜੇ ਫਿਰਦੇ। ਕਹਿੰਦੇ ਨੇ ਨਾ, ਪੇਟ ਖਾਤਰ ਭੱਜੇ ਫਿਰਦੇ। ਮੂੰਹ ਖਾਤਰ ਤਾਂ ਕੋਈ ਨਹੀਂ ਭੱਜਿਆ ਫਿਰਦਾ, ਪੇਟ ਖਾਤਰ ਭੱਜੇ ਫਿਰਦੇ। ਭੁੱਖ ਤਾਂ ਪੇਟ ਨੇ ਮੰਗਣੀ ਹੈ। ਮੂੰਹ ਦਾ ਇੱਕ ਦੁਆਰਾ ਹੀ ਹੈ ਉੱਥੇ ਦੀ ਪਾਉਣ ਦਾ। ਮੂੰਹ ਦੁਆਰਾ ਬੋਲਣ ਦਾ ਵੀ ਹੈ। ਕਈ ਕੰਮ ਕਰਦਾ ਮੂੰਹ ਦਾ। ਅੱਖਾਂ ਨਹੀਂ ਟਿਕਣ ਦਿੰਦੇ। ਹਾਂ, ਅੱਖਾਂ ਔਰ ਕੰਨ ਨਹੀਂ ਟਿਕਣ ਦਿੰਦੇ। ਇਹ ਨਹੀਂ ਟਿਕਣ ਦਿੰਦੇ। ਕੰਨਾਂ ਨੇ ਸੁਣ ਲਈ ਕੋਈ ਗੱਲ, ਅੱਖਾਂ ਨੇ ਦੇਖ ਲਈ ਕੋਈ ਚੀਜ਼। ਇਹ ਚਾਰ ਦੁਆਰੇ, ਚਾਰ ਬਾਲ ਨੇ ਜਿਹੜੇ ਇਹ ਭਜਾਈ ਫਿਰਦੇ।
ਇਹ ਫਿਰਦੇ ਨੇ ਇੱਥੇ। ਹਾਂਜੀ, ਬਾਸਕ ਕੋਟ ਸੇਜ ਬਿਸਤਰੇ। ਬਾਸਕ ਕੋਟ ਸੇਜ ਬਿਸਤਰੇ ਨੇ। ਕਈ ਬਾਸਕ ਨੇ। ਬਾਸਕ ਕੌਣ? ਜਿਹੜਾ ਵਿਸ਼ਨੂੰ ਦਾ ਪੁਜਾਰੀ ਆ ਬਾਸਕ, ਵਿਸ਼ਨੂੰ ਭਗਤ ਨੇ। ਵਿਸ਼ਨੂੰ ਭਗਤ ਨੇ ਬਾਸਕ ਨੇ। ਬਾਸਕ ਕੋਟ ਸੇਜ ਬਿਸਤਰੇ। ਉਹ ਵਿਸ਼ਨੂੰ ਵਾਸਤੇ ਆਪਣਾ ਹਿਰਦੇ 'ਚ ਉਹ ਸ਼ੁੱਧ ਕਰਦੇ ਨੇ ਵੀ ਵਿਸ਼ਨੂੰ ਆਊਗਾ ਸਾਡੇ ਹਿਰਦੇ 'ਚ ਬੈਠੂਗਾ, ਜਿਵੇਂ ਸੱਪ ਦੇ ਹਿਰਦੇ 'ਚ ਬੈਠਾ ਨਾ ਹੈ, ਉਹ ਵੀ ਸੱਪੇ। ਬਾਸਕ ਨਾਗ ਨੂੰ ਕਹਿੰਦੇ ਨੇ। ਇਹ ਬਾਸਕ ਨੇ ਆਪਣੇ ਜਾਣੇ ਤਾਂ ਵਿਸ਼ਨੂੰ ਭਗਤ। ਉਹ ਵਿਸ਼ਨੂੰ ਦਾ ਹੁੰਦਾ ਨਾ ਉਹ ਜਿਹੜਾ ਸੱਪ ਸ਼ੇਸ਼ਨਾਗ, ਉਹ ਤੇ ਬੈਠਾ ਵਿਸ਼ਨੂੰ, ਉਹ ਤੇ ਬਿਠਾਉਣ ਵਾਸਤੇ ਉਹ ਐ ਕੁੰਡਲੀ ਮਾਰਦੇ ਨੇ। ਜਿਹੜੇ ਕੁੰਡਲੀ ਜਗਾਉਂਦੇ ਨੇ, ਕੁੰਡਲੀ ਮਾਰਦੇ ਨੇ, ਉਹਨਾਂ ਦੀ ਗੱਲ ਹੈ ਵਿਸ਼ਨੂੰ ਭਗਤਾਂ ਦੀ। ਚਿੱਟੇ ਕੱਪੜੇ ਵਾਲੇ ਸੰਤਾਂ ਦੀ। ਆ ਜਿਹੜੇ ਚਿੱਟੇ ਕੱਪੜੇ ਵਾਲੇ ਸੰਤ ਨਹੀਂ, ਇਹ ਸਾਰੇ ਬਾਸਕ ਨੇ। ਇਹਨਾਂ ਨੂੰ ਬਾਸਕ ਮੰਨਿਆ, ਸੱਪ ਨੇ, ਸਾਰੇ ਹੀ ਡੰਗ ਮਾਰਦੇ ਨੇ। ਬਾਸਕ ਕੋਟ ਸੇਜ ਬਿਸਤਰੇ। ਆਪਣੇ ਹਿਰਦੇ ਦਾ ਵਿਸਤਾਰ ਕਰਦੇ ਨੇ, ਕਹਿੰਦੇ ਨੇ ਹਿਰਦਾ ਸ਼ੁੱਧ ਕਰਦੇ ਆ, ਕਰਦੇ ਆ, ਉਹ ਕਰਦੇ ਆ ਵੀ ਸਾਡੇ ਵਿਸ਼ਨੂੰ ਆਊਗਾ, ਇਹ ਆਊਗਾ। ਉਹ ਭਿਲੜੀ ਦੀ ਵੀ ਕਥਾ ਉਹੀ ਬਣਾਈ ਹੋਈ ਹੈ, ਸਮਝਿਆ ਜੀ? ਉਹ ਮੇਰੇ ਕਰਾਇਆ ਹੈ ਰਾਜਾ ਰਾਮ ਪਤਾਰਾ, ਤਾਂ ਹੀ ਲਿਖਿਆ ਹੋਇਆ ਨਾ। ਹਾਂਜੀ, ਸਮੁੰਦ ਕੋਟ ਜਾ ਕੇ ਪਾਣੀ ਹਾਰ। ਰੋਮਾਬਲ ਕੋਟ 18 ਭਾਰ। ਹਾਂ, ਸਮੁੰਦਰ ਕੋਟ ਜਾ ਕੇ ਪਾਣੀ ਹਾਰ। ਕਰੋੜਾਂ ਹੀ ਸਮੁੰਦਰ ਨੇ, ਕਰੋੜਾਂ ਗਿਆਨ ਪ੍ਰਕਾਰ ਦਾ ਗਿਆਨ ਹੈ ਇੱਥੇ। ਕਰੋੜਾਂ ਪ੍ਰਕਾਰ ਦਾ ਗਿਆਨ ਹੈ ਸੰਸਾਰ ਦੇ ਵਿੱਚ। ਕਰੋੜਾਂ ਪ੍ਰਕਾਰ ਦਾ ਖੋਜੀ ਹੈ ਬੈਠਾ। ਮਾਇਆ ਦੀ ਵੀ ਖੋਜ ਬਹੁਤ ਹੈ ਨਾ। ਸਮੁੰਦਰ ਜਿਹੜੇ ਗਿਆਨ ਨੇ ਲੋਕਾਂ ਦੇ ਕੋਲ, ਪਰ ਫਿਰ ਵੀ ਤੇ ਤੋਂ ਹੋਰ ਮੰਗਦੇ ਨੇ, ਗਾਹਾਂ ਦੀ ਖੋਜ ਮੰਗਦੇ ਨੇ। ਤੇ ਤੋਂ ਸਮੁੰਦਰ ਪਹਿਲਾਂ ਹੀ ਆ, ਪਾਣੀ ਦੇ ਤੋਂ ਮੰਗਦਾ। ਤੇਰੇ ਅੱਗੇ ਪਾਣੀ ਭਰਦੇ ਨੇ, ਮਤਲਬ ਹੈ ਵੀ ਤੇ ਤੋਂ ਹੀ ਮੰਗਦੇ ਨੇ ਹੋਰ। ਤੇਰੇ ਅਧੀਨ ਨੇ ਤੇ ਤੋਂ ਹੋਰ ਗਿਆਨ। ਦੇਖੋ ਨਾ ਹੁਣ ਸਾਇੰਸਦਾਨ ਨੇ, ਉਹ ਵੀ ਉਹ ਤੋਂ ਹੋਰ ਖੋਜ ਕਰਦੇ ਨੇ। ਖੋਜ ਤਾਂ ਚਲਦੀ ਹੋ ਰਹਿੰਦੀ ਹੈ। ਕਰੋੜਾਂ ਕਿਸਮ ਦੇ ਗਿਆਨ ਦੀ ਨੇ ਲੋਕ, ਤਰ੍ਹਾਂ ਤਰ੍ਹਾਂ ਦੇ ਗਿਆਨ ਦੇ ਪ੍ਰਕਾਰ ਹੈ, ਪਰ ਤੇਰੇ ਤੇ ਸਾਰਿਆਂ ਦੀ ਸੁਰਤੀ ਹੈ ਵੀ ਤੇ ਤੋਂ ਹੋਰ ਮੰਗਦੇ ਨੇ। ਮੰਗਦੇ ਤੇ ਤੋਂ ਹੀ ਨੇ। ਤੇ ਤੋਂ ਕੀ ਅੰਦਰੋਂ ਮੰਗਦੇ ਨੇ, ਆਪਣੇ ਅੰਦਰੇ ਧਿਆਨ ਟਿਕਾ ਕੇ ਅੰਦਰੋਂ ਹੀ ਗਿਆਨ ਪੈਦਾ ਹੁੰਦਾ। ਤੇ ਤੋਂ ਹੀ ਮੰਗਦੇ ਨੇ। ਰੋਮਾਬਲ ਕੋਟ 18 ਭਾਰ। ਰੋਮਾਵਲ ਕੋਟ 18 ਭਾਰ। ਕਰੋੜਾਂ ਹੀ ਮਤਲਬ ਹੈ ਸ੍ਰਿਸ਼ਟੀ ਦੇ ਵਿੱਚ, ਸਮਝੋ ਜਾਤਾਂ ਨੇ, ਐ ਕਹਿ ਲਓ ਕਰੋੜਾਂ ਹੀ ਜੂਦੀਆਂ ਨੇ, ਕਰੋੜਾਂ ਪ੍ਰਕਾਰ ਦੀਆਂ। ਕੇਤਿਆਂ ਖਾਣੀ ਕੇਤਿਆਂ ਵਾਲੀ ਕਿਹਾ ਹੈਗਾ ਜਾ ਗੱਲ ਹੀ ਇੱਥੇ ਦੀ ਗੱਲ ਹੀ ਸਾਰੀ ਸ੍ਰਿਸ਼ਟੀ ਲੈ ਲਈ। ਕਰੋੜਾਂ ਪ੍ਰਕਾਰ ਦੀ ਬਨਸਪਤੀ ਹੈ, ਕਰੋੜਾਂ ਪ੍ਰਕਾਰ ਦੀਆਂ ਜੂਦੀਆਂ ਨੇ, ਜੀਵ ਨੇ। ਪਰ 18 ਭਾਰ ਸਾਰਿਆਂ ਦਾ ਭਾਰ ਤੈਅ ਚੁੱਕਿਆ ਹੋਇਆ ਹੈ। ਸਾਰਿਆਂ ਦੀ ਜ਼ਿੰਮੇਵਾਰੀ ਤੈਅ ਚੁੱਕੀ ਹੋਈ ਹੈ। 18 ਭਾਰ ਹੈ, 18 ਭਾਰ ਨਹੀਂ ਹੈ। 18 ਲਫ਼ਜ਼ ਦੇਖੋ ਨਾ, 14 ਲਫ਼ਜ਼ ਵਰਤਿਆ, ਨਾ 12 ਲਫ਼ਜ਼ ਵਰਤਿਆ, ਨਾ 18 ਲਫ਼ਜ਼ ਵਰਤੇ ਗਿਣਤੀ ਵਾਸਤੇ। ਗਿਣਤੀ ਵਾਸਤੇ ਕੱਲ ਵਰਤਿਆ ਸੀ, ਦੁਆਦਸ ਆਇਆ ਸੀ ਲਫ਼ਜ਼। ਉਹ ਜਦੋਂ 12 ਵਰਤਿਆ ਤਾਂ ਉਹਦਾ 12 ਲਫ਼ਜ਼ ਅਰਥ ਕੀਤਾ ਸੀ ਮੈਂ। ਜਿੱਥੇ 12 ਵਰਤਿਆ ਲਫ਼ਜ਼ 12, ਉੱਥੇ ਦੁਆਦਸ ਲਫ਼ਜ਼ ਵਰਤਿਆ ਹੋਇਆ ਕਬੀਰ ਦਾ। ਹਮੇਸ਼ਾ ਹੀ ਗ੍ਰੰਥਾਂ ਵਿੱਚ ਦੁਆਦਸ ਲਫ਼ਜ਼ ਵਰਤਿਆ 12 ਵਾਸਤੇ। ਹਮੇਸ਼ਾ ਇਹ ਨਿਯਮ ਹੈ ਸ਼ਾਸਤਰਾਂ ਦਾ। ਕਦੇ 12 ਦਾ ਲਫ਼ਜ਼ ਉਰਦੂ ਦਾ ਹੈ, 12 ਹਿੰਦੀ ਦਾ ਲਫ਼ਜ਼ ਨਹੀਂ ਹੈ। 11 12 ਇਹ ਉਰਦੂ ਦੇ ਲਫ਼ਜ਼ ਨੇ, ਹਿੰਦੀ ਦੇ ਲਫ਼ਜ਼ ਨਹੀਂ ਹੈਗੇ। ਜਿਹੜੇ ਇਹ ਲਫ਼ਜ਼ ਨੇ ਦੁਆਦਸ, ਤ੍ਰਿਓਦਸ, 14 ਸ਼ਬਦ ਆਏ ਨੇ ਨਾ, ਇਹ ਗ੍ਰੰਥਾਂ ਦੇ ਲਫ਼ਜ਼ ਨੇ। ਇਹ ਵਿਦਵਾਨਾਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ ਵੀ ਇਹ 12 13 ਕਦੋਂ ਆਏ ਨੇ। ਸਾਡੇ 13 ਆਇਆ ਹੋਇਆ, 13 ਨਹੀਂ, ਤੇ ਇਸ ਰਸ ਨਾਲ, ਉਸ ਰਸ ਦੇ ਉੱਤੇ ਤੇ ਰਸ ਤੇ ਅਲੱਗ ਹੈ, ਰਸ ਅਲੱਗ ਹੈ। ਉਹਨੂੰ 13 ਬਣਾਤਾ, ਉਹਦਾ ਅਰਥ 13 ਨਹੀਂ ਹੈ, ਉਹ ਨੰਬਰ 13 ਆਇਆ ਹੋਵੇ। ਇਸ ਕਰਕੇ 14
10 ਔਰ 4 14 ਸਮਝੇ ਨਹੀਂ 14 ਹੈ ਜਿੱਥੇ ਲਫ਼ਜ਼ ਆਇਆ ਉੱਥੇ ਗੱਲ ਹੋਰ ਹੈ इसे 18 ज्यादा आया लफ्ज 18 लफ्ज है उठा रहे 18 नहीं आया 18 है उठाया हुआ चक्या हुआ 18 पार 18 उठा चक्या हुआ भार ਉਹਦਾ सारी धरती की जिम्मेवारी जीवां की जिम्मेवारी आप चक्की हुई है सिद्ध पर्वत मेदनी बनथमा गगन रहाया किहदे नाल रहा है किहदे नाल रहा है उन्हें आप चक्या होया बोझ है सारा हुक्म ने वो सारा बोझ आकाश आप चक्या होया है उन्हें जी जंत दी खुराक दा बोझ आप चक्या होया उन्हें हवा सारिਆਂ ਨੂੰ शुद्ध देनी है आप जिम्मेवारी चक्की हुई है उन्हें सारिਆਂ ਨੂੰ रिजक पहुंचाउणा आप जिम्मेवारी चक्की हुई है उन्हें ਇਹ ਭਾਰ ਚੱਕਿਆ ਹੋਇਆ 18 ਭਾਰ ਸਾਰਿਆਂ ਦਾ ਭਾਰ ਉਹਨੇ ਆਪਣੇ ਜੁਗੇ ਲਿਆ ਹੋਇਆ ਸੱਚਖੰਡ ਨੇ ਜਿਹੜੇ ਸ਼ਬਦ ਗੁਰੂ ਚ 8 ਗੁਰੂ ਨੇ ਹਾਂ ਨਹੀਂ 8 ਦਾ ਲਫ਼ਜ਼ ਨਹੀਂ ਹੈ 18 ਦਾ ਉਠਾਇਆ ਹੋਇਆ ਭਾਰ ਭਾਰ ਇਹਨੂੰ ਲਫ਼ਜ਼ ਨਾਲ ਅੱਗੇ ਆਇਆ ਹੋਇਆ ਬੋਝ ਚੱਕਿਆ ਹੋਇਆ ਹਰ ਵਕਤ ਬੋਝ ਇਹਨਾਂ ਕੰਨਿਆਂ ਤੇ ਉਹਦੇ ਰਹਿੰਦਾ ਐ ਕਹੋ ਇਹਨਾਂ ਬੋਝ ਉਹਤੇ ਹਰ ਵਕਤ ਹੈ आदमी तो कितना बोझ है आदमी तो कितना बोझ है ਉਹਦੇ ਹਿਸਾਬ ਨਾਲ ਕਿੰਨਾ ਬੋਝ ਆਦਮੀ ਤੇ ਸਾਡੇ ਤੇ ਕਿੰਨਾ ਬੋਝ ਹੈ ਅਸੀਂ ਉਹੀ ਪਰੇਸ਼ਾਨ ਹੋਈ ਜਾਂਦੇ ਸਾਡਾ ਬੋਝ ਅਸੀਂ ਐਵੇਂ ਫਜ਼ੂਲ ਚੱਕਿਆ ਉਹ ਨਹੀਂ ਚੱਕਿਆ ਹੋਇਆ ਸਾਡੇ ਵਾਲਾ ਸਾਡਾ ਬੋਝ ਵੀ ਉਹਨੇ ਚੱਕਿਆ ਉਹਨੇ ਹੀ ਚੱਕਿਆ ਹੋਇਆ ਐਵੇਂ ਅਸੀਂ ਖਾਮ ਖਲ ਕਹੀ ਜਾਂਦੇ ਵੀ ਫਿਕਰ ਚ ਫਿਰੀ ਜਾਂਦੇ ਤਾਂ ਹੀ ਕਹ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਆ ਇੱਥੋਂ ਕਹੀ ਹੋਈ ਹੈ ਗੱਲ ਨਾਨਕ ਨੇ ਇੱਥੋਂ ਪੜ੍ਹ ਕੇ ਸਮਝ ਕੇ ਆ ਸਮਝ ਕੇ ਕਹੀ ਹੈ ਗੱਲ ਜਾਂ ਕਬੀਰ ਦੀ ਆ ਗੱਲ ਪੜ੍ਹੀ ਤਾਂ ਕਹੀ ਹੈ ਨਾਨਕ ਨੇ ਸਮਝ ਕੇ ਉਹ ਬੋਝ ਤਾਂ ਉਹਦਾ ਚੱਕਿਆ ਹੈ ਸਾਰਾ ਉਹਦੀ ਐਵੇਂ ਹੀ ਖਾਮ ਖਾ ਕਰੀ ਜਾਂਦੇ ਵੀ ਪਤਾ ਨਹੀਂ ਹੱਥ ਨੂੰ ਰੋਟੀ ਮਿਲੂ ਕਿ ਨਹੀਂ ਮਿਲੂ ਦੁਪਹਿਰ ਨੂੰ ਰੋਟੀ ਉਹਨੇ ਦੇਣੀ ਹੈ ਜ਼ਿੰਮੇਵਾਰੀ ਹੈ ਪਰ ਉਹਦੇ ਜੁਗੇ ਹੈ ਹਾਂ ਜਿਹੜਾ ਕੰਮ ਤੁਸੀਂ ਕਰਨਾ ਹੈ ਉਹ ਕਰੋ ਜਿਹੜਾ ਕੰਮ ਕਰਨਾ ਹੈ ਉਹ ਕਰੋ ਜਦ ਉਹ ਨਹੀਂ ਕਰਦੇ ਤਾਂ ਸੁਰਤ ਕਿਤੇ ਨਾ ਕਿਤੇ ਤਾਂ ਹੁਣ ਜਾੜੀ ਹੋਈ ਹੈ ਬੁੱਧੀ ਖਾਲੀ ਤਾਂ ਰਹਿੰਦੀ ਨਹੀਂ ਹੈ ਬੁੱਧੀ ਫਿਰ ਆਪਣਾ ਆ ਸੋਚੀ ਜਾਂਦੀ ਹੈ ਵਿਆਹ ਕੰਮ ਉਹ ਨਾ ਵਿਗੜ ਜਾ ਉਹ ਨਾ ਵਿਗੜ ਜਾ ਉਹ ਨਾ ਵਿਗੜ ਜਾ ਜੇ ਦੂਏ ਪਾਸੇ ਲੱਗੀ ਰਹੇ ਉਹ ਕਰਦੀ ਰਹੇ ਤਾਂ ਇਧਰਲਾ ਫਿਕਰ ਆਪੇ ਨਹੀਂ ਰਹਿੰਦਾ ਇਧਰਲਾ ਫਿਕਰ ਆਪੇ ਨਹੀਂ ਰਹਿੰਦਾ ਹੈਗਾ ਵੀ ਚੱਲ ਇਹਦਾ ਕੀ ਹੈ ਇਹਦਾ ਕੁਝ ਨਹੀਂ ਫਰਕ ਪੈਂਦਾ ਇਹਦਾ ਜਿਹੜੇ ਬਹੁਤੇ ਇਕੱਠੇ ਕਰ ਗਏ ਰਾਜ ਉਹਨਾਂ ਦਾ ਕਿਹੜਾ ਰਹਿ ਗਿਆ ਜਿਉਂ ਲੱਗੇ ਕਿੰਨਾ ਬੜਾ ਰਾਜ ਕਾਇਮ ਕਰ ਲਿਆ ਉਹ ਪਤਾ ਵੀ ਨਹੀਂ ਲੱਗਦਾ ਕਿੱਧਰ ਨੂੰ ਇਕੱਠਾ ਪਾਣੀ ਹੁਣ ਨੂੰ ਚੱਲ ਲੱਗਦਾ ਜਾਣ ਨੂੰ ਕਹਿੰਦੇ ਜਾਣ ਨੂੰ ਨਹੀਂ ਬਹੁਤਾ ਚੱਲ ਲੱਗਦਾ ਹੁੰਦਾ